ਕਿਸੇ ਯੂਨੀਵਰਸਿਟੀ ਨੂੰ ਸਮਝਣ ਲਈ ਉਹਦੀਆਂ ਵੱਖ-ਵੱਖ ਪਰਤਾਂ ਨੂੰ ਸਮਝਣਾ ਜ਼ਰੂਰੀ ਹੈ। ਕਿਸੇ ਵੀ ਵਾਈਸ ਚਾਂਸਲਰ ਨੂੰ ਕੁਝ ਦੇਰ ਲੱਗਦੀ ਹੈ ਉਹਨਾਂ ਨੂੰ ਸਮਝਣ ਨੂੰ, ਅਤੇ ਇਹਨਾਂ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਵੀ ਹੈ। ਮੈਂ ਸਮਝਦਾ ਕਿ ਵਾਈਸ ਚਾਂਸਲਰ ਦੀ 3 ਸਾਲ ਦੀ ਟਰਮ ਬਹੁਤ ਥੋੜ੍ਹੀ ਹੈ। ਸਾਲ ਲੱਗ ਜਾਂਦਾ ਬਾਹਰੋਂ ਆਏ ਕਿਸੇ ਵਿਅਕਤੀ ਨੂੰ ਇਹ ਸਮਝਣ ਲਈ ਅਤੇ ਜਾਣਨ ਲਈ ਕਿ ਕੌਣ ਕੀ ਹੈ। 1 ਸਾਲ ਰਹਿੰਦੇ ਤੇ ਯੂਨੀਅਨਾਂ ਸਰਗਰਮ ਹੋ ਜਾਂਦੀਆਂ ਨੇ, ਅਤੇ ਜੇ ਵਾਈਸ ਚਾਂਸਲਰ ਦੀ ਹੋਰ ਇੱਕ ਟਰਮ ਦੀ ਇੱਛਾ ਹੋਵੇ ਤਾਂ ਉਹ ਇਸ ਲਈ ਦੌੜ ਭੱਜ ਸ਼ੁਰੂ ਕਰ ਦਿੰਦਾ ਹੈ। ਇਹਨਾਂ ਦੋਵਾਂ ਪੱਖਾਂ ਤੋਂ ਯੂਨੀਵਰਸਿਟੀ ਦੇ ਕੰਮ ਦਾ ਨੁਕਸਾਨ ਹੁੰਦਾ ਹੈ। ਮੇਰੇ ਵਿਚਾਰ ਵਿੱਚ VC ਦੀ ਟਰਮ 5 ਸਾਲ ਦੀ ਹੋਣੀ ਚਾਹੀਦੀ ਹੈ ਅਤੇ ਇੱਕੋ ਟਰਮ ਹੀ ਹੋਣੀ ਚਾਹੀਦੀ ਹੈ, ਦੂਜੀ ਬਿਲਕੁਲ ਨਹੀਂ। ਮੇਰੇ ਆਪਣੇ ਕੈਰੀਅਰ ਲਈ ਤਾਂ 3 ਸਾਲ ਕਾਫੀ ਸਨ, ਕਿਉਂਕਿ ਮੇਰੇ ਵਾਸਤੇ ਨੈਸ਼ਨਲ ਅਵਾਰਡ ਪ੍ਰੋਫੈਸਰ ਆਫ ਐਮੀਨੈਂਸ ਦਾ ਫੈਸਲਾ ਹੋ ਚੁੱਕਾ ਸੀ। ਜਦ ਮੈਂ ਵਾਈਸ ਚਾਂਸਲਰ ਦੀ ਪਦਵੀ ਗ੍ਰਹਿਣ ਕਰ ਲਈ ਤਾਂ 15-20 ਦਿਨ ਪਿੱਛੋਂ ਇਹ ਅਵਾਰਡ ਮੈਨੂੰ ਦਿੱਤਾ ਗਿਆ, ਕਿਉਂਕਿ ਮੈਂ VC ਦੀ ਡਿਊਟੀ ਸੰਭਾਲ ਲਈ ਸੀ। ਉਸ ਵਕਤ ਛੱਡ ਕੇ ਨਾ ਜਾਣਾ ਮੇਰੇ ਲਈ ਅਤੇ ਨਾ ਹੀ ਯੂਨੀਵਰਸਿਟੀ ਲਈ ਵਾਜਬ ਸੀ। ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ 3 ਸਾਲ ਇਸ ਅਵਾਰਡ ਨੂੰ ਮੁਲਤਵੀ ਕਰ ਦਿੱਤਾ ਜਾਏ। ਮੈਂ ਤਾਂ ਇਸ ਕਰਕੇ ਉਤਾਵਲਾ ਸਾਂ ਕਿ ਕਦ ਮੇਰੀ ਟਰਮ ਪੂਰੀ ਹੋਵੇ ਅਤੇ ਕਦ ਮੈਂ ਅਵਾਰਡ ਲਵਾਂ, ਕਿਉਂਕਿ ICR ਦਾ ਸੋਸ਼ਲ ਸਾਇੰਸਿਸ ਦਾ ਇਹ ਪਹਿਲਾ ਅਵਾਰਡ ਸੀ। ਹਾਲਾਂ ਤੱਕ ਕੋਈ ਹੋਰ ਅਵਾਰਡ ਵੀ ਕਿਸੇ ਨੂੰ ਨਹੀਂ ਮਿਲਿਆ ਅਤੇ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਸੀ। ਪਰ ਯੂਨੀਵਰਸਿਟੀ ਲਈ ਮੇਰੇ ਵਾਸਤੇ ਇਹ ਸਮਾਂ ਥੋੜ੍ਹਾ ਸੀ। ਮੇਰਾ ਟੀਚਾ ਸੀ ਕਿ ਯੂਨੀਵਰਸਿਟੀ ਦੇ ਕੈਂਪਸ ਦੀ ਵਿੱਦਿਆ ਪ੍ਰਣਾਲੀ ਕਾਲਜਾਂ ਨਾਲੋਂ ਵੱਖਰੀ ਕਰਦਿਆਂ, ਜਿੱਥੇ ਕਿ ਯੂਨੀਵਰਸਿਟੀ ਜਦੋਂ ਤੱਕ ਹੋਰ ਤਬਦੀਲੀ ਨਹੀਂ ਆਉਂਦੀ, ਕਾਲਜਾਂ ਦੇ ਵਿਦਿਆਰਥੀਆਂ ਦੇ ਇਮਤਿਹਾਨ ਤਾਂ ਲੈਂਦੀ ਰਹੇ, ਪਰ ਕੈਂਪਸ ਦੀ ਪੜ੍ਹਾਈ ਵੱਖਰੀ ਹੋਵੇ ਅਤੇ ਇਹਦਾ ਪੂਰਾ ਸਿਸਟਮ ਹੀ ਵੱਖਰਾ ਹੋਵੇ। ਮੇਰਾ ਪ੍ਰੋਗਰਾਮ ਸੀ ਕਿ ਸਾਰੀ ਪੜ੍ਹਾਈ ਸੈਮੀਨਾਰ ਸਿਸਟਮ 'ਤੇ ਪਾ ਦਿੱਤੀ ਜਾਏ। ਇਹ ਤਾਂ ਮੈਂ ਕਰ ਵੀ ਦਿੱਤਾ ਸੀ, ਪਰ ਜੋ ਮੇਰੇ ਦਿਮਾਗ 'ਚ ਸੀ ਉਹ ਸਿਰਫ ਮੈਂ ਹੀ ਸਮਝਦਾ ਸੀ। ਭਾਵੇਂ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਅਤੇ ਹੋਰ ਕਮੇਟੀਆਂ ਇਸ ਵਿੱਚ ਪੂਰੀ ਤਰ੍ਹਾਂ ਜ਼ਿੰਮੇਵਾਰ ਸਨ, ਪਰ ਜੋ ਉਲਝਣਾਂ ਪੈਦਾ ਹੁੰਦੀਆਂ ਹਨ ਉਹਨਾਂ ਦਾ ਹੱਲ ਮੈਂ ਹੀ ਕਰ ਸਕਦਾ ਸੀ। ਇਹ ਨਹੀਂ ਕਿ ਕਿਸੇ ਹੋਰ ਦੀ ਕਾਬਲੀਅਤ ਜਾਂ ਸਮਰੱਥਾ ਨਹੀਂ ਸੀ, ਸਗੋਂ ਇਸ ਕਰਕੇ ਕਿ ਸਾਰਾ ਪ੍ਰੋਗਰਾਮ ਅਤੇ ਇਹਦੀ ਰੂਪ-ਰੇਖਾ ਇੱਕ ਵੱਖਰੀ ਕਿਸਮ ਦੀ ਮੇਰੀ ਆਪਣੀ ਸੀ। ਇਸ ਕਰਕੇ ਸਮੱਸਿਆਵਾਂ ਵੀ ਵੱਖਰੀਆਂ ਸਨ ਜਿਨ੍ਹਾਂ ਨੂੰ ਮੈਂ ਬਖੂਬੀ ਸਮਝਦਾ ਸਾਂ। ਸੋ ਮੈਂ ਡਰਾਮਾ ਵਿਭਾਗ ਤੋਂ ਲੈ ਕੇ ਸਪੇਸ ਸਾਇੰਸ ਤੱਕ ਸਾਰੀ ਪੜ੍ਹਾਈ ਸੈਮੀਨਾਰ ਸਿਸਟਮ ਵਿੱਚ ਬਦਲ ਦਿੱਤੀ। ਪਰਿਵਰਤਨ ਮੇਰੇ ਵਿਚਾਰ ਵਿੱਚ ਠੀਕ ਚੱਲ ਰਿਹਾ ਸੀ, ਪਰ ਹਾਲੇ ਪੂਰੀਆਂ ਪੱਕੀਆਂ ਲੀਹਾਂ ਉੱਤੇ ਨਹੀਂ ਪਿਆ ਸੀ ਕਿ ਮੇਰੀ ਟਰਮ ਖਤਮ ਹੋ ਗਈ। ਪਿੱਛੋਂ ਇਹ ਉਲਝਣਾਂ ਪੂਰੀ ਤਰ੍ਹਾਂ ਸੁਲਝਾਈਆਂ ਨਾ ਜਾ ਸਕੀਆਂ। ਜੋ ਮੇਰੇ ਪਾਸ 2 ਸਾਲ ਹੋਰ ਹੁੰਦੇ ਤਾਂ ਮੈਂ ਇਮਤਿਹਾਨਾਂ ਦਾ ਸਿਸਟਮ ਵੀ ਇੰਟਰਨਲ ਇਵੈਲੂਏਸ਼ਨ ਦੇ ਆਧਾਰ 'ਤੇ ਕਰ ਦੇਣਾ ਸੀ, ਅਤੇ ਅਮਰੀਕਨ ਯੂਨੀਵਰਸਿਟੀਆਂ ਵਾਂਗੂ ਸਾਰੇ ਵਿੱਦਿਅਕ ਢਾਂਚੇ ਵਿੱਚ ਸੁਡੌਲਤਾ ਅਤੇ ਪ੍ਰਗਤੀਸ਼ੀਲਤਾ ਆ ਜਾਣੀ ਸੀ। ਨਕਲਾਂ ਅਤੇ ਟਿਊਸ਼ਨਾਂ ਦਾ ਨਾਸੂਰ ਖਤਮ ਹੋ ਜਾਣਾ ਸੀ, ਪਰ ਮੇਰੇ ਕੋਲ ਤਾਂ ਇਹ ਸਭ ਕੁਝ ਕਰਨ ਲਈ ਸਮਾਂ ਹੀ ਨਹੀਂ ਸੀ। ਸਾਡੇ ਸਿਆਸੀ ਆਗੂਆਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਸੋਚਣ ਦੀ ਵਿਹਲ ਹੀ ਨਹੀਂ ਹੁੰਦੀ, ਅਤੇ ਨਾ ਹੀ ਉਹਨਾਂ ਨੂੰ ਸਿਆਸੀ ਤੌਰ 'ਤੇ ਇਹਨਾਂ ਪ੍ਰਗਤੀਆਂ ਦਾ ਕੋਈ ਫਾਇਦਾ ਹੀ ਹੁੰਦਾ। ਇਹ ਨਾ ਕਦੀ ਸੋਚਿਆ ਹੀ ਨਹੀਂ ਕਿ ਕੌਣ ਇਹੋ ਜਿਹੀਆਂ ਜ਼ਿੰਮੇਵਾਰੀਆਂ ਨਿਭਾ ਸਕਦਾ ਹੈ। ਉਸ ਵੇਲੇ ਦੇ ਮੁੱਖ ਮੰਤਰੀ ਨੂੰ ਤਾਂ ਜੇਲ੍ਹ 'ਚੋਂ ਛੁੱਟੇ ਕਿਸੇ ਵਿਅਕਤੀ ਨੂੰ ਵਾਈਸ ਚਾਂਸਲਰੀ ਦੇਣ ਦੀ ਅਚੋਵਾਈ ਲੱਗੀ ਹੋਈ ਸੀ। ਫਿਰ ਮੈਂ ਵੀ ਆਪਣਾ ਤਜਰਬਾ ਥਾਪਰ ਇੰਸਟੀਚਿਊਟ 'ਤੇ ਕੀਤਾ, ਜੋ ਉਸ ਵਕਤ ਯੂਨੀਵਰਸਿਟੀ ਨਾਲ ਐਫੀਲੀਏਟਿਡ ਸੀ। ਇਹ ਸਾਰੀ ਪੜ੍ਹਾਈ ਸੈਮੀਨਾਰ ਸਿਸਟਮ 'ਤੇ ਸੀ। ਮੈਂ ਇਹਨਾਂ ਨੂੰ ਇੰਟਰਨੈਸ਼ਨਲ ਐਵੈਲੂਏਸ਼ਨ ਦੀ ਸਕੀਮ ਬਣਾ ਕੇ ਦਿੱਤੀ ਕਿ ਤੁਸੀਂ ਇਸ ਸਿਸਟਮ ਨਾਲ ਸਿਰਫ ਨਤੀਜਾ ਯੂਨੀਵਰਸਿਟੀ ਨੂੰ ਭੇਜ ਦਿਆ ਕਰੋ ਅਤੇ ਯੂਨੀਵਰਸਿਟੀ ਇਹ ਨਤੀਜਾ ਜਿਉਂ ਦਾ ਤਿਉਂ ਡਿਕਲੇਅਰ ਕਰ ਦਿਆ ਕਰੇਗੀ। ਇਹਦੇ ਨਾਲ ਹੀ ਉਹਨਾਂ ਦੀ ਮਦਦ ਕਰਕੇ ਇਹ ਇੰਸਟੀਚਿਊਟ ਡੀਮਡ ਯੂਨੀਵਰਸਿਟੀ ਵੀ ਬਣਵਾ ਦਿੱਤੀ ਗਈ। ਇਸ ਨਾਲ ਭਾਵੇਂ ਸਰਕਾਰ ਮੇਰੇ ਨਾਲ ਨਾਰਾਜ਼ ਹੋ ਗਈ ਕਿ ਸਾਡਾ ਕੰਟਰੋਲ ਖਤਮ ਕਰ ਦਿੱਤਾ। ਮੈਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਸਮਝਾਇਆ ਕਿ ਵਿੱਦਿਆ ਦੇ ਖੇਤਰ ਵਿੱਚ ਗੱਲ ਕੰਟਰੋਲ ਦੀ ਨਹੀਂ ਹੁੰਦੀ। ਕੰਟਰੋਲ ਨੂੰ ਤਾਂ ਤੁਹਾਡੇ ਕੋਲ ਹੋਰ ਬਹੁਤ ਅਦਾਰੇ ਅਤੇ ਸੰਸਥਾਵਾਂ ਨੇ। ਇੱਥੇ ਸਵਾਲ ਇਸ ਦੇਸ਼ ਵਿੱਚ ਅੱਛਾ ਵਿੱਦਿਆ ਢਾਂਚਾ ਉਸਾਰਨ ਦਾ ਹੈ। ਇੱਕ ਅੱਛੀ ਵਿੱਦਿਅਕ ਸੰਸਥਾ ਦਾ ਡੀਮਡ ਯੂਨੀਵਰਸਿਟੀ ਬਣ ਜਾਣਾ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ, ਪਰ ਜਦ ਕਿਸੇ ਦੀ ਅਥਾਰਟੀ ਖਤਮ ਹੁੰਦੀ ਹੈ ਤਾਂ ਇਹੋ ਜਿਹੀਆਂ ਗੱਲਾਂ ਉਹਨੂੰ ਬਹੁਤੀਆਂ ਚੰਗੀਆਂ ਨਹੀਂ ਲੱਗਦੀਆਂ। ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ, ਜਿਵੇਂ ਮੈਂ ਪਹਿਲਾਂ ਕਿਹਾ ਕਿ ਯੂਨੀਵਰਸਿਟੀ ਨੂੰ ਸਮਝਣ ਲਈ ਉਹਦੀਆਂ ਵੱਖ-ਵੱਖ ਪਰਤਾਂ ਅਤੇ ਇਕਾਈਆਂ ਨੂੰ ਸਮਝਣਾ ਜ਼ਰੂਰੀ ਹੈ। ਅਧਿਆਪਕਾਂ ਦੀ ਐਸੋਸੀਏਸ਼ਨ ਨਾਲ ਲੁਧਿਆਣਾ ਯੂਨੀਵਰਸਿਟੀ 'ਚ ਮੇਰਾ ਕਾਫੀ ਵਾਹ ਪੈ ਚੁੱਕਾ ਸੀ। ਇਸ ਕਰਕੇ ਮੇਰੇ ਵਾਸਤੇ ਇਹਨਾਂ ਦੀ ਮਾਨਸਿਕਤਾ ਨੂੰ ਸਮਝਣਾ ਕੋਈ ਔਖੀ ਗੱਲ ਨਹੀਂ ਸੀ। ਪਹਿਲੀ ਮੁਲਾਕਾਤ ਵਿੱਚ ਹੀ ਆਪਸੀ ਵਿਸ਼ਵਾਸ ਦੀਆਂ ਨੀਹਾਂ ਰੱਖੀਆਂ ਗਈਆਂ ਸਨ। ਇਸ ਯੂਨੀਅਨ ਦੇ 2 ਕਰਤਾ ਧਰਤਾ ਸਨ, ਸੇਖੋਂ ਅਤੇ ਰਵੀ। ਇਹ ਦੋਨੋਂ ਅਧਿਆਪਕ ਬੜੇ ਸੁਲਝੇ ਹੋਏ ਅਧਿਆਪਕ ਸਨ, ਪਰ ਆਪਣੀ ਧੁਨ ਦੇ ਪੱਕੇ ਸਨ, ਦਲੀਲਬਾਜ਼ੀ ਅਤੇ ਲੌਜਿਕ ਦੇ ਮਾਹਰ ਸਨ। ਮੈਨੂੰ ਇਹਨਾਂ ਦੀ ਇਹ ਸਿਫਤ ਬਹੁਤ ਪਸੰਦ ਸੀ।
ਪਹਿਲੇ ਦਿਨ ਤੋਂ ਹੀ ਦੂਜ ਦੀ ਭਾਵਨਾ ਤਕਰੀਬਨ ਖਤਮ ਹੀ ਹੋ ਗਈ ਸੀ। ਕਈ ਵਾਰ ਵੈਸੇ ਮੇਰੇ ਨਾਲ ਝਗੜਾ ਕਰਨ ਦੀ ਧਾਰ ਕੇ ਵੀ ਆਏ, ਪਰ ਲੌਜਿਕ ਤੇ ਦਲੀਲ ਇਹਨਾਂ ਦੀ ਕਮਜ਼ੋਰੀ ਸੀ ਤੇ ਮੇਰਾ ਹਥਿਆਰ। ਮੀਟਿੰਗ ਤੋਂ ਬਾਅਦ ਸਗੋਂ ਹੋਰ ਡੂੰਘਾ ਆਪਸੀ ਸਤਿਕਾਰ ਪੈਦਾ ਹੋ ਗਿਆ ਸੀ। ਮੈਨੂੰ ਇਹ ਮਾਣ ਹੈ ਕਿ ਪਹਿਲੀ ਮੁਲਾਕਾਤ ਤੋਂ ਬਾਅਦ ਅਧਿਆਪਕਾਂ ਨੇ ਇੱਕ ਵੀ ਹੜਤਾਲ ਨਹੀਂ ਕੀਤੀ, ਕੋਈ ਜਲੂਸ ਨਹੀਂ ਕੱਢਿਆ ਤੇ ਇੱਕ ਵਾਰ ਵੀ ਨਾਅਰੇ ਨਹੀਂ ਲਾਏ। ਕਈ ਵਾਰ ਇਹਨਾਂ ਦੇ ਅਧਿਆਪਕ ਹੀ ਹੱਸਦੇ ਹੱਸਦੇ ਗੱਲ ਸੁਣਾਇਆ ਕਰਦੇ ਸੀ ਕਿ ਕੋਈ ਆਦਮੀ ਖੰਭਾ ਚੱਕੀ ਜਾਂਦਾ ਸੀ ਤੇ ਪਿੱਛੇ ਕੁੱਤਿਆਂ ਦੀ ਕਤਾਰ ਬੰਨੀ ਹੋਈ ਸੀ। ਕਿਸੇ ਪੁੱਛਿਆ ਕਿ ਇਹ ਕਿਉਂ ਹੈ? ਜਵਾਬ ਸੀ ਕਿ ਆਦਮੀ ਜਦ ਵੀ ਤੇ ਜਿੱਥੇ ਵੀ ਇਹ ਖੰਭਾ ਗੱਡੇਗਾ ਉਸ ਉੱਤੇ ਲੱਤ ਚੁੱਕ ਕੇ ਪਿਸ਼ਾਬ ਕਰਨਾ ਹੈ ਨਾ। ਆਮ ਤੌਰ 'ਤੇ ਵਾਈਸ ਚਾਂਸਲਰ ਨਾਲ ਇਹੀ ਹੁੰਦਾ ਹੈ, ਉਹ ਕੁਝ ਵੀ ਕਰਨ ਨੁਕਤਾਚੀਨੀ ਹੋਣੀ ਹੈ ਤੇ ਇਸੇ ਨੁਕਤਾਚੀਨੀ ਤੇ ਅਧਿਆਪਕ ਐਸੋਸੀਏਸ਼ਨਾਂ ਦੀ ਲੀਡਰੀ ਕਾਇਮ ਰਹਿੰਦੀ ਹੈ। ਪਰ ਮੈਂ ਮਾਣ ਨਾਲ ਕਹਿ ਸਕਦਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਹ ਅਧਿਆਪਕ ਜਥੇਬੰਦੀ ਕਿਸੇ ਵੀ ਸਹੀ ਕੰਮ ਨੂੰ ਖੁੱਲ੍ਹੇ ਦਿਲ ਨਾਲ ਸਲਾਹੁੰਦੀ ਸੀ ਤੇ ਹਰ ਪੱਖੋਂ ਸੁਡੌਲ ਸਲਾਹ ਵੀ ਦਿੰਦੀ ਸੀ। ਇਹਨਾਂ ਦੇ ਲੀਡਰਾਂ ਵਿੱਚ ਤੇ ਖਾਸ ਕਰਕੇ ਸੇਖੋਂ ਤੇ ਰਵੀ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਸੀ, ਸਗੋਂ ਕਈ ਵਾਰ ਉਹਨਾਂ ਨੇ ਜਾਇਜ਼ ਹੱਕ ਲੈਣ ਤੋਂ ਵੀ ਗੁਰੇਜ਼ ਕੀਤਾ। ਮੈਂ ਸਮਝਦਾ ਕਿ ਮੈਂ ਜੋ ਸੁਪਨਾ ਸਾਂਝੇ ਤੌਰ 'ਤੇ ਅਧਿਆਪਕਾਂ ਨਾਲ ਰਲ ਕੇ ਇਸ ਯੂਨੀਵਰਸਿਟੀ ਨੂੰ ਚਲਾਉਣ ਦਾ ਲੈ ਕੇ ਆਇਆ ਸੀ, ਉਹ ਇਸ ਐਸੋਸੀਏਸ਼ਨ ਨੇ ਸਾਕਾਰ ਕਰਨ 'ਚ ਮੈਨੂੰ ਪੂਰਾ ਸਹਿਯੋਗ ਦਿੱਤਾ। ਮੈਨੂੰ ਸਮਝ ਨਹੀਂ ਲੱਗੀ ਕਿ ਇਹੋ ਜਿਹੇ ਅਧਿਆਪਕ ਆਗੂਆਂ ਦੇ ਹੁੰਦੇ ਇਸ ਯੂਨੀਵਰਸਿਟੀ 'ਚ ਗੜਬੜ ਕਿਉਂ ਰਹੀ। ਜਦ ਮੈਂ ਇਸ ਪਦਵੀ 'ਤੇ ਹਾਜ਼ਰ ਹੋਇਆ ਤਾਂ ਇੱਕ ਪੱਤਰਕਾਰ ਨੇ ਇੱਕ ਲੇਖ ਲਿਖਿਆ ਜਿਸ ਵਿੱਚ ਇੱਕ ਕਹਾਣੀ ਪਾਈ ਸੀ ਕਿ ਇੱਕ ਪਰੀ ਇੱਕ ਦਿਓ ਦੇ ਕਬਜ਼ੇ 'ਚ ਤੜਫ ਰਹੀ ਸੀ ਤੇ ਇੱਕ ਸ਼ਹਿਜ਼ਾਦਾ ਆਜ਼ਾਦ ਕਰਾਉਣ ਆਇਆ। ਉਹਨੇ ਕਹਾਣੀ ਇੱਥੇ ਖਤਮ ਕਰ ਦਿੱਤੀ ਕਿ ਸ਼ਹਿਜ਼ਾਦਾ ਫਸ ਗਿਆ। ਉਹਦਾ ਇਸ਼ਾਰਾ ਸੀ ਕਿ ਮੈਂ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਇਸ ਜਾਲ 'ਚ ਫਸ ਗਿਆ ਸਾਂ। ਜਦ ਮੇਰਾ ਜਨਤਕ ਸਵਾਗਤ ਕੀਤਾ ਗਿਆ ਤਾਂ ਇਸ ਕਹਾਣੀ ਦੀ ਚਰਚਾ ਸੀ। ਮੈਂ ਆਪਣੇ ਭਾਸ਼ਣ 'ਚ ਕਿਹਾ ਕਿ ਕਹਾਣੀ ਅਧੂਰੀ ਹੈ। ਉਹ ਸ਼ਹਿਜ਼ਾਦਾ ਮੂਲ ਕਹਾਣੀ ਦੇ ਮੁਤਾਬਕ ਸ਼ਹਿਜ਼ਾਦੀ ਨੂੰ ਆਜ਼ਾਦ ਕਰਾ ਕੇ ਲੈ ਗਿਆ ਸੀ। ਤੁਹਾਨੂੰ ਵੀ ਕੁਝ ਇੰਤਜ਼ਾਰ ਕਰਨਾ ਪਏਗਾ ਇਹ ਵੇਖਣ ਲਈ ਕਿ ਸ਼ਹਿਜ਼ਾਦੀ ਆਜ਼ਾਦ ਹੁੰਦੀ ਹੈ ਕਿ ਨਹੀਂ। ਮੈਨੂੰ ਤਸੱਲੀ ਇਸ ਗੱਲ ਦੀ ਹੈ ਕਿ ਇਹ ਸ਼ਹਿਜ਼ਾਦੀ ਯੂਨੀਵਰਸਿਟੀ ਆਜ਼ਾਦ ਹੋਈ। ਇਸ ਯੂਨੀਵਰਸਿਟੀ ਦਾ ਪਤਾ ਪਟਿਆਲਾ ਵਾਸੀਆਂ ਤੇ ਇਰਦ ਗਿਰਦ ਨੂੰ ਉਦੋਂ ਲੱਗਦਾ ਸੀ ਜਦੋਂ ਵਿਦਿਆਰਥੀਆਂ ਵੱਲੋਂ ਸੜਕਾਂ 'ਤੇ ਆਵਾਜਾਈ ਰੋਕ ਦਿੱਤੀ ਜਾਂਦੀ ਸੀ। ਇਹ ਇੱਕ ਸ਼ਿਕਾਇਤ ਸੀ ਜੋ ਮੈਨੂੰ ਜਨਤਕ ਸਵਾਗਤ ਵੇਲੇ ਵੀ ਕੀਤੀ ਗਈ, ਪਰ ਇਸ ਅਧਿਆਪਕ ਐਸੋਸੀਏਸ਼ਨ ਦਾ ਸਦਕਾ ਕਿ ਇਸ ਯੂਨੀਵਰਸਿਟੀ ਨੇ ਅਮਨ ਮਾਰਚ ਵਿੱਚ ਤੇ ਸਮਾਜਿਕ ਸਦਭਾਵਨਾ ਨੂੰ ਵਧਾਉਣ 'ਚ ਆਪਣਾ ਪੂਰਾ ਹਿੱਸਾ ਪਾਇਆ। ਯੂਨੀਵਰਸਿਟੀ ਦਾ ਨਾ ਪੱਖੀ ਵਤੀਰਾ ਪੂਰੀ ਤਰ੍ਹਾਂ ਹਾਂ ਪੱਖੀ ਹੋ ਗਿਆ। ਸਿੰਡੀਕੇਟ ਦੇ ਕੁਝ ਮੈਂਬਰਾਂ ਨੇ ਕਾਫੀ ਆਪਣੀ ਪੁਰਾਣੀ ਆਦਤ ਮੁਤਾਬਕ ਕੁਝ ਅਧਿਆਪਕਾਂ ਪ੍ਰਤੀ ਨਾ ਪੱਖੀ ਵਤੀਰਾ ਰੱਖਿਆ। ਫਿਰ ਵੀ ਇਸ ਐਸੋਸੀਏਸ਼ਨ ਨੇ ਕੋਈ ਐਸਾ ਕਦਮ ਨਹੀਂ ਚੁੱਕਿਆ ਤੇ ਕੋਈ ਐਸੀ ਹਰਕਤ ਨਹੀਂ ਕੀਤੀ ਜਿਸ 'ਤੇ ਮੈਨੂੰ ਗਿਲਾ ਹੋਵੇ। ਇਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਬਦਲੇ, ਲੇਕਿਨ ਇਹਨਾਂ ਦੀ ਪਹੁੰਚ ਉਹੀ ਰਹੀ। ਮੇਰੇ ਆਖਰੀ ਸਾਲ ਵਿੱਚ ਇੱਕ ਅਣਸੁਖਾਵੀਂ ਘਟਨਾ ਵਾਪਰੀ। ਇੱਕ ਪ੍ਰੋਫੈਸਰ ਦੇ ਪਤੀ ਦੀ ਤਰੱਕੀ ਨਾ ਹੋ ਸਕੀ ਨਵੀਂ ਪ੍ਰਮੋਸ਼ਨ ਸਕੀਮ ਹੇਠ। ਮੇਰੇ ਵਿਚਾਰ ਵਿੱਚ ਤਾਂ ਅਧਿਆਪਕ ਇਸ ਕਾਬਲ ਨਹੀਂ ਸੀ। ਜਦ ਇਹ ਤਰੱਕੀ ਨਾ ਹੋਈ ਤਾਂ ਇਹ ਪ੍ਰੋਫੈਸਰ ਘਰ ਆਈ, ਬੜੀ ਸਦਭਾਵਨਾ ਨਾਲ ਚਾਹ ਪਾਣੀ ਪੀਤਾ, ਉਹਦਾ ਗਿਲਾ ਵੀ ਸੁਣਿਆ ਤੇ ਮੈਂ ਕਿਹਾ ਸੀ ਕਿ ਹੋਰ ਕੁਝ ਮਹੀਨਿਆਂ ਨੂੰ ਦੁਬਾਰਾ ਉਹਦੀ ਚੋਣ ਦੀ ਵਾਰੀ ਆਉਣੀ ਹੈ। ਉਹਨੂੰ ਕਹੇ ਕਿ ਜ਼ਰਾ ਡਟ ਕੇ ਕੰਮ ਕਰੇ ਤਾਂ ਉਸ ਇਵੈਲੂਏਸ਼ਨ ਵਿੱਚ ਖਿਆਲ ਰੱਖਾਂਗੇ। ਮੈਨੂੰ ਇਹ ਦਲੀਲ ਪੇਸ਼ ਕੀਤੀ ਕਿ ਵੇਖੋ ਮੈਂ ਪ੍ਰੋਫੈਸਰ ਹਾਂ ਤੇ ਮੇਰਾ ਪਤੀ ਲੈਕਚਰਰ ਹੈ। ਮੈਨੂੰ ਜ਼ਰਾ ਨਮੋਸ਼ੀ ਜੀ ਹੁੰਦੀ ਹੈ। ਮੈਂ ਕਿਹਾ ਇਹ ਤਾਂ ਕੋਈ ਦਲੀਲ ਨਹੀਂ, ਮੈਂ ਵਾਈਸ ਚਾਂਸਲਰ ਹਾਂ, ਪਰ ਮੇਰੇ ਘਰ ਵਾਲੀ ਸਿਰਫ ਥੋੜ੍ਹੀ ਪੰਜਾਬੀ ਪੜ੍ਹੀ ਹੈ। ਖੈਰੇ ਪ੍ਰੋਫੈਸਰ ਕੁਝ ਜ਼ਿਆਦਾ ਹੀ ਕਾਹਲੀ ਪੈ ਗਈ। 15-20 ਸਿਫਾਰਸ਼ਾਂ ਹਰ ਪਾਸਿਓਂ ਆਈਆਂ, ਇੱਥੋਂ ਤੱਕ ਕਿ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਵੀ ਕਿਹਾ। ਆਖਰ ਸਭ ਪਾਪੜ ਵੇਲਣ ਦੇ ਬਾਵਜੂਦ ਉਹਦੀ ਤਰੱਕੀ ਨਾ ਹੋਈ। ਸਿੰਡੀਕੇਟ ਦੇ ਸਿਆਸੀ ਲੀਡਰ ਵੀ ਉਹਦੀ ਮਦਦ 'ਤੇ ਸਨ। ਮੈਨੂੰ ਸਿੰਡੀਕੇਟ ਦੀ ਮੀਟਿੰਗ ਵਿੱਚ ਜੋ ਇਹਨਾਂ ਸਿੰਡਕਾਂ ਦੀ ਤੇਜ਼ ਜ਼ੁਬਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਬਾਰੇ ਮੈਂ ਪਹਿਲਾਂ ਲਿਖ ਚੁੱਕਾ, ਉਹਦਾ ਇੱਕ ਵੱਡਾ ਕਾਰਨ ਇਹ ਕੇਸ ਵੀ ਸੀ। ਜਦ ਕਿਸੇ ਤਰ੍ਹਾਂ ਵੀ ਹੱਥ ਨਾ ਪਿਆ ਤੇ ਅਧਿਆਪਕਾਂ ਨੇ ਵੀ ਮੇਰੇ ਫੈਸਲੇ ਨੂੰ ਠੀਕ ਸਮਝਿਆ ਤਾਂ 5-6 ਬੰਦਿਆਂ ਦੀ ਇੱਕ ਨਵੀਂ ਐਸੋਸੀਏਸ਼ਨ ਬਣਾ ਲਈ, ਜਿਸ ਵਿੱਚ ਇਹ ਆਪ, ਇਹਦਾ ਪਤੀ ਤੇ 4 ਹੋਰ ਅਧਿਆਪਕ ਸਨ। ਇਹਨਾਂ ਮੇਰੇ ਬਰਖਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ। ਮੰਤਵ ਇਹ ਸੀ ਕਿ ਕਿਤੇ ਮੈਨੂੰ ਅਗਲੀ ਟਰਮ ਨਾ ਮਿਲ ਜਾਏ। ਇਸ ਐਸੋਸੀਏਸ਼ਨ ਨੇ ਮੇਰੇ ਬਰਖਲਾਫ ਮੈਮੋਰੰਡਮ ਤਿਆਰ ਕਰਨ ਲਈ ਲਿਖ ਕੇ ਸਰਕੂਲਰ ਵੰਡਿਆ ਕਿ ਤੁਸੀਂ ਨੁਕਸ ਦੱਸੋ ਤਾਂ ਜੋ ਇਹ ਉਸ ਮੈਮੋਰੰਡਮ 'ਚ ਪਾਇਆ ਜਾਵੇ। ਆਖਿਰ ਇਹਨਾਂ ਇੱਕ ਮੈਮੋਰੰਡਮ ਤਿਆਰ ਕਰਕੇ ਝੂਠ-ਮੂਠ ਦੇ ਇਲਜ਼ਾਮ ਲਾ ਗਵਰਨਰ ਤੇ ਮੁੱਖ ਮੰਤਰੀ ਆਦਿ ਨੂੰ ਭੇਜ ਦਿੱਤਾ। ਮੈਂ ਉਸ ਵਕਤ ਕਿਊਬਾ ਗਿਆ ਹੋਇਆ ਸੀ। ਇਹ ਸਭ ਮੇਰੇ ਪਿੱਛੇ ਹੀ ਹੋਇਆ। ਪਰ ਅਸਲੀ ਅਧਿਆਪਕਾਂ ਦੀ ਐਸੋਸੀਏਸ਼ਨ ਪੂਟਾ ਨੇ ਸਾਰੀ ਫੈਕਲਟੀ ਦੇ ਦਸਤਖਤ ਕਰਾ ਕੇ ਇਹਦੇ ਵਿਰੋਧ ਵਿੱਚ ਮੈਮੋਰੰਡਮ ਭੇਜ ਦਿੱਤਾ।
ਇਸ ਸਾਰੇ ਤਮਾਸ਼ੇ ਦਾ ਪਤਾ ਮੈਨੂੰ ਬਾਅਦ ਵਿੱਚ ਲੱਗਾ। ਵੈਸੇ ਘੱਟ ਮੈਂ ਵੀ ਨਹੀਂ ਕੀਤੀ। ਇਹਨਾਂ 5-6 ਅਧਿਆਪਕਾਂ ਦੇ ਕੱਚੇ ਚਿੱਠੇ ਤਿਆਰ ਕਰਕੇ ਮੈਂ ਵੀ ਆਉਣ ਲੱਗਾ ਗਵਰਨਰ ਨੂੰ ਤੇ ਮੁੱਖ ਮੰਤਰੀ ਨੂੰ ਭੇਜ ਆਇਆ ਸੀ। ਭਾਵੇਂ ਬਣਦਾ ਹੀ ਸੀ ਕਿ ਇਹਨਾਂ ਬਾਰੇ ਜੋ ਮੇਰੇ ਬਰਖਲਾਫ ਝੂਠ ਤੂਫਾਨ ਤੋਲੀ ਜਾਂਦੇ ਸਨ ਵੀ ਸਰਕਾਰ ਨੂੰ ਪਤਾ ਲੱਗੇ ਕਿ ਇਹ ਕੀ ਹੈ ਤੇ ਕੌਣ ਹਨ। ਫਿਰ ਵੀ ਹੁਣ ਮੈਂ ਸੋਚਦਾ ਕਿ ਮੈਨੂੰ ਇਹਨਾਂ ਹੇਠਾਂ ਨਹੀਂ ਸੀ ਉਤਰਨਾ ਚਾਹੀਦਾ ਤੇ ਕੱਚਾ ਚਿੱਠਾ ਨਹੀਂ ਸੀ ਲਿਖਣਾ ਚਾਹੀਦਾ। ਖੈਰ, ਜੋ ਕੁਝ ਹੋਇਆ ਇਸ ਅਰਸੇ ਵਿੱਚ ਸ਼ੁਗਲ ਕਾਫੀ ਰਿਹਾ, ਕਿਉਂਕਿ ਮੈਂ ਅਗਲੀ ਟਰਮ ਵਿੱਚ ਕੋਈ ਦਿਲਚਸਪੀ ਨਹੀਂ ਸੀ ਰੱਖਦਾ। ਮੇਰੇ ਵਾਸਤੇ ਇਹ ਸਭ ਇੱਕ ਤਮਾਸ਼ਾ ਸੀ ਜਿਹਦਾ ਮੈਂ ਲੁਤਫ ਮਾਣਿਆ। ਬਾਅਦ ਵਿੱਚ ਇਹਨਾਂ ਚੋਂ ਕਈਆਂ ਨੇ ਆਪਣੇ ਕੀਤੇ ਦੀ ਮੇਰੇ ਕੋਲੋਂ ਮਾਫੀ ਵੀ ਮੰਗੀ। ਮੈਂ ਸਮਝਦਾ ਜੋ ਕੁਝ ਵੀ ਹੋਇਆ, ਹੁਣ ਜਿਨ੍ਹਾਂ ਵਿੱਚੋਂ ਕਈ ਚੰਗੇ ਬੰਦੇ ਸਨ, ਆਪਣੇ ਸਵਾਰਥ ਵਿੱਚ ਆਰਜ਼ੀ ਤੌਰ 'ਤੇ ਲਪੇਟੇ ਗਏ। ਮਿਸਾਲ ਵਜੋਂ ਦਲੀਪ ਕੌਰ ਟਿਵਾਣਾ ਪੰਜਾਬੀ ਦੀ ਮੰਨੀ ਪ੍ਰਮੰਨੀ ਲੇਖਿਕਾ ਹੈ। ਮੇਰੇ ਦਿਲ 'ਚ ਇਹਨਾਂ ਦਾ ਬਹੁਤ ਸਤਿਕਾਰ ਹੈ। ਬਾਅਦ ਵਿੱਚ ਮੈਂ ਇਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਦੇ ਪੁਰਸਕਾਰ ਨਾਲ ਸਨਮਾਨਿਤ ਕਰਨ ਵਿੱਚ ਵੀ ਸਮਰਥਨ ਦਿੱਤਾ ਤੇ ਮੈਨੂੰ ਹਾਰਦਿਕ ਖੁਸ਼ੀ ਹੈ ਕਿ ਅਕਾਦਮੀ ਨੇ ਇਹ ਸਨਮਾਨ ਦਿੱਤਾ। ਇਹ ਵੀ ਆਦਰ ਨਾਲ ਆਪਣੀ ਹਰ ਕਿਰਤ ਮੈਨੂੰ ਭੇਜਦੇ ਹਨ ਤੇ ਮੈਂ ਪੜ੍ਹ ਕੇ ਟਿੱਪਣੀ ਵੀ ਕਰਦਾ। ਮੇਰਾ ਇਹਨਾਂ ਨਾਲ ਕੋਈ ਨਿੱਜੀ ਵਿਰੋਧ ਨਹੀਂ। ਮੇਰੇ ਵਾਸਤੇ ਇਹ ਸਾਰੇ ਸਤਿਕਾਰਤ ਅਧਿਆਪਕ ਹਨ। ਇਹਨਾਂ 6 ਵਿੱਚ ਇੱਕ ਬੀਬੀ ਸੀ ਜਿਸ ਬਾਰੇ ਮੈਂ ਕੁਝ ਕਹਿਣਾ ਚਾਹਾਂਗਾ। ਇਹ ਮੇਰੀ ਰਿਸ਼ਤੇਦਾਰ ਵੀ ਸੀ। ਇਹਦੇ ਕੁਝ ਪੁਰਾਣੇ ਰਹਿੰਦੇ ਹੱਕ ਮੈਂ ਇਹਨੂੰ ਦਿੱਤੇ, ਪਰ ਇਹਦੀਆਂ ਆਸਾਂ ਕਿਤੇ ਵੱਧ ਸਨ, ਜਿਸ ਕਰਕੇ ਮੇਰੇ ਮੁਅੱਜ਼ਜ਼ ਰਿਸ਼ਤੇਦਾਰਾਂ ਤੋਂ ਬਹੁਤ ਵਾਰ ਕੁਹਾ ਵੀ ਚੁੱਕੇ ਸੀ। ਇਹਨੂੰ ਜਦ ਆਪਣੇ ਹੱਕ ਤੋਂ ਉੱਪਰ ਕੁਝ ਨਾ ਮਿਲਿਆ ਤਾਂ ਇਹ ਮੇਰੇ ਖਿਲਾਫ ਹੋ ਗਈ। ਮਾੜੀ ਕਿਸਮਤ ਨੂੰ ਇਹ ਇੱਕ ਬੇਈਮਾਨੀ ਕਰ ਬੈਠੀ। ਕਿਸੇ ਕਲਾਕਾਰ ਦੇ ਪੈਸੇ ਦਿੱਤੇ ਬਗੈਰ ਹੀ ਰਸੀਦ ਲੈ ਲਈ ਤੇ ਕਈ ਹਜ਼ਾਰ ਰੁਪਏ ਹਜ਼ਮ ਕਰ ਗਈ। ਜਦੋਂ ਕਲਾਕਾਰ ਨੇ ਮੈਨੂੰ ਪਹੁੰਚ ਕੀਤੀ ਤਾਂ ਮੈਂ ਇਸ ਤੋਂ ਪੈਸੇ ਕਢਾ ਲਏ, ਪਰ ਇਹਨੂੰ ਕਚਹਿਰੀ ਘਸੀਟ ਹੋਣ ਤੋਂ ਬਚਾ ਲਿਆ। ਇਹਨੂੰ ਰਿਸ਼ਤੇਦਾਰ ਹੋਣ ਕਰਕੇ ਮੇਰੇ ਸਾਹਮਣੇ ਕਾਫੀ ਨਮੋਸ਼ੀ ਹੋਈ, ਜਿਹਨੂੰ ਢੱਕਣ ਲਈ ਇਹ ਮੇਰੇ ਨੁਕਸ ਕੱਢਣ ਲੱਗ ਪਈ ਤੇ ਇਸ ਗਰੁੱਪ ਵਿੱਚ ਸ਼ਾਮਲ ਹੋ ਗਈ। ਇਨਸਾਨ ਕਹਿੰਦੇ ਨੇ ਫਿਤਰਤੀ ਤੌਰ 'ਤੇ ਆਪਣੇ ਉੱਤੇ ਆਸਾਨ ਕਰਨ ਵਾਲੇ ਤੋਂ ਦੂਰ ਰਹਿੰਦਾ ਹੈ। ਇਹ ਬੀਬੀ ਭੁੱਲ ਹੀ ਗਈ ਕਿ ਇਹਦੇ ਹੱਕ ਜੋ ਕਿਸੇ ਨਹੀਂ ਸੀ ਦਿੱਤੇ ਉਹ ਮੈਂ ਦਿੱਤੇ। ਇਹਨੂੰ ਕਚਹਿਰੀਆਂ ਦੀ ਖੱਜਲ ਖੁਆਰੀ ਤੋਂ ਬਚਾਇਆ। ਕਿਸ ਤਰ੍ਹਾਂ ਕਈ ਵਾਰੀ ਇਨਸਾਨ ਆਪਣੇ ਨੁਕਸਾਂ ਨੂੰ ਛੋਟਿਆਂ ਕਰਨ ਲਈ ਦੂਜੇ ਦੇ ਔਗੁਣ ਜ਼ਿਆਦਾ ਵੱਡੇ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਇਸ ਹੋੜ 'ਚ ਉਹ ਆਪਣੇ ਹੀ ਦੋਸ਼ਾਂ ਨੂੰ ਚਮਕਾਉਂਦੀ ਫਿਰਦੀ ਹੈ। ਖੈਰ, ਇਸ ਮਾਮੂਲੀ ਜਿਹੀ ਬੇਸੁਆਦੀ ਜੋ ਇਹਨਾਂ 5-6 ਅਧਿਆਪਕਾਂ ਨੇ ਕੀਤੀ ਨੂੰ ਛੱਡ ਕੇ ਅਧਿਆਪਕ ਐਸੋਸੀਏਸ਼ਨ ਨਾਲ ਮੇਰਾ ਸੰਬੰਧ ਬਹੁਤ ਪਿਆਰ ਤੇ ਸਤਿਕਾਰ ਭਰਪੂਰ ਰਿਹਾ। ਮੈਂ ਸਮਝਦਾ ਕਿ ਅਧਿਆਪਕਾਂ ਦੀ ਐਸੋਸੀਏਸ਼ਨ ਆਮ ਯੂਨੀਅਨਾਂ ਨਾਲੋਂ ਵੱਖ ਸੁਭਾਅ ਦੀ ਹੋਣੀ ਜ਼ਰੂਰੀ ਹੈ। ਪੜ੍ਹੇ ਲਿਖੇ ਤੇ ਵਿੱਦਿਆ ਦੀ ਜੋਤ ਜਗਾਉਣ ਵਾਲੇ ਇਹਨਾਂ ਅਧਿਆਪਕਾਂ ਦੀ ਐਸੋਸੀਏਸ਼ਨ ਨੂੰ ਆਪਣੇ ਮੈਂਬਰਾਂ ਵਿੱਚ ਇਨਸਾਨੀ, ਸਮਾਜਿਕ ਤੇ ਵਿੱਦਿਅਕ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣਾ ਚਾਹੀਦਾ ਹੈ। ਇਹਨਾਂ ਐਸੋਸੀਏਸ਼ਨਾਂ ਨੂੰ ਮੈਂ ਸਿਰਫ ਮੰਗਾਂ ਮਨਾਉਣ ਲਈ ਦਬਾਅ ਪਾਉਣ ਵਾਲੇ ਗਰੁੱਪ ਨਹੀਂ ਸਮਝਦਾ, ਸਗੋਂ ਮਾਰਗ ਦਰਸ਼ਨ ਦਾ ਕੰਮ ਅਧਿਆਪਕਾਂ ਲਈ ਇਹਨਾਂ ਸੰਸਥਾਵਾਂ ਨੂੰ ਕਰਨਾ ਬਣਦਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਐਸੋਸੀਏਸ਼ਨ ਨੇ ਮੇਰੇ ਸਮੇਂ ਵਿੱਚ ਇਸ ਪਾਸੇ ਕਾਫੀ ਧਿਆਨ ਦਿੱਤਾ। ਮੇਰੇ ਵਾਈਸ ਚਾਂਸਲਰ ਦੀਆਂ ਜ਼ਿੰਮੇਵਾਰੀਆਂ ਕਾਮਯਾਬੀ ਨਾਲ ਨਿਭਾਉਣ 'ਚ ਇਸ ਐਸੋਸੀਏਸ਼ਨ ਦਾ ਕਾਫੀ ਹੱਥ ਹੈ। ਜਦ ਪ੍ਰਮੋਸ਼ਨ ਸਕੀਮ ਇਸ ਯੂਨੀਵਰਸਿਟੀ 'ਚ ਲਾਗੂ ਕਰਨੀ ਸੀ ਤਾਂ ਸਿਆਸੀ ਸਿੰਡਕਾਂ ਦੀ ਕਾਫੀ ਤਕੜੀ ਵਿਰੋਧਤਾ ਸੀ। ਜਿੱਥੇ ਮੈਂ ਖੋਜ ਕਰਨ ਵਾਲੇ ਵਿਦਵਾਨ ਅਧਿਆਪਕਾਂ ਨੂੰ ਵੀ ਇਸ ਸਕੀਮ ਦੇ ਘੇਰੇ 'ਚ ਲਿਆਉਣਾ ਚਾਹੁੰਦਾ ਸੀ, ਉੱਥੇ ਇਸ ਸਿੰਡਕ ਅਧਿਆਪਕਾਂ ਨੂੰ ਵੀ ਲੰਡੀ ਟੁੱਟੀ ਸਕੀਮ ਦੇਣਾ ਚਾਹੁੰਦੇ ਸਨ। ਮੈਂ ਆਪਣੀ ਸਕੀਮ ਬੜੀ ਮਿਹਨਤ ਨਾਲ ਅਧਿਆਪਕਾਂ ਤੇ ਉਹਨਾਂ ਦੀ ਐਸੋਸੀਏਸ਼ਨ ਨਾਲ ਬੈਠ ਕੇ ਤਿਆਰ ਕੀਤੀ ਸੀ। ਸਿਵਾਏ ਇਹਦੇ ਕਿ ਇਹਨਾਂ ਸਿੰਡਕਾਂ ਦੀ ਅੱਖ 'ਚ ਰੜਕਣ ਵਾਲੇ ਕੁਝ ਵਿਦਵਾਨ ਸਿਰਫ ਖੋਜ ਦਾ ਕੰਮ ਕਰਦੇ ਸਨ ਤੇ ਇਹ ਉਹਨਾਂ ਦਾ ਕੋਈ ਫਾਇਦਾ ਨਹੀਂ ਸੀ ਹੋਣ ਦੇਣਾ ਚਾਹੁੰਦੇ। ਮੈਨੂੰ ਹੋਰ ਕੋਈ ਵਜ੍ਹਾ ਨਹੀਂ ਸੀ ਜਾਪਦੀ ਇਸ ਵਿਰੋਧ ਦੀ, ਜਾਂ ਫਿਰ ਇਹ ਚਾਹੁੰਦੇ ਸਨ ਕਿ ਅਧਿਆਪਕ ਇਹਨਾਂ ਦੁਆਲੇ ਗੇੜੇ ਮਾਰਦੇ ਫਿਰ। ਆਖਿਰ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਮੈਂ ਇਹਨਾਂ ਸਿੰਡਕਾਂ ਨੂੰ ਇਹ ਵੰਗਾਰ ਦਿੱਤੀ ਕਿ ਜੇ ਉਹਨਾਂ ਇਸ ਸਕੀਮ ਨੂੰ ਇਸੇ ਤਰ੍ਹਾਂ ਸਪੋਰਟ ਨਾ ਕੀਤਾ ਤਾਂ ਮੈਂ ਇਹ ਬਹੁਮਤ ਨਾਲ ਪਾਸ ਕਰਵਾ ਦਿਆਂਗਾ ਤੇ ਆਪ ਅਸਤੀਫਾ ਦੇ ਦਿਆਂਗਾ। ਇਸ ਸਭ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ। ਆਖਿਰ ਉਹ ਵੀ ਚੇਤਨ ਸਿਆਸੀ ਲੀਡਰ ਸਨ। ਇਸ ਸਥਿਤੀ ਨੂੰ ਸਮਝ ਗਏ ਤੇ ਸਕੀਮ ਪਾਸ ਹੋ ਗਈ। ਇਸ ਨਾਲ ਅਧਿਆਪਕ ਤੇ ਦੂਸਰੇ ਵਿਦਵਾਨ ਕਾਫੀ ਖੁਸ਼ ਤੇ ਸੰਤੁਸ਼ਟ ਹੋਏ। ਮੈਂ ਸਮਝਦਾ ਹਾਂ ਤੇ ਮੈਂ ਇਹ ਆਪਣੀ ਸੋਚ ਸਪਸ਼ਟ ਕਰਕੇ ਸਿੰਡੀਕੇਟ ਅੱਗੇ ਰੱਖੀ ਕਿ ਯੂਨੀਵਰਸਿਟੀ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਇਹ ਜ਼ਰੂਰੀ ਹੈ ਕਿ ਜੋ ਵੀ ਫੈਸਲੇ ਅਧਿਆਪਕਾਂ ਤੇ ਕਰਮਚਾਰੀਆਂ ਦੇ ਹੱਕ ਦੇ ਹੋਣ, ਉਹਦਾ ਸਾਰਾ ਸਿਹਰਾ ਵਾਈਸ ਚਾਂਸਲਰ ਦੇ ਸਿਰ 'ਤੇ ਵੱਜਣਾ ਜ਼ਰੂਰੀ ਹੈ। ਜੋ ਫੈਸਲੇ ਉਹਨਾਂ ਦੇ ਹੱਕ ਵਿੱਚ ਨਾ ਹੋਣ, ਉਹਦੀ ਜ਼ਿੰਮੇਵਾਰੀ ਸਿੰਡੀਕੇਟ ਦੀ ਸਾਂਝੀ ਸਮਝਣੀ ਚਾਹੀਦੀ ਹੈ। ਇਹ ਇੱਕ ਪ੍ਰਸ਼ਾਸਕੀ ਨੀਤੀ ਹੈ। ਮੈਨੂੰ ਇਹ ਖੁਸ਼ੀ ਹੈ ਕਿ ਸਿੰਡੀਕੇਟ ਨੇ ਇਸ ਪੱਖ 'ਤੇ ਮੇਰੀ ਸਹਾਇਤਾ ਵੀ ਕੀਤੀ। ਬਾਅਦ ਵਿੱਚ ਜਦ ਪ੍ਰਮੋਸ਼ਨ ਸਕੀਮ ਲਾਗੂ ਹੋਈ ਤਾਂ ਬਹੁਤ ਸਾਵਧਾਨੀ ਵਰਤੀ ਗਈ। ਕੋਈ ਪ੍ਰਮੋਸ਼ਨ ਪੂਰੀ ਛਾਣਬੀਣ ਤੋਂ ਬਿਨਾਂ ਪੂਰੀ ਨਹੀਂ ਕੀਤੀ। ਇੱਥੋਂ ਤੱਕ ਕਿ ਐਸੋਸੀਏਸ਼ਨ ਦੇ ਪ੍ਰਧਾਨ ਦੀ ਵੀ ਪ੍ਰਮੋਸ਼ਨ ਨਾ ਹੋ ਸਕੀ
ਤੇ ਉਹਦੀ ਵਜ੍ਹਾ ਤੇ ਕਮੀਆਂ ਇੰਟਰਵਿਊ ਦੇ ਟੇਬਲ ਉੱਤੇ ਹੀ ਉਹਨੂੰ ਦੱਸ ਦਿੱਤੀਆਂ ਗਈਆਂ। ਇਸ ਪ੍ਰਧਾਨ ਸੇਖੋਂ ਦੀ ਮੇਰੇ ਦਿਲ 'ਚ ਬਹੁਤ ਕਦਰ ਹੈ। ਇਹਨੇ ਆਪਣੀ ਪ੍ਰਮੋਸ਼ਨ ਨਾ ਹੋਣ 'ਤੇ ਇੱਕ ਵਾਰ ਵੀ ਗਿਲਾ ਨਾ ਕੀਤਾ, ਕਦੀ ਵੀ ਆਪਣੀ ਇਸ ਪੋਜੀਸ਼ਨ ਦੀ ਇਸ ਪਾਸੇ ਦੁਰਵਰਤੋਂ ਨਹੀਂ ਕੀਤੀ ਤੇ ਕਮੇਟੀ ਦੇ ਫੈਸਲੇ ਨੂੰ ਠੀਕ ਮੰਨਿਆ। ਕਿੰਨੇ ਕੁ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ ਜੋ ਇਹੋ ਜਿਹੀ ਉਦਾਰਤਾ ਦਿਖਾ ਸਕਦੇ ਹਨ। ਵਿਦਿਆਰਥੀ ਯੂਨੀਅਨ। ਮੈਂ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਆਪਣੇ ਬੱਚਿਆਂ ਵਾਂਗ ਵੇਖਿਆ ਹੈ। ਇਹਨਾਂ ਦੀਆਂ ਭੋਲੀਆਂ ਸ਼ਰਾਰਤਾਂ ਨੂੰ ਵੀ ਖਾਸ ਆਨੰਦ ਨਾਲ ਮਾਣਿਆ। ਵਿਦਿਆਰਥੀਆਂ ਨਾਲ ਕਿਸੇ ਵੇਲੇ ਵੀ ਕਦੀ ਮੈਨੂੰ ਕੋਈ ਔਕੜ ਪੇਸ਼ ਨਹੀਂ ਆਈ। ਲੁਧਿਆਣਾ ਯੂਨੀਵਰਸਿਟੀ ਵਿੱਚ ਵੀ ਮੈਂ ਆਪਣੇ ਪਿਆਰ ਸਤਿਕਾਰ ਵਾਲੇ ਵਿਦਿਆਰਥੀ ਸੰਬੰਧਾਂ ਨੂੰ ਮਾਣਿਆ। ਇੱਕ ਵਾਰ ਲੁਧਿਆਣੇ ਵਿਦਿਆਰਥੀਆਂ ਨੇ ਬੜੀ ਸਖਤੀ ਨਾਲ ਤੇ ਲੰਬੀ ਹੜਤਾਲ ਕੀਤੀ। ਆਖਰ ਯੂਨੀਵਰਸਿਟੀ ਅਧਿਕਾਰੀਆਂ ਨੇ ਕਲਾਸਾਂ ਖਤਮ ਕਰ ਹੋਸਟਲ ਖਾਲੀ ਕਰਨ ਦਾ ਹੁਕਮ ਦੇ ਦਿੱਤਾ। ਇੱਕ ਹੋਸਟਲ 'ਚ ਅਸੀਂ 5-7 ਅਧਿਆਪਕ ਵਿਦਿਆਰਥੀਆਂ ਨੂੰ ਇਸ ਬਾਰੇ ਕਹਿ ਕੇ ਜਦ ਮੁੜੇ ਤਾਂ ਕੋਈ 500-600 ਵਿਦਿਆਰਥੀਆਂ ਦਾ ਜਲੂਸ ਸਾਡੇ ਵੱਲ ਭੜਕਿਆ ਹੋਇਆ ਨਾਅਰੇ ਮਾਰਦਾ ਆਇਆ। ਅਧਿਆਪਕ ਫਟਾਫਟ ਚਲੇ ਗਏ, ਪਰ ਮੈਂ ਉੱਥੇ ਖੜ ਗਿਆ। ਜਦ ਮੈਂ ਕਹਿਣ 'ਤੇ ਵੀ ਨਾ ਉੱਥੋਂ ਹਿੱਲਿਆ ਤਾਂ ਮੇਰਾ ਇੱਕ ਅਧਿਆਪਕ ਦੋਸਤ ਮੁੜ ਮੇਰੇ ਪਾਸ ਆ ਗਿਆ। ਇਹ ਜ਼ਿੰਦਗੀ ਦਾ ਮੇਰਾ ਪੱਕਾ ਦੋਸਤ ਗੁਰਬਚਨ ਸਿੰਘ ਕਿਸੇ ਸੂਰਤ ਵਿੱਚ ਵੀ ਮੈਨੂੰ ਇਕੱਲਿਆਂ ਛੱਡ ਕੇ ਜਾਣ ਵਾਲਾ ਨਹੀਂ ਸੀ। ਸਾਨੂੰ ਵਿਦਿਆਰਥੀਆਂ ਨੇ ਘੇਰ ਕੇ ਜ਼ੋਰ-ਜ਼ੋਰ ਦੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਅਸੀਂ ਚੁੱਪ ਕਰਕੇ ਸੁਣਦੇ ਰਹੇ। ਜਦ 5-10 ਮਿੰਟਾਂ ਪਿੱਛੋਂ ਨਾਅਰੇ ਬੰਦ ਹੋਏ ਤਾਂ ਮੈਂ ਪਿਆਰ ਨਾਲ ਕਿਹਾ, ਬੇਟਾ ਹੋਰ ਨਾਅਰੇ ਲਾਓ, ਮੈਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਰਹੇ ਨੇ। ਮੈਂ ਤੁਹਾਡੇ ਵਿੱਚ ਆਪਣੇ ਆਪ ਨੂੰ ਵੇਖ ਰਿਹਾ। ਮੈਨੂੰ ਵੀ ਬੜੀ ਤਸੱਲੀ ਹੁੰਦੀ ਸੀ ਨਾਅਰੇ ਲਾ ਕੇ। ਇਹ ਸੁਣ ਕੇ ਉਹਨਾਂ ਇੱਕ ਅੱਧਾ ਮਿੰਟ ਹੋਰ ਨਾਅਰੇਬਾਜ਼ੀ ਕੀਤੀ। ਜਦ ਚੁੱਪ ਹੋਏ ਤਾਂ ਮੈਂ ਪਿਆਰ ਤੇ ਸੁਹਿਰਦਤਾ ਨਾਲ ਕਿਹਾ ਕਿ ਇੰਜ ਤਾਂ ਕੋਈ ਗੱਲ ਹੋ ਨਹੀਂ ਸਕਣੀ। ਜੇ ਤੁਹਾਨੂੰ ਮਨਜ਼ੂਰ ਹੋਵੇ ਤਾਂ ਮੇਰੇ ਦਫ਼ਤਰ 'ਚ ਤੁਹਾਡੇ ਨੁਮਾਇੰਦੇ ਆ ਜਾਣ। ਚਲੋ ਨਾਲੇ ਚਾਹ ਪੀਆਂਗੇ, ਨਾਲੇ ਗੱਲਬਾਤ ਕਰਾਂਗੇ। ਕੋਈ 20-25 ਵਿਦਿਆਰਥੀ ਮੇਰੇ ਨਾਲ ਤੁਰ ਪਏ। ਅਸੀਂ ਹੱਸਦਿਆਂ ਗੱਲਾਂ ਕਰਦਿਆਂ 1 ਘੰਟਾ ਚਾਹ ਪੀਤੀ। ਫੈਸਲਾ ਹੋਇਆ ਕਿ ਕੱਲ੍ਹ ਸਵੇਰੇ ਹੜਤਾਲ ਖਤਮ ਕਰ ਦਿੱਤੀ ਜਾਏਗੀ ਤੇ ਮੇਰੀ ਜ਼ਿੰਮੇਵਾਰੀ 'ਤੇ ਹੋਏਗੀ ਤੇ ਵਿਦਿਆਰਥੀ ਹਿੱਤਾਂ ਦੀ ਰਾਖੀ ਮੈਨੂੰ ਕਰਨੀ ਪਏਗੀ। ਇੱਕ ਦਿਨ ਵਿੱਚ ਹੀ ਮਾਮਲਾ ਰਫਾ ਦਫਾ ਹੋ ਗਿਆ। ਵਿਦਿਆਰਥੀ ਨੌਜਵਾਨ ਬੜੇ ਹੱਸਾਸ ਹੁੰਦੇ ਹਨ। ਉਹਨਾਂ ਤੋਂ ਤਾਂ ਜੋ ਮਰਜ਼ੀ ਮਨਵਾ ਲਓ, ਜੋ ਮਰਜ਼ੀ ਕਰਵਾ ਲਓ। ਸਿਰਫ ਪਿਆਰ ਤੇ ਸੁਹਿਰਦਤਾ ਦੀ ਲੋੜ ਹੁੰਦੀ ਹੈ। ਜੋ ਪ੍ਰਸ਼ਾਸਕ ਵਿਦਿਆਰਥੀਆਂ ਨਾਲ ਨਹੀਂ ਨਿਪਟ ਸਕਦਾ, ਉਹ ਪ੍ਰਸ਼ਾਸਕ ਕਿਸੇ ਨਾਲ ਵੀ ਨਹੀਂ ਨਿਪਟ ਸਕਦਾ। ਅਸਲ ਵਿੱਚ ਉਹ ਵਿਦਿਅਕ ਪ੍ਰਸ਼ਾਸਨ ਦੇ ਲਾਇਕ ਹੀ ਨਹੀਂ ਹੁੰਦਾ। ਵਿਦਿਆਰਥੀ ਨੌਜਵਾਨ ਤਾਂ ਇੰਨੇ ਸਾਫ਼ ਦਿਲ ਹੁੰਦੇ ਨੇ ਕਿ ਮੂੰਹ ਵਾਂਗੂ ਮੋੜ ਕੇ ਇਹਨਾਂ ਦਾ ਜੋ ਜੀ ਚਾਹੋ ਬਣਾ ਲਓ, ਪਰ ਅੰਦਰ ਇੱਕ ਮਾਪੇ ਵਾਲੀ ਭਾਵਨਾ ਤੇ ਬੱਚਿਆਂ ਪ੍ਰਤੀ ਦਰਦ ਤੇ ਪਿਆਰ ਹੋਣਾ ਜ਼ਰੂਰੀ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਮੈਂ ਪਹਿਲੇ 2 ਮਹੀਨਿਆਂ ਵਿੱਚ ਹੀ ਇੱਕ ਮੀਟਿੰਗ ਕੀਤੀ, ਜਿਸ ਵਿੱਚ ਤਕਰੀਬਨ ਹਰ ਗਰੁੱਪ ਦੇ ਵਿਦਿਆਰਥੀ ਸੱਦੇ। ਸੈਨੇਟ ਹਾਲ 'ਚ ਕੋਈ 80 ਵਿਦਿਆਰਥੀ ਸਨ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ 'ਚ ਤਕਰੀਬਨ ਹਰ ਪਾਰਟੀ ਦੇ ਕਰਿੰਦੇ ਸਨ। ਮੈਂ ਹਰ ਰੰਗ ਦੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੂੰ ਬੁਲਾਇਆ। ਤਕਰੀਬਨ 3 ਘੰਟੇ ਗੱਲਬਾਤ ਤੇ ਵਿਚਾਰ ਵਟਾਂਦਰਾ ਚੱਲਦਾ ਰਿਹਾ। ਸਟੂਡੈਂਟ ਯੂਨੀਅਨ ਦੀਆਂ ਚੋਣਾਂ ਹੋਣੀਆਂ ਸਨ ਤੇ ਮੈਂ ਇੰਗਲੈਂਡ ਵਿੱਚ ਇੱਕ ਮੀਟਿੰਗ 'ਚ ਜਾਣਾ ਸੀ। ਮੈਨੂੰ ਫਿਕਰ ਸੀ ਕਿ ਮੇਰੇ ਪਿੱਛੋਂ ਕੋਈ ਗੜਬੜ ਨਾ ਹੋ ਜਾਏ। ਇਸ ਯੂਨੀਵਰਸਿਟੀ 'ਚ ਇਹਨਾਂ ਚੋਣਾਂ ਵਿੱਚ ਆਮ ਤੌਰ 'ਤੇ ਕਾਫੀ ਨੁਕਸਾਨ ਹੋ ਜਾਂਦਾ ਸੀ ਤੇ ਗੋਲੀ ਵੀ ਚੱਲ ਜਾਂਦੀ ਸੀ। ਇਸ ਮੀਟਿੰਗ ਨਾਲ ਇਹ ਫਾਇਦਾ ਹੋਇਆ ਕਿ ਆਪਸੀ ਵਿਸ਼ਵਾਸ ਕਾਇਮ ਹੋ ਗਿਆ। ਮੈਨੂੰ ਵਿਦਿਆਰਥੀਆਂ ਨੇ ਯਕੀਨ ਦਿਵਾਇਆ ਕਿ ਤੁਸੀਂ ਆਰਾਮ ਨਾਲ ਜਾਓ ਅਤੇ ਯੂਨੀਵਰਸਿਟੀ ਸਾਡੀ ਜ਼ਿੰਮੇਵਾਰੀ 'ਤੇ ਛੱਡ ਜਾਓ। ਚੋਣਾਂ ਅੱਗੇ ਪਾ ਦਿੱਤੀਆਂ ਗਈਆਂ। ਇਸ ਪਹਿਲੀ ਮੁਲਾਕਾਤ ਤੋਂ ਪਿੱਛੋਂ ਕਦੀ ਐਸਾ ਮੌਕਾ ਨਹੀਂ ਆਇਆ ਕਿ ਵਿਦਿਆਰਥੀਆਂ ਨੇ ਮੈਨੂੰ ਕੋਈ ਸਮੱਸਿਆ ਖੜੀ ਕੀਤੀ। ਸਾਰੇ ਮਸਲੇ ਬੈਠ ਕੇ ਗੱਲਬਾਤ ਕਰਕੇ ਹੱਲ ਕਰ ਲੈਂਦੇ ਸਾਂ। ਜਦ ਚੋਣਾਂ ਹੋਈਆਂ ਉਦੋਂ ਸਰਕਾਰ ਚੋਣਾਂ ਦੇ ਹੱਕ 'ਚ ਨਹੀਂ ਸੀ, ਪਰ ਇਸ ਤੋਂ ਪਹਿਲਾਂ ਕਿ ਕੋਈ ਲਿਖਤੀ ਰੋਕ ਲੱਗ ਜਾਏ ਮੈਂ ਚੋਣਾਂ ਕਰਵਾ ਲਈਆਂ। ਮੈਂ ਸ਼ੁਰੂ ਤੋਂ ਹੀ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਦੀਆਂ ਚੁਣੀਆਂ ਹੋਈਆਂ ਯੂਨੀਅਨਾਂ ਜਾਂ ਐਸੋਸੀਏਸ਼ਨਾਂ ਦੇ ਹੱਕ ਵਿੱਚ ਸਾਂ। ਮੈਂ ਸਮਝਦਾ ਸਾਂ ਕਿ ਜੇ ਇਸ ਤਰ੍ਹਾਂ ਠੀਕ ਨੁਮਾਇੰਦਗੀ ਦੀਆਂ ਯੂਨੀਅਨਾਂ ਨਾ ਹੋਣ ਤਾਂ ਸਿਆਸੀ ਪਾਰਟੀਆਂ ਦੇ ਆਧਾਰ 'ਤੇ ਕਈ ਗਰੁੱਪ ਉੱਠ ਖੜ੍ਹੇ ਹੁੰਦੇ ਹਨ। ਇਹਨਾਂ ਦੇ ਸਵਾਰਥ ਵੀ ਵੱਖੋ ਵੱਖਰੇ ਹੁੰਦੇ ਹਨ ਤੇ ਪਹੁੰਚ ਵੀ। ਬਹੁਤੀ ਵਾਰੀ ਕੋਈ ਵੀ ਫੈਸਲਾ ਜੇ ਇੱਕ ਗਰੁੱਪ ਨੂੰ ਸਵੀਕਾਰ ਹੁੰਦਾ ਤਾਂ ਦੂਜੇ ਨੂੰ ਨਹੀਂ। ਇਹ ਮਸਲਾ ਚੁਣੀ ਹੋਈ ਯੂਨੀਅਨ ਰਾਹੀਂ ਆਸਾਨੀ ਨਾਲ ਹੱਲ ਹੋ ਜਾਂਦਾ ਹੈ। ਜਦ ਚੋਣਾਂ ਮਿੱਥੀਆਂ ਗਈਆਂ ਤਾਂ ਸਰਕਾਰ ਨੇ ਕਾਫੀ ਮੱਥੇ ਵੱਟ ਪਾਇਆ, ਪਰ ਵਿਦਿਆਰਥੀਆਂ ਨੇ ਮੈਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਅਮਨ ਚੈਨ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਉਸ ਵੇਲੇ ਅਸੀਂ ਬਿਲਡਿੰਗਾਂ ਤੇ ਕੰਧਾਂ ਦੇ ਤਾਜ਼ੇ ਰੰਗ ਕਰਵਾਏ ਹੋਏ ਸਨ। ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਗਰੁੱਪ ਕਿਸੇ ਕੰਧ ਜਾਂ ਬਿਲਡਿੰਗ ਜਾਂ ਸੜਕ ਉੱਤੇ ਕੋਈ ਸਲੋਗਨ ਆਦਿ ਨਹੀਂ ਲਿਖੇਗਾ। ਹਰ ਬਿਲਡਿੰਗ ਤੇ ਮੋੜਾਂ, ਚੌਰਾਹਿਆਂ ਆਦਿ ਉੱਤੇ ਵਿਦਿਆਰਥੀਆਂ ਦੀ ਮਰਜ਼ੀ ਦੇ ਬੋਰਡ ਲਾ ਦਿੱਤੇ ਗਏ ਤੇ ਜਗ੍ਹਾ ਵੰਡ ਦਿੱਤੀ ਗਈ, ਜਿਸ ਵਿੱਚ ਪੋਸਟਰ ਲਗਾਏ ਜਾ ਸਕਦੇ ਸੀ ਜਾਂ ਲਿਖਿਆ ਜਾ ਸਕਦਾ ਸੀ। ਇਸ ਤਰ੍ਹਾਂ ਸਾਰੀਆਂ ਚੋਣਾਂ ਦੌਰਾਨ ਕਿਸੇ ਵਿਦਿਆਰਥੀ ਨੇ ਜਾਂ ਜਥੇਬੰਦੀ ਨੇ ਕਿਸੇ ਕੰਧ, ਬਿਲਡਿੰਗ ਜਾਂ ਸੜਕ ਉੱਤੇ ਇੱਕ ਵੀ ਲਕੀਰ ਤੱਕ ਨਾ ਮਾਰੀ। ਚੋਣ ਵਾਲੇ ਦਿਨ ਵਿਦਿਆਰਥੀਆਂ ਦੀ ਸਲਾਹ ਨਾਲ ਪੁਲਿਸ ਦੀ ਇੱਕ ਟੁਕੜੀ ਵੀ ਬੁਲਾ ਲਈ
ਤਾਂ ਜੋ ਬਾਹਰੋਂ ਕੋਈ ਸ਼ਰਾਰਤ ਨਾ ਕਰੇ। ਦੁਪਹਿਰ ਵੇਲੇ ਵਿਦਿਆਰਥੀਆਂ ਨੇ ਬੇਨਤੀ ਕੀਤੀ ਕਿ ਉਹਨਾਂ ਦੀ ਜ਼ਿੰਮੇਵਾਰੀ 'ਤੇ ਯੂਨੀਵਰਸਿਟੀ ਦੇ ਗੇਟ, ਕਾਰਾਂ, ਟਰਾਲੀਆਂ ਆਦਿ ਲਈ ਖੋਲ੍ਹ ਦਿੱਤੇ ਜਾਣ। ਇਹ ਵੀ ਕਰ ਦਿੱਤਾ ਕਿਉਂਕਿ ਮੈਨੂੰ ਉਹਨਾਂ 'ਤੇ ਪੂਰਾ ਭਰੋਸਾ ਸੀ। ਸਭ ਅਮਨ ਚੈਨ ਨਾਲ ਚੋਣਾਂ ਹੋ ਗਈਆਂ। ਜਦ ਗਿਣਤੀ ਹੋਈ ਤਾਂ ਪ੍ਰਧਾਨ ਦੇ 2 ਪਾਸਿਆਂ ਦੇ ਉਮੀਦਵਾਰਾਂ 'ਚ ਸਿਰਫ 1 ਵੋਟ ਦਾ ਫਰਕ ਤੇ 1 ਵੋਟ ਗੁੰਮ ਸੀ। 3 ਵਾਰ ਸਾਰਿਆਂ ਨੁਮਾਇੰਦਿਆਂ ਸਾਹਮਣੇ ਗਿਣਤੀ ਹੋਈ। ਚੌਥੀ ਵਾਰ ਵੋਟ ਮਿਲ ਗਈ ਤੇ 1 ਉਮੀਦਵਾਰ 2 ਵੋਟਾਂ ਤੇ ਜਿੱਤ ਗਿਆ। ਇੰਨੇ ਸਖਤ ਮੁਕਾਬਲੇ ਦੇ ਬਾਵਜੂਦ ਹਾਰਨ ਵਾਲੇ ਗਰੁੱਪ ਨੇ ਬਹੁਤ ਉਦਾਰਤਾ ਨਾਲ ਹਾਰ ਮੰਨੀ ਤੇ ਜਿੱਤੇ ਹੋਏ ਉਮੀਦਵਾਰ ਨੂੰ ਮੁਬਾਰਕ ਦਿੱਤੀ। ਇੰਨੇ ਪਿਆਰ ਤੇ ਅਮਨ ਚੈਨ ਨਾਲ ਕਦੀ ਇਸ ਯੂਨੀਵਰਸਿਟੀ 'ਚ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਸ਼ਾਇਦ ਹੀ ਹੋਈਆਂ ਹੋਣ। ਇਹ ਨਤੀਜਾ ਸੀ ਵਿਦਿਆਰਥੀਆਂ ਪ੍ਰਤੀ ਪਿਆਰ ਤੇ ਵਿਸ਼ਵਾਸ ਦਾ। ਇੱਕ ਸਿਫਤ ਵਾਲੀ ਗੱਲ ਹੈ ਕਿ ਮੇਰੀ ਪੂਰੀ ਟਰਮ ਵਿੱਚ ਕਦੀ ਕਿਸੇ ਕੰਧ, ਇਮਾਰਤ ਜਾਂ ਸੜਕ ਉੱਤੇ ਕੋਈ ਸਲੋਗਨ ਆਦਿ ਨਹੀਂ ਲਿਖੀ ਗਈ, ਕੋਈ ਥਾਂ ਖਰਾਬ ਨਹੀਂ ਕੀਤੀ ਗਈ। ਸਿਰਫ ਇੱਕ ਵਾਰ ਡਰਾਮਾ ਵਿਭਾਗ ਦੇ ਵਿਦਿਆਰਥੀ ਆਪਣੇ ਵਿਭਾਗ ਦੇ ਮੁਖੀ ਤੋਂ ਨਾਰਾਜ਼ ਹੋ ਗਏ ਤੇ 1 ਹਫ਼ਤਾ ਹੜਤਾਲ 'ਤੇ ਰਹੇ। ਆਪਣੇ ਵਿਭਾਗ ਵਾਲੇ ਬਲਾਕ ਤੇ ਕੈਂਟੀਨ ਦੀ ਇਮਾਰਤ ਉੱਤੇ ਨਾਅਰੇ ਲਿਖ ਦਿੱਤੇ। ਮੈਂ ਹਫ਼ਤਾ ਦੇਖਿਆ ਕਿ ਕੋਈ ਫੈਸਲਾ ਹੋ ਜਾਏ, ਪਰ ਕੁਝ ਨਾ ਹੋਇਆ। ਆਖਰ ਮੈਂ ਯੂਨੀਅਨ ਦੇ ਨਾਲ ਵਿਭਾਗ ਦੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੂੰ ਬੁਲਾਇਆ। 15-20 ਮਿੰਟਾਂ 'ਚ ਕੋਈ ਮੰਗ ਮੰਨੇ ਬਗੈਰ ਹੀ ਵਿਦਿਆਰਥੀ ਸੰਤੁਸ਼ਟ ਹੋ ਗਏ। ਮੈਂ ਪੁੱਛਿਆ ਕਿ ਹੁਣ ਜੋ ਤੁਸੀਂ ਕੰਧਾਂ ਖਰਾਬ ਕੀਤੀਆਂ ਹਨ, ਉਹ ਕੌਣ ਸਾਫ਼ ਕਰੇਗਾ? ਵਿਦਿਆਰਥੀਆਂ ਵਿਸ਼ਵਾਸ ਦਿਵਾਇਆ ਕਿ ਉਹ ਆਪੇ ਕਰਨਗੇ। ਦੂਜੇ ਦਿਨ ਆਪ ਹੀ ਕਲੀ ਚੂਨਾ ਲੈ ਕੇ 1 ਦਿਨ ਵਿੱਚ ਵਿਦਿਆਰਥੀ ਸਾਰੇ ਨਾਅਰੇ ਮਿਟਾ ਕੇ ਮੁੜ ਪਾਲਿਸ਼ ਫੇਰ ਦਿੱਤੀ। ਇਹ ਨਜ਼ਾਰਾ ਕਿ ਵਿਦਿਆਰਥੀ ਆਪ ਕਲੀ ਚੂਨਾ ਕਰਨ ਲੱਗੇ ਹੋਏ ਸਨ, ਵੇਖਣ ਵਾਲਾ ਸੀ। ਮੈਂ ਮਾਣ ਨਾਲ ਕਹਿ ਸਕਦਾ ਕਿ ਮੇਰੀ ਸਾਰੀ ਟਰਮ 'ਚ ਜਦ ਵੀ ਵਿਦਿਆਰਥੀ ਮੈਨੂੰ ਕੋਈ ਮੰਗ ਲੈ ਕੇ ਮਿਲੇ, ਹਮੇਸ਼ਾ ਪ੍ਰੋਫੈਸਰ ਸਾਹਿਬ ਕਹਿ ਕੇ ਸੰਬੋਧਨ ਕੀਤਾ। ਆਉਂਦਿਆਂ ਗੋਡੀ ਹੱਥ ਲਾਇਆ ਤੇ ਜਾਂਦਿਆਂ ਗੋਡੀ ਹੱਥ ਲਾਇਆ। ਸਾਡੇ ਆਪਸੀ ਭਾਵ ਤੇ ਪਿਆਰ ਸਤਿਕਾਰ ਇੰਨੇ ਮੁਸ਼ਕਿਲ ਦਿਨਾਂ 'ਚ ਵੀ, ਜਿਨ੍ਹਾਂ 'ਚ ਨੀਲਾ ਤਾਰਾ ਆਪਰੇਸ਼ਨ ਤੇ ਇੰਦਰਾ ਗਾਂਧੀ ਦਾ ਕਤਲ ਵੀ ਹੋਇਆ, ਉਸੇ ਤਰ੍ਹਾਂ ਕਾਇਮ ਰਹੇ। ਇਸ ਤੋਂ ਮੁਸ਼ਕਿਲ ਦਿਨ ਸ਼ਾਇਦ ਹੀ ਕਦੀ ਆਏ ਹੋਣ, ਪਰ ਸਾਡੀ ਯੂਨੀਵਰਸਿਟੀ ਅਡੋਲ ਚੱਲਦੀ ਰਹੀ। ਹਰ ਮੁਸ਼ਕਿਲ ਵਕਤ ਨੂੰ ਅਸੀਂ ਸਾਂਝੇ ਤੌਰ 'ਤੇ ਝੱਲਿਆ। ਇੱਕ ਵਕਤ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਫੌਜ ਨੇ ਕੂਣੀਆਂ ਭਾਰ ਚਲਾਇਆ, ਸਰੀਆਂ ਨਾਲ ਕੁੱਟਿਆ। ਮੈਂ ਮਹਿਸੂਸ ਕੀਤਾ ਕਿ ਸੱਟਾਂ ਮੇਰੇ ਪਿੰਡੇ 'ਤੇ ਵੱਜੀਆਂ ਸਨ। ਸਾਡਾ ਆਪਸੀ ਵਿਸ਼ਵਾਸ ਇੰਨਾ ਸੀ ਕਿ ਅਸੀਂ ਮਿਲ ਕੇ ਜਦ ਆਰਮੀ ਦੇ ਅਫਸਰਾਂ 'ਤੇ ਐਕਸ਼ਨ ਦੀ ਮੰਗ 'ਤੇ ਡਟ ਗਏ ਤਾਂ ਫੌਜੀ ਅਫਸਰ ਰੋਣ ਹਾਕੇ ਹੋ ਗਏ ਤੇ ਉਹਨਾਂ ਨੂੰ ਵਿਦਿਆਰਥੀਆਂ ਤੋਂ ਮਾफ़ੀ ਮੰਗਣੀ ਪਈ। ਇਸ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਕਰੈਕਟਰ ਜੋ ਬਣਿਆ ਉਹ ਇਹ ਸੀ ਕਿ ਮੁੰਡੇ ਕੁੜੀਆਂ ਇਕੱਠੇ ਫਿਰਦੇ ਸਨ, ਕੋਈ ਰੋਕ ਨਹੀਂ ਸੀ, ਪਰ ਕਦੀ ਕਿਸੇ ਕੁਝ ਹੀ ਹਰਕਤ ਨਹੀਂ ਸੀ ਕੀਤੀ ਤੇ ਕਿਸੇ ਬਾਹਰਲੇ 'ਚ ਹਿੰਮਤ ਨਹੀਂ ਸੀ ਕਿ ਕੋਈ ਸ਼ਰਾਰਤ ਕਰ ਜਾਏ। ਕਿਸੇ ਵੀ ਗਲਤੀ ਤੋਂ ਸਜ਼ਾ ਦੇਣ ਵਿੱਚ ਕਦੀ ਕੋਤਾਹੀ ਨਹੀਂ ਸੀ ਕੀਤੀ। ਜੇ ਕੋਈ ਵਿਦਿਆਰਥੀ ਹੋਸਟਲ ਵਿੱਚ ਸ਼ਰਾਬ ਪੀਤੀ ਜਾਂ ਪੀਂਦਾ ਫੜਿਆ ਜਾਏ ਤਾਂ ਉਹਨੂੰ ਹੋਸਟਲ ਤੋਂ ਕੱਢ ਦਿੱਤਾ ਜਾਂਦਾ ਸੀ ਤੇ ਹੋਸਟਲ 'ਚ ਉਹਦਾ ਜਾਣਾ ਬੰਦ ਕਰ ਦਿੱਤਾ ਜਾਂਦਾ ਸੀ। ਜੇ ਕੋਈ ਉਹਨੂੰ ਹੋਸਟਲ 'ਚ ਆਪਣੇ ਕੋਲ ਰੱਖਦਾ ਸੀ ਜਾਂ ਲੈ ਜਾਂਦਾ ਸੀ, ਉਹਨੂੰ ਵੀ ਹੋਸਟਲ 'ਚੋਂ ਕੱਢ ਦਿੱਤਾ ਜਾਂਦਾ ਸੀ। ਇਸ ਵਿੱਚ ਉੱਕਾ ਢਿੱਲ ਨਹੀਂ ਸੀ ਦਿੱਤੀ ਜਾਂਦੀ। ਇਸ ਡਿਸਿਪਲਿਨ ਨੂੰ ਆਮ ਵਿਦਿਆਰਥੀ ਕਾਫੀ ਪਸੰਦ ਕਰਦੇ ਰਹੇ। ਜਦ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਤਾਂ ਕੁਝ ਅਮਨ ਚੈਨ ਦਾ ਵਾਤਾਵਰਨ ਹੋਇਆ, ਪਰ ਖਾੜਕੂ ਲਹਿਰ ਫਿਰ ਵੀ ਕਾਫੀ ਜ਼ੋਰ ਫੜ ਰਹੀ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿਦਿਆਰਥੀ ਕਾਫੀ ਹੌਸਲਾ ਫੜ ਗਏ ਸਨ। ਜੋ ਲੋਕ ਛਿਪੇ ਸਨ, ਉਹਨਾਂ ਨੇ ਵੀ ਸਿਰੀਆਂ ਕੱਢੀਆਂ ਸਨ। ਇੱਕ ਦਿਨ ਫੈਡਰੇਸ਼ਨ ਦੇ ਵਿਦਿਆਰਥੀਆਂ ਮੈਥੋਂ ਇਜਾਜ਼ਤ ਮੰਗੀ ਕਿ ਉਹਨਾਂ ਨੂੰ ਅਖੰਡ ਪਾਠ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਏ ਤਾਂ ਜੋ ਇਮਤਿਹਾਨਾਂ ਤੋਂ ਪਹਿਲਾਂ ਆਪਣੀ ਕਾਮਯਾਬੀ ਦੀ ਅਰਦਾਸ ਕਰ ਸਕਣ। ਇਹ ਗੁਰੂ ਗੋਬਿੰਦ ਸਿੰਘ ਭਵਨ ਵਿੱਚ, ਜਿੱਥੇ 5 ਧਰਮਾਂ ਦਾ ਮੁਕਾਬਲਤਨ ਅਧਿਐਨ ਤੇ ਖੋਜ ਹੁੰਦੀ ਸੀ, ਉੱਥੇ ਹਰ ਸਾਲ ਇੱਕ ਪਾਠ ਇੰਜ ਕਰਾਉਂਦੇ ਸਨ, ਪਰ ਪਿਛਲੇ ਸਾਲ ਇਹ ਹਾਲਾਤ ਦੀ ਮਜਬੂਰੀ ਕਰਕੇ ਨਹੀਂ ਸਨ ਕਰ ਸਕੇ। ਮੈਂ ਵੀ ਸਮਝਿਆ ਕਿ ਸ਼ਰਧਾ ਹੈ ਤੇ ਪੁਰਾਣੀ ਪਰੰਪਰਾ ਵੀ ਹੈ। ਮੈਂ ਇਜਾਜ਼ਤ ਦੇ ਦਿੱਤੀ, ਪਰ ਇਸ ਸ਼ਰਤ 'ਤੇ ਕਿ ਭੋਗ ਵਾਲੇ ਦਿਨ ਕੋਈ ਬਾਹਰ ਵਾਲਾ ਬੰਦਾ ਨਹੀਂ ਹੋਏਗਾ ਤੇ ਕੋਈ ਤਕਰੀਰਾਂ ਨਹੀਂ ਹੋਣਗੀਆਂ, ਸਿਰਫ ਕੀਰਤਨ, ਪਾਠ ਤੇ ਅਰਦਾਸ ਹੋਏਗੀ। ਸਭ ਮਨ ਮਨਾ ਕੇ ਚਲੇ ਗਏ। ਚੌਥੇ ਦਿਨ ਜਿਸ ਦਿਨ ਭੋਗ ਪੈਣਾ ਸੀ, ਜਦ ਮੈਂ ਦਫ਼ਤਰ 10 ਵਜੇ ਦੇ ਕਰੀਬ ਗਿਆ ਤਾਂ ਮੇਰੇ ਦਫ਼ਤਰ ਦੇ ਬਾਹਰ ਲੌਨ 'ਚ ਚਾਨਣੀਆਂ ਲਾ ਕੇ ਇੱਕ ਵਿਸ਼ਾਲ ਦੀਵਾਨ ਸਜਿਆ ਹੋਇਆ ਸੀ। ਗਿਆਨੀ ਦਰਸ਼ਨ ਸਿੰਘ, ਜੋ ਬਾਅਦ ਵਿੱਚ ਅਕਾਲ ਤਖਤ ਦੇ ਜਥੇਦਾਰ ਵੀ ਬਣੇ, ਜ਼ੋਰ ਸ਼ੋਰ ਨਾਲ ਕੀਰਤਨ ਦੇ ਬਹਾਨੇ ਲੈਕਚਰਬਾਜ਼ੀ ਕਰ ਰਹੇ ਸਨ। ਮੈਂ ਤਾਂ ਵੇਖ ਕੇ ਹੱਕਾ ਬੱਕਾ ਰਹਿ ਗਿਆ। ਜਦ ਮੈਂ ਦਫ਼ਤਰ ਪੁੱਜਾ ਤਾਂ 5-7 ਫੈਡਰੇਸ਼ਨ ਦੇ ਵਿਦਿਆਰਥੀ ਆ ਗਏ। ਮੈਂ ਤਾਂ ਭਰਿਆ ਪੀਤਾ ਬੈਠਾ ਸੀ। ਮੈਂ ਉਹਨਾਂ ਦੇ ਗਲ ਪੈ ਗਿਆ ਤੇ ਕਿਹਾ, ਤੁਸੀਂ ਮੈਨੂੰ ਧੋਖਾ ਦਿੱਤਾ ਹੈ। ਮੈਨੂੰ ਕਹਿਣ ਲੱਗੇ ਕਿ ਲੋਕਾਂ ਤੇ ਵਿਦਿਆਰਥੀਆਂ ਇਹ ਬਹੁਤ ਪਸੰਦ ਕੀਤਾ ਹੈ। ਮੈਂ ਕਿਹਾ, ਤੁਹਾਡੇ ਮੂੰਹ 'ਤੇ ਕਿਸੇ ਡਰ ਦੇ ਨਹੀਂ ਕਹਿਣਾ, ਸਿਰਫ ਮੈਂ ਹੀ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ। ਜੋ ਵਿਦਿਆਰਥੀਆਂ ਤੇ ਖਾਸ ਕਰਕੇ ਸਿੱਖ ਹੋਣ ਦੇ ਨਾਤੇ ਤੁਹਾਨੂੰ ਤਾਂ ਬਿਲਕੁਲ ਸੋਭਾ ਨਹੀਂ ਦਿੰਦਾ। ਮੈਨੂੰ ਅਫਸੋਸ ਹੈ ਕਿ ਜਦ ਗੜੇ ਪੈਂਦੇ ਸੀ ਤਾਂ ਕੁਕੜੀ ਦੇ ਚੂਚਿਆਂ ਵਾਂਗ ਮੇਰੇ ਪਰਾਂ ਥੱਲੇ ਲੁਕੇ ਬੈਠੇ ਰਹੇ। ਹੁਣ ਧੁੱਪ ਨਿਕਲੀ ਤਾਂ ਬਾਂਗਾ ਦੇਣ ਲੱਗ ਪਏ ਤੇ ਹੁਣ ਮੈਨੂੰ ਸੁਣਾਉਣ ਲੱਗ ਪਏ।
ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜਦ ਮੈਂ ਗਰਮ ਹੋਇਆ ਤਾਂ ਵਿਦਿਆਰਥੀ ਨੇ ਗਲਤੀ ਮੰਨੀ ਤੇ ਮੈਨੂੰ ਦੀਵਾਨ 'ਚ ਆਉਣ ਲਈ ਬੇਨਤੀ ਕੀਤੀ। ਮੈਨੂੰ ਵੀ ਤੌਖਲਾ ਸੀ ਕਿ ਤੇ ਗੁੱਸਾ ਚੜਿਆ ਹੋਇਆ ਸੀ। ਮੈਂ ਦੀਵਾਨ 'ਚ ਚਲਾ ਗਿਆ। ਜਦ ਮੈਨੂੰ 4 ਸ਼ਬਦ ਬੋਲਣ ਲਈ ਕਿਹਾ ਤਾਂ ਮੈਂ ਮੱਥਾ ਟੇਕ ਗੁਰੂ ਮਹਾਰਾਜ ਦੇ ਆਸ਼ੀਰਵਾਦ ਮੰਗੇ ਤੇ ਮਾਈਕ ਤੇ ਜਾ ਖੜੋਤਾ। ਖਾੜਕੂਆਂ ਦੇ ਕਈ ਆਗੂ ਵੀ ਉੱਥੇ ਬੈਠੇ ਸਨ। ਮੈਂ ਸ਼ੁਰੂ ਕੀਤਾ ਕਿ ਗਿਆਨੀ ਜੀ ਨੇ ਕੀਰਤਨ ਤਾਂ ਘੱਟ ਹੀ ਕੀਤਾ ਹੈ, ਤਕਰੀਰ ਵੱਧ ਕੀਤੀ ਹੈ ਤੇ ਸਾਨੂੰ ਕਿਹਾ ਹੈ ਹਥਿਆਰਬੰਦ ਹੋ ਜਾਈਏ। ਮੈਂ ਗਿਆਨੀ ਜੀ ਨੂੰ ਪੁੱਛਦਾ, ਕਿਹੜੇ ਹਥਿਆਰ ਪਹਿਨ ਲਈਏ? ਅੱਜ ਕੱਲ੍ਹ ਤਾਂ ਲੇਜ਼ਰ ਬੰਬਾਂ, F-16 ਜਹਾਜ਼ਾਂ ਤੇ ਪਰਮਾਣੂ ਹਥਿਆਰਾਂ ਦੇ ਦਿਨ ਨੇ। ਮੈਂ ਜੋ ਜੀ ਆਇਆ ਬੋਲਿਆ ਤੇ ਦ੍ਰਿੜਤਾ ਨਾਲ ਇਸ ਯੂਨੀਵਰਸਿਟੀ ਵਿੱਚ ਸਿਆਸੀ ਦਖਲ ਤੇ ਕੱਟੜਵਾਦ ਤੇ ਸੰਪਰਦਾਇਕਤਾ ਦੇ ਪ੍ਰਚਾਰ ਦੀ ਨਿਖੇਧੀ ਕੀਤੀ। ਸਾਰੇ ਦੀਵਾਨ ਵਿੱਚ ਸਨਾਟਾ ਛਾ ਗਿਆ। ਭਾਵੇਂ ਕਾਫੀ ਬੇਸਵਾਦੀ ਹੋਈ ਇਸ ਗਲਤ ਕਦਮ ਨਾਲ ਜੋ ਫੈਡਰੇਸ਼ਨ ਦੇ ਵਿਦਿਆਰਥੀਆਂ ਚੁੱਕਿਆ ਸੀ, ਪਰ ਬਾਅਦ ਵਿੱਚ ਉਹਨਾਂ ਦਿਲੋਂ ਪਛਤਾਵਾ ਕੀਤਾ ਤੇ ਕਈ ਵਾਰ ਮਾਫੀ ਮੰਗੀ। ਇਹ ਅਲੱਗ ਗੱਲ ਹੈ ਕਿ ਮੈਂ ਤਾਂ ਆਪਣੇ ਵਿਦਿਆਰਥੀਆਂ ਦੀ ਇਸ ਗਲਤੀ ਨੂੰ ਮਾਫ ਕਰ ਦਿੱਤਾ ਤੇ ਭੁੱਲ ਗਿਆ, ਕਿਉਂਕਿ ਬੱਚੇ ਆਖਰ ਬੱਚੇ ਹੁੰਦੇ ਨੇ, ਕਈ ਵਾਰ ਗਲਤੀ ਕਰ ਜਾਂਦੇ ਨੇ। ਪਰ ਪੱਤਰਕਾਰਾਂ ਨੇ ਮੈਨੂੰ ਨਹੀਂ ਬਖਸ਼ਿਆ ਤੇ ਖਾਸ ਕਰਕੇ ਉਹਨਾਂ ਪੱਤਰਕਾਰਾਂ ਨੇ ਜਿਨ੍ਹਾਂ ਨੂੰ ਮੈਂ ਚਾਰਾ ਨਹੀਂ ਸੀ ਪਾਉਂਦਾ ਕਿ ਕਈ ਵਾਰੀ ਜਦੋਂ ਵਿਦਿਆਰਥੀ ਗਲਤੀ ਕਰ ਜਾਂਦੇ ਹਨ ਤਾਂ ਜੇ ਉਸ ਗਲਤੀ ਦਾ ਅਹਿਸਾਸ ਕਰਵਾ ਕੇ ਪਿਆਰ ਨਾਲ ਸਮਝਾ ਕੇ ਗਲਤੀ ਮਾਫ ਕਰ ਦਿੱਤੀ ਜਾਏ ਤਾਂ ਵਿਦਿਆਰਥੀਆਂ 'ਤੇ ਦੇਰ ਤੱਕ ਰਹਿਣ ਵਾਲਾ ਚੰਗਾ ਅਸਰ ਪੈਂਦਾ ਹੈ। ਕਦ ਤੇ ਕਿੰਨੀ ਸਜ਼ਾ ਦੇਣੀ ਹੈ, ਕਦ ਤੇ ਕਿਵੇਂ ਮਾਫ ਕਰਨਾ ਹੈ, ਕਦ ਤਿਉੜੀਆਂ ਪਾਉਣੀਆਂ, ਕਦੋਂ ਨਹੋਰਾ ਮਾਰਨਾ ਹੈ। ਵਿਦਿਆਰਥੀਆਂ ਨਾਲ ਨਿਪਟਣਾ ਵੀ ਇੱਕ ਆਰਟ ਹੈ ਜੋ ਸਿਖਾਇਆ ਨਹੀਂ ਜਾ ਸਕਦਾ। ਇਹਦੀ ਸੋਝੀ ਆਪਣੇ ਆਪ ਲੱਗ ਜਾਂਦੀ ਹੈ ਜੇ ਵਿਦਿਆਰਥੀਆਂ ਪ੍ਰਤੀ ਸੁਹਿਰਦਤਾ ਹੋਵੇ, ਮਾਪਿਆਂ ਵਰਗੀ ਤੇ ਆਪਣੇ ਬੱਚਿਆਂ ਵਾਂਗ ਪਿਆਰੇ ਹੋਣ। ਪ੍ਰਸ਼ਾਸਕ ਵਾਸਤੇ ਵਿਦਿਆਰਥੀਆਂ ਨਾਲ ਮੇਰੇ ਸੰਬੰਧ ਤੇ ਆਪਸੀ ਪਿਆਰ ਸਤਿਕਾਰ ਇੱਕ ਭੁੱਲ ਯਾਦਾਂ ਦਾ ਖਜ਼ਾਨਾ ਹੈ ਮੇਰੇ ਲਈ, ਜਿਸ ਦਾ ਆਨੰਦ ਮੈਂ ਹਾਲੇ ਵੀ ਮਾਨਸਿਕ ਤੌਰ ਤੇ ਮਾਣਦਾ ਹਾਂ। ਕਰਮਚਾਰੀ ਯੂਨੀਅਨ। ਕਰਮਚਾਰੀ ਯੂਨੀਅਨ ਅਧਿਆਪਕਾਂ ਨਾਲ ਹੜਤਾਲ ਤੇ ਨਹੀਂ ਸੀ ਗਈ। ਇਸ ਯੂਨੀਅਨ ਦਾ ਪ੍ਰਧਾਨ ਉਹ ਵਿਅਕਤੀ ਸੀ ਜਿਸ ਬਾਰੇ ਪਿਛਲੇ ਇੱਕ ਵਾਈਸ ਚਾਂਸਲਰ ਡਾਕਟਰ ਅਮਰੀਕ ਸਿੰਘ ਨੇ ਆਪਣੀ ਕਿਤਾਬ ਆਸਕਿੰਗ ਫॉर ਟਰਬਨ ਵਿੱਚ ਇੱਕ ਸਫ਼ੇ ਤੋਂ ਵੀ ਵੱਧ ਲਿਖਿਆ ਸੀ ਕਿ ਪਤਾ ਨਹੀਂ ਇਹ ਕਿਵੇਂ ਨੌਕਰੀ 'ਚ ਆ ਗਿਆ ਸੀ। ਜਦ ਮੈਂ ਡਿਊਟੀ ਸੰਭਾਲੀ ਤਾਂ ਇਹਦੇ ਉੱਤੇ ਬਣੇ ਸਾਰੇ ਕੇਸ ਖਤਮ ਹੋ ਗਏ ਸਨ। ਇਸ ਉੱਤੇ ਯੂਨੀਵਰਸਿਟੀ ਦੀਆਂ ਜਾਅਲੀ ਡਿਗਰੀਆਂ ਵੇਚਣ ਦੇ ਇਲਜ਼ਾਮ ਸੀ। ਯੂਨੀਵਰਸਿਟੀ ਨੇ ਆਪਣਾ ਕੋਈ ਵਿਭਾਗੀ ਕੇਸ ਨਹੀਂ ਸੀ ਬਣਾਇਆ। ਇਹ ਕਚਹਿਰੀ ਤੋਂ ਬਰੀ ਹੋ ਗਿਆ। ਉਸ ਤੋਂ ਪਹਿਲਾਂ ਇਹਨੂੰ ਸਜ਼ਾ ਦੇ ਤੌਰ ਤੇ ਅਸਿਸਟੈਂਟ ਤੋਂ ਕਲਰਕ ਬਣਾ ਦਿੱਤਾ ਗਿਆ ਸੀ। ਬਰੀ ਹੋਣ ਨਾਲ ਯੂਨੀਵਰਸਿਟੀ ਪਾਸ ਕੋਈ ਕੇਸ ਨਹੀਂ ਸੀ ਕਿ ਇਹਨੂੰ ਸਜ਼ਾ ਦਿੱਤੀ ਜਾਏ। ਇਨਸਾਫ ਦੀ ਬਿਨਾਂ ਤੇ ਮੈਂ ਉਹਨੂੰ ਉਹਦੇ ਸਾਰੇ ਬਣਦੇ ਹੱਕ ਦੇ ਦਿੱਤੇ। ਮੁੜ ਅਸਿਸਟੈਂਟ ਬਣ ਗਿਆ। ਪਿਛਲੀ ਤਨਖਾਹ ਵੀ ਮਿਲ ਗਈ। ਪਹਿਲੋਂ ਤਾਂ ਇਹਨੇ ਬਹੁਤ ਸਹਿਯੋਗ ਦਿੱਤਾ ਤੇ ਬੜੀ ਉਦਾਰਤਾ ਨਾਲ ਵਿਚਰਦਾ ਰਿਹਾ। ਇਹਨੂੰ ਕੁਝ ਵਹਿਮ ਹੋ ਗਿਆ ਕਿ VCA ਤੋਂ ਡਰਦਾ ਹੈ, ਇਸ ਕਰਕੇ ਸਾਰੇ ਹੱਕ ਦੇ ਦਿੱਤੇ ਹਨ। ਫਿਰ ਇਹ ਲੱਗਾ ਖੰਭ ਖਿਲਾਰਨ। ਮੈਂ ਉਹਨੂੰ ਸਮਝਾਇਆ ਕਿ ਜੋ ਮੈਂ ਤੈਨੂੰ ਦਿੱਤਾ ਉਹ ਤੇਰਾ ਹੱਕ ਸੀ, ਤੈਨੂੰ ਕੋਈ ਰਿਆਇਤ ਨਹੀਂ ਕੀਤੀ। ਯੂਨੀਵਰਸਿਟੀ ਦੀ ਕਮੀ ਸਿਰਫ ਇੰਨੀ ਸੀ ਕਿ ਤੇਰੇ ਉੱਤੇ ਕੋਈ ਵਿਭਾਗੀ ਕੇਸ ਨਹੀਂ ਬਣਾਇਆ, ਨਹੀਂ ਤਾਂ ਤੂੰ ਮਾਰਿਆ ਜਾਣਾ ਸੀ। ਇਹ ਨਾ ਸਮਝ ਕੇ ਅਸੀਂ ਨਹੀਂ ਜਾਣਦੇ ਕਿ ਤੂੰ ਇਹ ਅਪਰਾਧ ਕੀਤਾ ਹੈ, ਇਸ ਲਈ ਬਚ ਕੇ ਚੱਲ। ਜੇ ਮੇਰੀ ਕੁੰਡੀ ਪੈ ਗਈ ਤਾਂ ਮਾਰਿਆ ਜਾਏਗਾ। ਪਰ ਉਹਨੂੰ ਪਰ ਨਿਕਲ ਆਏ ਸਨ। ਉਹਦੀ ਕੋਸ਼ਿਸ਼ ਸੀ ਕਿ ਕੁਝ ਫਾਇਦੇ ਲਏ ਜਾਣ। ਇੱਕ ਲੋਅਰ ਕੋਰਟ ਤੋਂ ਆਰਡਰ ਲੈ ਆਇਆ ਕਿ ਆਪਣੇ ਕੋਈ ਪਿਛਲੇ ਬਕਾਏ ਦੇ ਜੋ ਬਣਦੇ ਨਹੀਂ ਸਨ। ਯੂਨੀਵਰਸਿਟੀ ਨੇ ਇਸ ਫੈਸਲੇ ਦੇ ਬਰਖਲਾਫ ਅਪੀਲ ਕਰ ਦਿੱਤੀ ਤਾਂ ਇਸ ਸ਼ਖਸ ਨੇ ਐਜੀਟੇਸ਼ਨ ਸ਼ੁਰੂ ਕਰ ਦਿੱਤੀ। ਮੈਂ ਸੋਚਿਆ ਇਸ ਨਸੂਰ ਦਾ ਆਪਰੇਸ਼ਨ ਦਾ ਕਰਨਾ ਹੀ ਪਏਗਾ। ਮੈਂ ਉਹਨੂੰ ਸਿੱਧਾ ਡਿਸਮਿਸ ਕਰ ਦਿੱਤਾ। ਉਸ ਵਕਤ ਤੋਂ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਹੀ ਨਹੀਂ ਸੀ, ਸਗੋਂ 20 ਕੁ ਯੂਨੀਵਰਸਿਟੀਆਂ ਦੀਆਂ ਯੂਨੀਅਨਾਂ ਦੀ ਫੈਡਰੇਸ਼ਨ ਦਾ ਵੀ ਪ੍ਰਧਾਨ ਸੀ। ਜਦ ਡਿਸਮਿਸ ਕੀਤਾ ਤਾਂ 5-7 ਦਿਨ ਖੂਬ ਹੜਤਾਲ ਹੋਈ। ਹਫ਼ਤੇ ਵਿੱਚੋਂ ਮੈਂ ਯੂਨੀਵਰਸਿਟੀ ਦੇ ਸਾਰੇ ਅਫਸਰ, ਅਸਿਸਟੈਂਟ ਤੇ ਅਧਿਆਪਕਾਂ ਦੀ ਐਸੋਸੀਏਸ਼ਨ ਦੇ ਵਿਦਿਆਰਥੀ ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਸਾਰੀ ਸਥਿਤੀ ਦੀ ਜਾਣਕਾਰੀ ਦਿੱਤੀ ਤੇ ਫੈਸਲਾ ਦਿੱਤਾ ਕਿ ਪਹਿਲਾ, ਇਸ ਬੰਦੇ ਨੂੰ ਯੂਨੀਵਰਸਿਟੀ ਦੀ ਨੌਕਰੀ 'ਚ ਵਾਪਸ ਲੈਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਸਰਾ, ਜੇ ਕੋਰਟ 'ਚ ਜਾਏ ਤਾਂ ਸੁਪਰੀਮ ਕੋਰਟ ਤੱਕ ਮੈਂ ਜਾਵਾਂਗਾ। ਤੀਸਰਾ, ਜੇ ਬਹੁਤ ਦਬਾਅ ਪਾਵੇ ਜੋ ਮੈਂ ਸਹਾਰ ਨਾ ਸਕਾਂ ਤਾਂ ਮੈਂ ਅਸਤੀਫਾ ਦੇ ਦਿਆਂਗਾ, ਪਰ ਇਹਨੂੰ ਵਾਪਸ ਨਹੀਂ ਲਿਆ ਜਾਏਗਾ। 4, ਜੇ ਯੂਨੀਵਰਸਿਟੀ ਬੰਦ ਕਰਨੀ ਪਏ ਤਾਂ ਕਰਨ ਵਿੱਚ ਮੇਰੀ ਆਤਮਾ 'ਤੇ ਕੋਈ ਬੋਝ ਨਹੀਂ, ਕਿਉਂਕਿ ਮੈਨੂੰ ਯੂਨੀਵਰਸਿਟੀ ਬੰਦ ਹੀ ਮਿਲੀ ਸੀ। 5ਵਾਂ, ਸਾਰਿਆਂ ਨੂੰ ਖੁੱਲ੍ਹ ਹੈ ਕਿ ਜਲੂਸ ਕੱਢੋ, ਧਰਨੇ ਮਾਰੋ, ਹੜਤਾਲ ਆਦਿ ਕਰੋ। ਇਹ ਤੁਹਾਡਾ ਜਮਹੂਰੀ ਹੱਕ ਹੈ, ਪਰ ਨਾ ਤਾਂ ਮੈਂ ਤੁਹਾਨੂੰ ਅਮਨ ਭੰਗ ਕਰਨ ਦੇਣਾ ਤੇ ਨਾ ਹੀ ਹੜਤਾਲ 'ਤੇ ਬੈਠਿਆਂ ਤਨਖਾਹ ਮਿਲਣੀ ਹੈ। ਅਧਿਆਪਕ ਤਾਂ ਪਹਿਲਾਂ ਹੀ ਇਸ ਪ੍ਰਧਾਨ ਤੋਂ ਸੱਤੇ ਹੋਏ ਸਨ। ਵਿਦਿਆਰਥੀਆਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਪ੍ਰੋਫੈਸਰ ਸਾਹਿਬ ਦੇ ਬਰਖਲਾਫ ਕੁਝ ਸੁਣਨ ਨੂੰ ਤਿਆਰ ਨਹੀਂ।
ਆਖਰ 4-5 ਦਿਨ ਹੜਤਾਲ ਚੱਲੀ, ਤੰਬੂ ਖਾਲੀ ਹੋ ਗਿਆ। ਆਖਰ ਕੁਝ ਵਿਦਿਆਰਥੀਆਂ ਨੇ ਤੰਬੂ ਵੀ ਪੁੱਟ ਕੇ ਨਹਿਰ 'ਚ ਸੁੱਟ ਦਿੱਤਾ। ਸਾਰੀ ਐਜੀਟੇਸ਼ਨ 15 ਕੁ ਦਿਨਾਂ 'ਚ ਹੀ ਖਤਮ ਹੋ ਗਈ। ਬਾਅਦ ਵਿੱਚ ਇਹਨੇ ਬੜੇ ਤਰਲੇ ਕੀਤੇ, ਪਰ ਇਹ ਕਰਮਚਾਰੀ ਮੈਂ ਵਾਪਸ ਨਾ ਲਿਆ। ਬੜੀ ਮੁਸ਼ਕਿਲ ਨਾਲ ਇਹ ਭ੍ਰਿਸ਼ਟ ਕਰਮਚਾਰੀ ਯੂਨੀਵਰਸਿਟੀ ਦੇ ਗਲੋਂ ਲਾਇਆ। ਦਿਲੋਂ ਦਿਲੀ ਇਸ ਸੈਕਸ਼ਨ ਉੱਤੇ ਸਾਰੇ ਖੁਸ਼ ਸਨ। ਦਰਅਸਲ ਮੈਂ ਯੂਨੀਵਰਸਿਟੀ ਵਿੱਚੋਂ 3 ਵਿਅਕਤੀ ਇੰਜ ਕੱਢੇ ਸਨ। ਇੱਕ ਜਨਸੰਘੀ ਸੀ ਜਿਹਨੇ ਯੂਨੀਵਰਸਿਟੀ ਨੂੰ ਟੰਗਿਆ ਪਿਆ ਸੀ। ਇਹ ਕਰਮਚਾਰੀਆਂ ਦਾ ਪ੍ਰਧਾਨ ਸੀ। ਇੱਕ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ 'ਚ ਲੈਕਚਰਰ ਸੀ। ਉਹਨੇ 13 ਸਾਲ ਦੀ ਨੌਕਰੀ 'ਚ ਇੱਕ ਅੱਖਰ ਤੱਕ ਵੀ ਨਹੀਂ ਸੀ ਲਿਖਿਆ। ਆਪਣੇ ਆਪ ਨੂੰ ਸਿੱਖ ਬੁੱਧੀਜੀਵੀਆਂ ਦੀ ਕੌਂਸਲ ਦਾ ਕਨਵੀਨਰ ਰਖਵਾਉਂਦਾ ਸੀ। ਇੱਕ ਵਾਰੀ ਮੈਨੂੰ ਮਿਲਣ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਸਾਰਾ ਜ਼ਬਾਨੀ ਯਾਦ ਹੈ। ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ, ਪਰ ਕੋਈ ਤੁਕ ਜਾਂ ਸ਼ਬਦ ਪੱਲੇ ਵੀ ਬੱਧਿਆ ਕਿ ਨਹੀਂ? ਖੈਰ, ਜਦ ਮੈਂ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਅਕਾਲੀ ਦਲ ਦੇ ਉੱਘੇ ਲੀਡਰਾਂ ਦੇ ਟੈਲੀਫੋਨ ਆਏ। ਸੰਤ ਲੌਂਗੋਵਾਲ ਨੇ ਟੈਲੀਫੋਨ ਕੀਤਾ। ਇੱਥੋਂ ਤੱਕ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਟੈਲੀਫੋਨ ਕੀਤਾ ਕਿ ਇਹਨੂੰ ਵਾਪਸ ਲੈ ਲਓ। ਮੈਂ ਬਥੇਰਾ ਸਮਝਾਵਾਂ ਕਿ ਯੂਨੀਵਰਸਿਟੀ ਦੇ ਇਹ ਬੰਦਾ ਲਾਇਕ ਨਹੀਂ। ਜੇ ਇਹਨੇ ਸਿਆਸੀ ਕੰਮ ਕਰਨਾ ਤਾਂ ਕਰੇ, ਯੂਨੀਵਰਸਿਟੀ ਇਹਨੂੰ ਤਨਖਾਹ ਕਿਉਂ ਦੇਵੇ? ਪਰ ਮੇਰੀ ਕੋਈ ਸੁਣੇ ਹੀ ਨਾ। ਇੱਕੋ ਰੱਟ ਕੇ ਇਹਨੂੰ ਵਾਪਸ ਲਾਓ। ਜਦ ਮੈਂ ਨਾ ਮੰਨਿਆ ਤਾਂ ਅਕਾਲੀ ਲੀਡਰਾਂ ਨੇ ਕੇਂਦਰੀ ਸਰਕਾਰ ਨੂੰ ਲਿਖ ਦਿੱਤਾ। ਉਹਨਾਂ ਦਿਨਾਂ 'ਚ ਤਾਜ਼ਾ ਸਮਝੌਤਾ ਹੋਇਆ ਸੀ ਰਾਜੀਵ ਲੌਂਗੋਵਾਲ ਦਾ, ਤੇ ਅਕਾਲੀਆਂ ਦੀ ਚੜ੍ਹਤ ਸੀ। ਭਾਵੇਂ ਗਵਰਨਰੀ ਰਾਜ ਸੀ, ਆਖਰ ਇਹ ਅਪੀਲ ਪੰਜਾਬ ਦੇ ਗਵਰਨਰ ਯੂਨੀਵਰਸਿਟੀ ਦੇ ਚਾਂਸਲਰ ਕੋਲ ਆ ਗਈ। ਮੈਨੂੰ ਰਾਜ ਭਵਨ 'ਚ ਸੱਦਿਆ ਗਿਆ ਸੀ। ਸ੍ਰੀ ਅਰਜਨ ਸਿੰਘ ਗਵਰਨਰ ਸਨ। ਮੈਂ ਸਾਰਾ ਕੇਸ ਦੱਸਿਆ ਤਾਂ ਕਹਿਣ ਲੱਗੇ ਕਿ ਮੇਰੇ ਉੱਤੇ ਇਸ ਮਾਮਲੇ 'ਚ ਕੇਂਦਰ ਦਾ ਕਾਫੀ ਦਬਾਅ ਹੈ। ਇਸ ਲੈਕਚਰਾਰ ਨੂੰ ਵਾਪਸ ਨੌਕਰੀ 'ਚ ਲੈ ਲਓ। ਮੈਂ ਇਨਕਾਰ ਕਰ ਦਿੱਤਾ ਕਿ ਕਿਸੇ ਵੀ ਸੂਰਤ ਵਿੱਚ ਮੈਂ ਇਹਨੂੰ ਵਾਪਸ ਨਹੀਂ ਲੈਣਾ। ਇਹ ਯੂਨੀਵਰਸਿਟੀ ਦੇ ਹਿੱਤ 'ਚ ਨਹੀਂ। ਇਸ ਤੋਂ ਬਾਅਦ ਇਸੇ ਤਰ੍ਹਾਂ ਕੁਝ ਦੇਰ ਸਿਫਾਰਸ਼ਾਂ 'ਤੇ ਦਬਾਅ ਪੈਣ ਤੋਂ ਬਾਅਦ ਮਾਮਲਾ ਖਤਮ ਹੋ ਗਿਆ। ਇੱਕ ਵਾਰ ਮੈਥੋਂ ਬਾਅਦ ਵਿੱਚ ਆਉਣ ਵਾਲਾ ਵਾਈਸ ਚਾਂਸਲਰ ਡਾਕਟਰ ਭਗਤ ਸਿੰਘ ਮੇਰੇ ਘਰ ਆਇਆ ਤਾਂ ਗੱਲਾਂ ਵਿੱਚ ਮੈਂ ਕਿਹਾ, ਮੈਂ ਤਾਂ ਯੂਨੀਵਰਸਿਟੀ ਦੇ ਜਿਸਮ ਤੋਂ ਇੱਕ ਨਸੂਰ ਲਾਏ ਸਨ। ਜੇ ਮੇਰੇ ਪਾਸ ਕੁਝ ਵਕਤ ਹੋਰ ਹੁੰਦਾ ਤਾਂ 3 ਹੋਰ ਲਾਉਣੇ ਸੀ। ਫਿਰ ਇਹ ਯੂਨੀਵਰਸਿਟੀ ਕਾਫੀ ਦੇਰ ਆਰਾਮ ਨਾਲ ਚੱਲ ਸਕਦੀ ਹੈ। ਮੈਨੂੰ ਪੁੱਛਣ ਲੱਗੇ ਕਿ ਉਹ ਕਿਹੜੇ 3 ਹੋਰ ਨੇ, ਤਾਂ ਮੈਂ ਨਾਂ ਲੈਣੋਂ ਇਨਕਾਰ ਕਰ ਦਿੱਤਾ, ਕਿਉਂਕਿ ਮੇਰੇ ਲਈ ਠੀਕ ਨਹੀਂ ਸੀ ਕਿ ਜਦ ਮੇਰੀ ਜ਼ਿੰਮੇਵਾਰੀ ਨਹੀਂ ਤਾਂ ਕਿਉਂ ਖਾਮਖਾ ਕਿਸੇ ਬਾਰੇ ਕੁਝ ਕਿਹਾ ਜਾਏ। ਦਰਅਸਲ ਮੈਂ ਇਹਨਾਂ ਨੂੰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਸੀ। ਇਹਨਾਂ ਨੇ ਅਦਾਲਤ 'ਚੋਂ ਸਟੇ ਲਿਆਂਦੀ ਸੀ। ਸਟੇ ਖਤਮ ਕਰਨ ਲਈ ਯੂਨੀਵਰਸਿਟੀ ਨੇ ਅਪੀਲ ਕੀਤੀ ਤਾਂ ਸਟੇ ਖਤਮ ਹੋ ਗਿਆ। ਪਰ ਉਸ ਵਕਤ ਮੇਰੀ ਟਰਮ ਦਾ ਸਿਰਫ 1 ਦਿਨ ਬਾਕੀ ਸੀ। ਮੈਂ ਇਖਲਾਕੀ ਤੌਰ 'ਤੇ ਮੁਨਾਸਬ ਨਾ ਸਮਝਿਆ ਕਿ ਜਾਂਦਾ ਇਹਨਾਂ ਨੂੰ ਨੌਕਰੀ 'ਚੋਂ ਕੱਢ ਜਾਂਦਾ। ਮੇਰੀ ਟਰਮ ਖਤਮ ਹੋਣ 'ਤੇ ਇਹਨਾਂ ਕਰਮਚਾਰੀਆਂ ਨੇ ਲੱਡੂ ਵੰਡੇ ਸਨ। ਮੈਂ ਸਮਝਦਾ ਕਿ ਯੂਨੀਵਰਸਿਟੀ ਦਾ ਪ੍ਰਬੰਧਕੀ ਅਮਲਾ ਬਹੁਤ ਜ਼ਿਆਦਾ ਹੈ। ਜਿੰਨੇ ਜ਼ਿਆਦਾ ਬੰਦੇ ਕੰਮ 'ਤੇ ਲਾਏ ਹਨ, ਉਨੇ ਹੀ ਅੜਿੱਕੇ ਡਾਉਂਦੇ ਹਨ। ਇਹ ਸਾਰਾ ਕੰਮ ਇਸ ਤੋਂ 1/3 ਕਰਮਚਾਰੀ ਜਾਂ ਬਹੁਤ ਲਾਓ ਤਾਂ ਅੱਧੇ ਕਰਮਚਾਰੀ ਕਰ ਸਕਦੇ ਹਨ। ਜ਼ਿਆਦਾ ਕਰਮਚਾਰੀ ਵੱਧ ਮਸਲੇ ਖੜੇ ਕਰਦੇ ਹਨ ਤੇ ਵਿਦਿਆਰਥੀਆਂ ਉਮੀਦਵਾਰਾਂ ਦੇ ਕੰਮ ਵਿੱਚ ਅੜਿੱਕੇ ਪਾਉਂਦੇ ਹਨ। ਆਮ ਤੌਰ 'ਤੇ ਸਾਰੇ ਬਾਬੂ ਲੋਕ ਸ਼ਹਿਰਾਂ ਦੇ ਰਹਿਣ ਵਾਲੇ ਹੀ ਹਨ। ਇਸ ਯੂਨੀਵਰਸਿਟੀ ਵਿੱਚ ਤਾਂ ਫੈਮਲੀਆਂ ਹੀ ਕੰਮ ਕਰਦੀਆਂ ਹਨ। ਇਹਨਾਂ ਨੂੰ ਪਿੰਡਾਂ ਤੋਂ ਆਉਂਦੇ ਵਿਦਿਆਰਥੀਆਂ ਦੇ ਮਸਲੇ ਤੇ ਮੁਸ਼ਕਲਾਂ ਦਾ ਕੋਈ ਅਹਿਸਾਸ ਨਹੀਂ ਹੁੰਦਾ। ਪਹਿਲਾਂ ਕਿਸੇ ਵੀ ਕੇਸ 'ਤੇ ਇੱਕ ਸਰਟੀਫਿਕੇਟ ਮੰਗਣਗੇ, ਫਿਰ ਉਹ ਪੂਰਾ ਹੋਣ 'ਤੇ ਕੋਈ ਹੋਰ ਅੜਚਨ ਖੜੀ ਕਰ ਦੇਣਗੇ। ਦੂਰ ਦੁਰਾਡਿਓਂ ਆਏ ਇਹ ਵਿਦਿਆਰਥੀ ਬਹੁਤ ਤੰਗ ਹੁੰਦੇ ਹਨ। ਮੈਂ ਅਸੂਲੀ ਤੌਰ 'ਤੇ ਕਦੀ ਕਿਸੇ ਨੂੰ ਮਿਲਣੋਂ ਨਾ ਨਹੀਂ ਸੀ ਕੀਤੀ। ਇਸ ਕਰਕੇ ਕਾਫੀ ਸ਼ਿਕਾਇਤਾਂ ਮੇਰੇ ਕੋਲ ਸਿੱਧੀਆਂ ਆ ਜਾਂਦੀਆਂ ਸਨ। ਹਰ ਸ਼ਿਕਾਇਤ 'ਤੇ ਕੋਈ ਨਾ ਕੋਈ ਖਿੱਚਿਆ ਜਾਂਦਾ ਸੀ। ਕੰਮ ਕਾਫੀ ਠੀਕ ਹੋ ਗਿਆ ਸੀ, ਪਰ ਮੈਂ ਸਮਝਦਾ ਹਾਂ ਹਾਲੇ ਵੀ ਕਾਫੀ ਗੁੰਝਲਾਂ ਸਿੱਧੀਆਂ ਕਰਨ ਵਾਲੀਆਂ ਸਨ, ਕਿਉਂਕਿ ਇਮਤਿਹਾਨਾਂ ਦਾ ਕੰਮ ਮੈਂ ਪ੍ਰੋ ਵਾਈਸ ਚਾਂਸਲਰ ਦੇ ਹਵਾਲੇ ਕੀਤਾ ਹੋਇਆ ਸੀ। ਇਸ ਕਰਕੇ ਆਮ ਮਦਾਖਲਤ ਕਰਨੀ ਮੈਂ ਮੁਨਾਸਿਬ ਨਹੀਂ ਸੀ ਸਮਝਦਾ। ਇਸ ਕਰਕੇ ਇਸ ਪੱਖੋਂ ਕਾਫੀ ਕਮੀਆਂ ਸਨ ਜੋ ਮੈਂ ਚਾਹੁੰਦੇ ਹੋਏ ਵੀ ਦੂਰ ਨਹੀਂ ਸੀ ਕਰ ਸਕਿਆ। ਯੂਨੀਅਨ ਦੀ ਕਾਰਕਰਦਗੀ ਤੇ ਪਹੁੰਚ ਇਸ ਪੱਖੋਂ ਨਾ ਪੱਖੀ ਸੀ। ਮੇਰੇ ਵਿਚਾਰ ਵਿੱਚ ਕਾਫੀ ਛੋਟਾ ਭ੍ਰਿਸ਼ਟਾਚਾਰ ਇਸ ਸਿਸਟਮ 'ਚ ਸੀ, ਜਿਹਨੂੰ ਦੂਰ ਕਰਨਾ ਔਖਾ ਤਾਂ ਸੀ ਪਰ ਨਾਮੁਮਕਿਨ ਨਹੀਂ ਸੀ। ਲੇਕਿਨ ਜ਼ਿੰਮੇਵਾਰੀ ਪ੍ਰੋ ਵਾਈਸ ਚਾਂਸਲਰ ਨੂੰ ਦੇਣ ਕਾਰਨ ਮੈਂ ਆਪਣੀ ਲੱਤ ਫਸਾਈ ਰੱਖਣਾ ਮੁਨਾਸਬ ਨਾ ਸਮਝਿਆ। ਸਿੰਡੀਕੇਟ। ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਕਿ ਸਿੰਡੀਕੇਟ ਤਾਂ ਬਹੁਤ ਕਰਕੇ ਇੱਕ ਮੈਂਬਰ ਡੀਨ ਅਕਾਦਮਿਕ ਮਾਮਲਿਆਂ ਤੋਂ ਇਲਾਵਾ ਵਾਈਸ ਚਾਂਸਲਰ ਦੇ ਕੰਮ 'ਚ ਨੁਕਸ ਕੱਢਣ ਤੱਕ ਹੀ ਆਪਣੇ ਕੰਮ ਨੂੰ ਸੀਮਤ ਰੱਖਦੇ ਸੀ। ਨਾਮਜ਼ਦ ਕੀਤੇ ਸਿਆਸੀ ਮੈਂਬਰ ਆਪਣਾ ਅਸਰ ਰਸੂਖ ਅਧਿਆਪਕਾਂ ਕਰਮਚਾਰੀਆਂ 'ਚ ਰੱਖਣ ਲਈ ਤਤਪਰ ਰਹਿੰਦੇ ਸਨ। ਸਥਾਨਕ ਸਿਆਸੀ ਲੀਡਰ ਹੋਣ ਕਾਰਨ ਉਹ ਹਮੇਸ਼ਾ ਆਪਣੇ ਦਰਬਾਰ ਲਾਈ ਰੱਖਦੇ ਸਨ। ਅਧਿਆਪਕਾਂ ਕਰਮਚਾਰੀਆਂ ਦੀ ਵੀ ਉਹਨਾਂ ਦੀ ਚਾਪਲੂਸੀ ਕਰਨ ਦੀ ਆਦਤ ਬਣ ਗਈ ਸੀ।
ਹਰ ਉਸ ਆਈਟਮ 'ਤੇ ਜੋ ਕਿਸੇ ਅਧਿਆਪਕ ਜਾਂ ਕਰਮਚਾਰੀ 'ਤੇ ਅਸਰ ਕਰਦਾ ਹੋਵੇ ਪੂਰੀ ਤਰ੍ਹਾਂ ਤਿਆਰ ਹੋ ਕੇ ਸਗੋਂ ਬਹੁਤ ਵਾਰ ਸਲਾਹ ਬਣਾ ਕੇ ਆਉਂਦੇ ਸਨ, ਕਿਉਂਕਿ ਮੇਰੀ ਕੋਈ ਨਿੱਜੀ ਦਿਲਚਸਪੀ ਕਿਸੇ ਮਾਮਲੇ 'ਚ ਨਹੀਂ ਸੀ ਹੁੰਦੀ ਅਤੇ ਇਸ ਯੂਨੀਵਰਸਿਟੀ 'ਚ ਮੇਰਾ ਕੋਈ ਸਵਾਰਥ ਨਹੀਂ ਸੀ। ਇਸ ਕਰਕੇ ਮੈਨੂੰ ਕਦੀ ਕੋਈ ਦਿੱਕਤ ਨਹੀਂ ਸੀ ਆਈ। ਮੈਂ ਸਮਝਦਾ ਜੇ ਕੋਈ ਸਵਾਰਥ ਨਾ ਹੋਵੇ ਅਤੇ ਹਰ ਫੈਸਲਾ ਇਨਸਾਫ ਅਤੇ ਨਿਰਪੱਖਤਾ ਨਾਲ ਕਰਨਾ ਹੋਵੇ ਤਾਂ ਸਿੰਡੀਕੇਟ ਕਿਹੋ ਜਿਹਾ ਵੀ ਹੋਵੇ ਬਹੁਤੀ ਮੁਸ਼ਕਿਲ ਦਰਪੇਸ਼ ਨਹੀਂ ਆਉਂਦੀ। ਮੇਰਾ ਤਰੀਕਾ ਇਹ ਸੀ ਕਿ ਹਰ ਆਈਟਮ ਨੂੰ ਵਿਸਥਾਰ ਨਾਲ ਮੈਂ ਖੁਦ ਪੇਸ਼ ਕਰਦਾ ਸੀ, ਫਿਰ ਬਹਿਸ ਪਿੱਛੋਂ ਜੋ ਫੈਸਲਾ ਹੋ ਜਾਏ ਠੀਕ ਸੀ। ਪਰ ਜੇ ਮੈਨੂੰ ਫੈਸਲਾ ਠੀਕ ਨਾ ਹੁੰਦਾ ਦਿਸੇ ਤਾਂ ਜ਼ਰੂਰ ਅੜ ਜਾਂਦਾ ਸੀ, ਕਿਉਂਕਿ ਜਦ ਵੀ ਕੋਈ ਪੱਖਪਾਤ ਨਾਲ ਫੈਸਲਾ ਗਲਤ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਉਹਨੂੰ ਆਸਾਨੀ ਨਾਲ ਹੀ ਰੋਕਿਆ ਜਾ ਸਕਦਾ ਹੈ। ਜਿਵੇਂ ਕਿ ਮੈਂ ਦੱਸ ਚੁੱਕਾ ਕਿ ਮੈਨੂੰ 3 ਸਾਲ ਸਿਵਾਏ 1-2 ਵਾਰ ਤੋਂ ਕਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਆਖਰੀ 6 ਮਹੀਨਿਆਂ 'ਚ ਜਦ ਸਿਆਸੀ ਮੈਂਬਰ ਜ਼ਰਾ ਜ਼ਿਆਦਾ ਹੀ ਤੇਜ਼ ਹੋ ਗਏ ਤਾਂ ਮੈਂ ਮੀਟਿੰਗ ਬੁਲਾਉਣੀ ਬੰਦ ਕਰ ਦਿੱਤੀ। ਕੁਝ ਮੈਂਬਰਾਂ ਨੇ ਕਿਹਾ ਕਿ ਜੇ ਤੁਸੀਂ ਮੀਟਿੰਗ ਨਾ ਬੁਲਾਈ ਤਾਂ ਅਸੀਂ ਸਪੈਸ਼ਲ ਮੀਟਿੰਗ ਵਾਸਤੇ ਰਿਕੁਐਜ਼ੀਸ਼ਨ ਦੇ ਦਿਆਂਗੇ। ਮੈਂ ਕਿਹਾ ਕਿ ਪਹਿਲਾਂ ਤਾਂ ਤੁਸੀਂ 5 ਮੈਂਬਰ ਮਿਲ ਕੇ ਰਿਕੁਐਜ਼ੀਸ਼ਨ ਕਰੋ, ਫਿਰ ਰੂਲ ਦੇ ਮੁਤਾਬਕ ਵਾਈਸ ਚਾਂਸਲਰ ਆਪਣੀ ਸਹੂਲਤ ਦੇ ਮੁਤਾਬਕ ਮੀਟਿੰਗ ਦਾ ਵਕਤ ਅਤੇ ਥਾਂ ਦਾ ਫੈਸਲਾ ਕਰੇਗਾ। ਜਦ ਤੁਹਾਡੀ ਰਿਕੁਐਜ਼ੀਸ਼ਨ ਆ ਗਈ ਤਾਂ 6 ਮਹੀਨੇ ਜਿੰਨਾ ਚਿਰ ਮੇਰੀ ਟਰਮ ਹੈ ਨਾ ਮੈਨੂੰ ਕੋਈ ਥਾਂ ਅਤੇ ਨਾ ਹੀ ਵਕਤ ਆਪਣੀ ਸਹੂਲਤ ਦਾ ਮਿਲਣਾ ਹੈ। ਇੱਥੋਂ ਤੱਕ ਕਿ ਮੈਂ ਆਪਣੇ ਐਮਰਜੈਂਸੀ ਅਧਿਕਾਰਾਂ ਦੇ ਅਗਲੇ ਸਾਲ ਦਾ ਬਜਟ ਵੀ ਪਾਸ ਕਰ ਦਿੱਤਾ। ਨਵੰਬਰ ਤੋਂ ਅਪ੍ਰੈਲ ਤੱਕ ਮੈਂ ਯੂਨੀਵਰਸਿਟੀ ਛੱਡ ਕੇ ਆਇਆ, ਕੋਈ ਮੀਟਿੰਗ ਨਾ ਸੱਦੀ। ਮੈਂਬਰ ਤਾਂ ਬਹੁਤ ਸਟਪਟਾਏ, ਪਰ ਯੂਨੀਵਰਸਿਟੀ ਦਾ ਕੰਮ ਬੜੇ ਆਰਾਮ ਨਾਲ ਚੱਲਦਾ ਰਿਹਾ। ਮੇਰੀ ਇਹ ਸੁਹਿਰਦ ਰਾਏ ਹੈ ਕਿ ਸਿੰਡੀਕੇਟ ਦੇ ਮੈਂਬਰ ਘੱਟ ਹੋਣੇ ਚਾਹੀਦੇ ਨੇ। 2 ਅਧਿਆਪਕਾਂ ਦੇ ਨੁਮਾਇੰਦੇ, 2 ਪ੍ਰਿੰਸੀਪਲ ਦੇ ਨੁਮਾਇੰਦੇ ਸੀਨੀਅਰਿਟੀ ਦੇ ਆਧਾਰ 'ਤੇ, 1 ਸਿੱਖਿਆ ਸਕੱਤਰ, 1 ਵਿੱਤ ਸਕੱਤਰ, 2 ਸਰਕਾਰ ਦੇ ਨਾਮਜ਼ਦ ਕੀਤੇ ਮੈਂਬਰ ਅਤੇ 2 ਸੈਨੇਟ ਦੇ ਨੁਮਾਇੰਦੇ ਬਸ। ਸਰਕਾਰ ਦੇ ਨਾਮਜ਼ਦ ਕੀਤੇ ਮੈਂਬਰ ਅਕਾਦਮਿਕ ਤੌਰ 'ਤੇ ਉੱਚ ਕੋਟੀ ਦੇ ਵਿਦਵਾਨ ਹੋਣੇ ਚਾਹੀਦੇ ਨੇ। ਨਿਰਾ ਸਿਆਸੀ ਲੀਡਰ ਕੋਈ ਨਹੀਂ ਹੋਣਾ ਚਾਹੀਦਾ। ਜੇ ਮਜਬੂਰੀ ਹੋਈ ਜਾਏ ਤਾਂ ਸਥਾਨਕ ਸਿਆਸੀ ਲੀਡਰ ਬਿਲਕੁਲ ਨਾਮਜ਼ਦ ਨਹੀਂ ਹੋਣਾ ਚਾਹੀਦਾ। ਜੇ ਇਸ ਤੋਂ ਵੱਧ ਮੈਂਬਰ ਲੈਣੇ ਵੀ ਹੋਣ ਤਾਂ ਇੱਕ ਅੱਧਾ ਉੱਚ ਕੋਟੀ ਦਾ ਸਨਅਤਕਾਰ ਹੋਣਾ ਚਾਹੀਦਾ। ਇਹੋ ਜਿਹਾ ਸਿੰਡੀਕੇਟ ਯੂਨੀਵਰਸਿਟੀ ਨੂੰ ਨਿਰਪੱਖਤਾ ਅਤੇ ਉਦਾਰਤਾ ਨਾਲ ਸਹੀ ਲੀਹਾਂ 'ਤੇ ਚਲਾ ਸਕਦਾ ਅਤੇ ਵਾਈਸ ਚਾਂਸਲਰ ਲਈ ਯੂਨੀਵਰਸਿਟੀ ਨੂੰ ਚਲਾਉਣ ਵਿੱਚ ਸਹਾਈ ਹੋ ਸਕਦਾ ਹੈ। ਸੈਨੇਟ ਯੂਨੀਵਰਸਿਟੀ ਦੀ ਸੈਨੇਟ 'ਚ 90-95 ਮੈਂਬਰ ਹੁੰਦੇ ਹਨ। ਇਸ ਸਾਲ ਵਿੱਚ ਤਕਰੀਬਨ 1 ਵਾਰੀ ਮਿਲਦੀ ਹੈ। ਇਸ ਵਿੱਚ 27 ਦੇ ਕਰੀਬ ਸਰਕਾਰੀ ਨਾਮਜ਼ਦ ਕੀਤੇ ਮੈਂਬਰ ਅਤੇ ਬਾਕੀ ਵਿਦਿਆਰਥੀ ਦੇ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕਾਂ ਆਦਿ ਦੇ ਨੁਮਾਇੰਦੇ ਸੀਨੀਅਰਿਟੀ ਦੇ ਆਧਾਰ 'ਤੇ ਹੁੰਦੇ ਹਨ। ਇਹਦੇ ਮੈਂਬਰਾਂ ਵਿੱਚ ਮੁੱਖ ਮੰਤਰੀ, ਸਿੱਖਿਆ ਮੰਤਰੀ, ਐਡਵੋਕੇਟ ਜਨਰਲ ਵੀ ਹੁੰਦੇ ਹਨ। ਚਾਂਸਲਰ ਇਹਦਾ ਚੇਅਰਮੈਨ ਹੁੰਦਾ ਹੈ, ਪਰ ਨਾ ਕਦੀ ਮੁੱਖ ਮੰਤਰੀ ਨਾ ਹੀ ਗਵਰਨਰ ਇਸ ਮੀਟਿੰਗ 'ਚ ਹਾਜ਼ਰ ਹੁੰਦੇ ਹਨ। ਨਤੀਜੇ ਵਜੋਂ ਵਾਈਸ ਚਾਂਸਲਰ ਹੀ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੈ। ਇਹ ਬੋਡੀ ਸਿਰਫ ਬਹਿਸ ਮੁਬਾਹਿਸਾ ਹੀ ਕਰਦੀ ਹੈ, ਸੁਝਾਅ ਦਿੰਦੀ ਹੈ, ਪਰ ਇਹਦੇ ਫੈਸਲੇ ਸਲਾਹਾਂ ਹੀ ਹੁੰਦੀਆਂ ਹਨ। ਇਸ ਵਿੱਚ ਵਾਈਸ ਚਾਂਸਲਰ ਦੀ ਸਪੀਕਰ ਵਾਲੀ ਟ੍ਰੇਨਿੰਗ ਹੋ ਜਾਂਦੀ ਹੈ, ਕਿਉਂਕਿ ਕੋਈ ਮੈਂਬਰ ਮੁਤਜ਼ਾਦ ਸਵਾਰਥਾਂ ਪੱਖੋਂ ਬੋਲਦੇ ਹਨ। ਇਹਦੀਆਂ ਸਿਫਾਰਸ਼ਾਂ ਸਿੰਡੀਕੇਟ ਅਤੇ ਅਕਾਦਮਿਕ ਕੌਂਸਲ ਪਾਸ ਜਾਂਦੀਆਂ ਹਨ। ਇਹ ਸਿੰਡੀਕੇਟ ਦਾ ਕੋਈ ਫੈਸਲਾ ਰੱਦ ਨਹੀਂ ਕਰ ਸਕਦੇ, ਸਿਰਫ ਵਾਪਸ ਦੁਬਾਰਾ ਵਿਚਾਰ ਲਈ ਭੇਜ ਸਕਦੇ ਹਾਂ। ਇਹ ਬਿਲਕੁਲ ਲੋਕ ਸਭਾ ਅਤੇ ਰਾਜ ਸਭਾ ਵਾਲਾ ਰਿਸ਼ਤਾ ਹੈ। ਸਾਲ ਪਿੱਛੋਂ ਜਦ ਸੈਨੇਟ ਦੀ ਮੀਟਿੰਗ ਹੁੰਦੀ ਹੈ ਅਤੇ ਆਪਣੇ 2 ਨੁਮਾਇੰਦੇ ਸਿੰਡੀਕੇਟ ਅਤੇ 2 ਵਿੱਤ ਕਮੇਟੀ ਲਈ ਚੁਣਦੀ ਹੈ। ਕਾਫੀ ਗਹਿਮਾ ਗਹਿਮੀ ਹੁੰਦੀ ਹੈ। ਆਮ ਤੌਰ 'ਤੇ ਵਾਈਸ ਚਾਂਸਲਰ ਨੂੰ ਅਧਿਕਾਰ ਦੇ ਦਿੱਤੇ ਜਾਂਦੇ ਹਨ। ਉਹ ਜੋ ਸਿਫਾਰਿਸ਼ ਕਰੇ ਮੰਨ ਲਈ ਜਾਂਦੀ ਹੈ। ਬਹੁਤੀ ਵਾਰ ਜਦ ਸਰਕਾਰੀ ਇੰਟਰਸਟ ਵੱਧ ਜਾਏ ਤਾਂ ਸਿੱਖਿਆ ਮੰਤਰੀ ਆਪ ਵੀ ਮੀਟਿੰਗ 'ਚ ਆਉਂਦਾ ਹੈ ਅਤੇ ਮੈਂਬਰਾਂ ਦੀਆਂ ਚੋਣਾਂ 'ਚ ਦਖਲਅੰਦਾਜ਼ ਹੁੰਦਾ ਹੈ। ਮੈਂ ਜਿੰਨੀ ਦੇਰ ਰਿਹਾ ਮੈਂਬਰਾਂ ਦੀ ਇਹ ਮੰਗ ਰਹੀ ਕਿ ਸੈਨੇਟ ਦੇ ਅਧਿਕਾਰ ਹੋਣੇ ਚਾਹੀਦੇ ਨੇ। ਮੈਂ ਇੱਕ ਕਮੇਟੀ ਵੀ ਬਣਾਈ ਜੋ ਇਸ ਮਾਮਲੇ ਨੂੰ ਘੋਖੇ, ਪਰ ਗੱਲ ਕਿਸੇ ਸਿਰੇ ਨਹੀਂ ਲੱਗੀ। ਦਰਅਸਲ ਮੈਂ ਖੁਦ ਨਹੀਂ ਸੀ ਚਾਹੁੰਦਾ ਕਿ ਸੈਨੇਟ ਨੂੰ ਕੋਈ ਅਧਿਕਾਰ ਦਿੱਤੇ ਜਾਣ। ਮੈਂ ਸਮਝਦਾ ਕਿ ਇਹ ਬੋਡੀ ਇੰਝ ਹੀ ਠੀਕ ਹੈ। ਪ੍ਰਸ਼ਾਸਕੀ ਅਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਲਈ ਸਿੰਡੀਕੇਟ ਹੀ ਠੀਕ ਹੈ। ਹੋਰ ਕਿਸੇ ਅਧਿਕਾਰਤ ਬੋਡੀ ਦੀ ਲੋੜ ਨਹੀਂ। ਸੈਨੇਟ ਨੂੰ ਅਧਿਕਾਰ ਦੇਣ ਨਾਲ ਪ੍ਰਬੰਧਕੀ ਕੰਮ ਵਿੱਚ ਕੋਈ ਔਕੜਾਂ ਆ ਸਕਦੀਆਂ ਹਨ। ਸੈਨੇਟ ਵਿੱਚੋਂ ਬਹੁਤ ਅੱਛੀਆਂ ਸਲਾਹਾਂ ਅਤੇ ਸੁਝਾਅ ਆਉਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਆਸਾਨੀ ਨਾਲ ਲਾਗੂ ਕੀਤੇ ਜਾ ਸਕਦੇ ਹਨ ਅਤੇ ਕੀਤੇ ਜਾਂਦੇ ਹਨ। ਮੇਰੇ ਵਿਚਾਰ ਵਿੱਚ ਇਹ ਮੀਟਿੰਗ ਸਾਲ 'ਚ ਘੱਟੋ ਘੱਟ 2 ਵਾਰ ਹੋਣੀ ਚਾਹੀਦੀ ਹੈ। ਇਸ ਨਾਲ ਹੋਰ ਵੀ ਅੱਛੇ ਸੁਝਾਅ ਆ ਸਕਦੇ ਹਨ। ਹੁਣ ਤਾਂ 2 ਸਾਲ ਲਈ ਨਾਮਜ਼ਦ ਕੀਤਾ ਬੰਦਾ ਜਾਂ ਬਹੁਤ ਸਾਰੇ ਦੂਜੇ ਮੈਂਬਰ ਆਮ ਤੌਰ 'ਤੇ ਇੱਕ ਮੀਟਿੰਗ ਹੀ
ਇੱਕ ਮੀਟਿੰਗ ਵਿੱਚ ਹੀ ਹਿੱਸਾ ਲੈਂਦੇ ਹਨ। ਉਹਨਾਂ ਨੂੰ ਮੁੜ ਮੌਕਾ ਹੀ ਨਹੀਂ ਮਿਲਦਾ ਕਿ ਕਿਸੇ ਸੁਝਾਅ ਦੇਣ ਬਾਰੇ ਸੋਚ ਸਕਣ। ਅਕਾਦਮਿਕ ਕੌਂਸਲ ਇੱਕ ਅਕਾਦਮਿਕ ਬਾਡੀ ਹੈ ਜੋ ਸਾਲ 'ਚ ਤਕਰੀਬਨ 2 ਵਾਰ ਮਿਲਦੀ ਹੈ। ਇਹਦੀ ਮੈਂਬਰਸ਼ਿਪ ਵੀ ਅਧਿਆਪਕਾਂ ਪ੍ਰਿੰਸੀਪਲਾਂ ਦੀ ਹੁੰਦੀ ਹੈ ਅਤੇ ਬਹਿਸ ਵੀ ਕਾਫੀ ਅੱਛੀ ਅਤੇ ਭਰਵੀਂ ਹੁੰਦੀ ਹੈ। ਇਸ ਬਾਡੀ ਦੀਆਂ ਸੇਧਾਂ ਵੀ ਕਾਫੀ ਅੱਛੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਅਕਾਦਮਿਕ ਸਿਸਟਮ ਚੱਲਦਾ ਹੈ। ਇੱਕ ਬਹੁਤ ਅੱਛੀ ਵਿਵਸਥਾ ਇਹ ਹੈ ਕਿ ਇਸ ਕੌਂਸਲ ਦੇ ਫੈਸਲੇ ਸਿੰਡੀਕੇਟ ਵੀ ਰੱਦ ਨਹੀਂ ਕਰ ਸਕਦੀ। ਜ਼ਿਆਦਾ ਤੋਂ ਜ਼ਿਆਦਾ ਮੁੜ ਵਿਚਾਰ ਲਈ ਵਾਪਸ ਕੀਤੇ ਜਾ ਸਕਦੇ ਹਨ। ਜੇ ਪੁਨਰ ਵਿਚਾਰ 'ਤੇ ਵੀ ਅਕਾਦਮਿਕ ਕੌਂਸਲ ਆਪਣਾ ਫੈਸਲਾ ਨਾ ਬਦਲੇ ਤਾਂ ਸਿੰਡੀਕੇਟ ਨੂੰ ਪਾਸ ਕਰਨਾ ਹੀ ਪੈਂਦਾ ਹੈ। ਇਸ ਨਾਲ ਅਕਾਦਮਿਕ ਮਾਮਲਿਆਂ ਵਿੱਚ ਬਾਹਰਲੀ ਦਖਲਅੰਦਾਜ਼ੀ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਇੱਕ ਵਿਵਸਥਾ ਅਧਿਆਪਕਾਂ ਅਤੇ ਅਧਿਕਾਰੀਆਂ ਕਰਮਚਾਰੀਆਂ ਦੀ ਚੋਣ ਬਾਰੇ ਹੈ। ਹਰ ਮੱਧ ਪੱਧਰ ਅਤੇ ਉੱਚ ਪੱਧਰ ਦੀ ਅਸਾਮੀ ਲਈ ਅਤੇ ਅਧਿਆਪਕਾਂ ਦੀਆਂ ਚੋਣ ਕਮੇਟੀਆਂ ਦਾ ਚੇਅਰਮੈਨ ਵਾਈਸ ਚਾਂਸਲਰ ਹੁੰਦਾ ਹੈ। ਜਦ ਵੀ ਕੋਈ ਚੋਣ ਸਿੰਡੀਕੇਟ 'ਚ ਜਾਂਦੀ ਹੈ ਤਾਂ ਸਿੰਡੀਕੇਟ ਇਹਨੂੰ ਨਾਮਨਜ਼ੂਰ ਨਹੀਂ ਕਰ ਸਕਦਾ। ਜੇ ਬਹੁਮਤ ਕਿਸੇ ਚੋਣ ਨਾਲ ਸਹਿਮਤ ਨਾ ਹੋਵੇ ਤਾਂ ਚੋਣ ਫਿਰ ਵੀ ਰੱਦ ਨਹੀਂ ਹੁੰਦੀ। ਸਿੰਡੀਕੇਟ ਰੱਦ ਕਰਨ ਵਾਸਤੇ ਜੋ ਵੀ ਦਲੀਲ ਦੇਵੇ ਉਹਦੇ ਆਧਾਰ 'ਤੇ ਕੇਸ ਚਾਂਸਲਰ ਨੂੰ ਫੈਸਲੇ ਵਾਸਤੇ ਭੇਜਿਆ ਜਾਂਦਾ ਹੈ। ਇਸ ਨਾਲ ਵਾਈਸ ਚਾਂਸਲਰ ਦੀ ਟਿੱਪਣੀ ਵੀ ਜਾਂਦੀ ਹੈ। ਇਸ ਤਰ੍ਹਾਂ ਕਿਸੇ ਚੋਣ ਦਾ ਜੋ ਕਮੇਟੀ ਨੇ ਕੀਤੀ ਹੋਏ ਰੱਦ ਹੋਣਾ ਬਹੁਤ ਮੁਸ਼ਕਿਲ ਸਗੋਂ ਨਾਮੁਮਕਿਨ ਹੈ। ਇਸ ਵਿਵਸਥਾ ਨਾਲ ਵੀ ਕੋਈ ਸਿਆਸੀ ਜਾਂ ਦੂਸਰੀ ਦਖਲਅੰਦਾਜ਼ੀ ਸਿੰਡੀਕੇਟ ਦੀ ਪੱਧਰ 'ਤੇ ਨਹੀਂ ਹੁੰਦੀ। ਅਕਾਦਮਿਕ ਕੌਂਸਲ ਵਾਈਸ ਚਾਂਸਲਰ ਲਈ ਕਾਫੀ ਸਹਾਈ ਹੁੰਦੀ ਹੈ। ਇਸ ਵਿੱਚ ਸੂਝ ਭਰੀ ਦਲੀਲਬਾਜ਼ੀ ਅਤੇ ਲੌਜਿਕ ਕੰਮ ਕਰਦੇ ਹਨ। ਇਹ ਫੈਸਲੇ ਹੀ ਅਸਲੀ ਆਧਾਰ ਬਣਦੇ ਹਨ ਕਿਸੇ ਵਾਈਸ ਚਾਂਸਲਰ ਦੀ ਸੁਚੱਜੀ ਕਾਰਕਰਦਗੀ ਦੇ। ਪ੍ਰੋ ਵਾਈਸ ਚਾਂਸਲਰ ਇਹ ਪਦਵੀ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਦੇ ਢਾਂਚੇ 'ਤੇ ਆਧਾਰ 'ਤੇ ਹੈ, ਪਰ ਫਰਕ ਇੰਨਾ ਕਿ ਉਹਨਾਂ ਯੂਨੀਵਰਸਿਟੀਆਂ 'ਚ ਸਾਡੇ ਡੀਨਾਂ ਵਾਂਗ ਕਈ ਪ੍ਰੋ ਵਾਈਸ ਚਾਂਸਲਰ ਹੁੰਦੇ ਹਨ ਜੋ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਵਾਈਸ ਚਾਂਸਲਰ ਨਾਲ ਕੋਈ ਈਰਖਾ ਨਹੀਂ ਹੁੰਦੀ। ਇਹਨਾਂ ਨੂੰ ਸਾਡੇ ਸਿਸਟਮ ਵਿੱਚ ਪ੍ਰੋ ਵਾਈਸ ਚਾਂਸਲਰ ਵੀ ਉਸੇ ਤਰ੍ਹਾਂ ਹੀ ਨਿਯੁਕਤ ਹੁੰਦਾ ਹੈ ਜਿਵੇਂ ਵਾਈਸ ਚਾਂਸਲਰ। ਸਰਕਾਰ ਦੀ ਉਸੇ ਤਰ੍ਹਾਂ ਨੋਟੀਫਿਕੇਸ਼ਨ ਗਵਰਨਰ ਰਾਹੀਂ ਹੁੰਦੀ ਹੈ, ਪਰ ਯੂਨੀਵਰਸਿਟੀ ਐਕਟ ਅਤੇ ਸਟੈਚੂਜ਼ ਵਿੱਚ ਇਸ ਆਸਾਮੀ ਦੇ ਕੋਈ ਅਧਿਕਾਰ ਨਹੀਂ। ਜੋ ਕੰਮ ਵੀ ਦੇਣਾ ਉਹ ਵਾਈਸ ਚਾਂਸਲਰ ਦੀ ਮਰਜ਼ੀ ਹੁੰਦੀ ਹੈ। ਇਸ ਨਾਲ ਬੜੀ ਅਜੀਬ ਸਥਿਤੀ ਪੈਦਾ ਹੋ ਜਾਂਦੀ ਹੈ ਜਿੱਥੇ ਕਿ ਪ੍ਰੋ ਵਾਈਸ ਚਾਂਸਲਰ ਸਮਝਦਾ ਹੈ ਕਿ ਉਹ ਬਰਾਬਰ ਦਾ ਅਧਿਕਾਰੀ ਹੈ। ਵਾਈਸ ਚਾਂਸਲਰ ਇਸ ਅਸਾਮੀ ਨੂੰ ਆਪਣੇ ਰਾਹ ਵਿੱਚ ਅੜਿੱਕਾ ਸਮਝਦਾ ਹੈ ਅਤੇ ਆਮ ਤੌਰ 'ਤੇ ਇਹਨੂੰ ਕੋਈ ਖਾਸ ਜ਼ਿੰਮੇਵਾਰੀ ਜਾਂ ਅਧਿਕਾਰ ਨਹੀਂ ਦਿੰਦਾ। ਇਸ ਨਾਲ ਆਪੋ ਵਿੱਚ ਵਿਵਾਦ ਪੈਦਾ ਹੋ ਜਾਂਦਾ ਹੈ। ਮੇਰੇ ਕੇਸ ਵਿੱਚ ਤਾਂ ਇਹ ਸਥਿਤੀ ਖਾਸ ਮਹੱਤਤਾ ਰੱਖਦੀ ਸੀ। ਆਮ ਤੌਰ 'ਤੇ ਅਸਾਮੀ ਦੇ ਹੁੰਦਿਆਂ ਵੀ ਸਰਕਾਰ ਇਹ ਅਸਾਮੀ ਭਰਦੀ ਨਹੀਂ, ਅਤੇ ਜੇ ਭਰੇ ਤਾਂ ਵਾਈਸ ਚਾਂਸਲਰ ਦੀ ਸਲਾਹ ਜ਼ਰੂਰੀ ਲਈ ਜਾਂਦੀ ਹੈ, ਕਿਉਂਕਿ ਕੰਮ ਤਾਂ ਆਖਰ ਵਾਈਸ ਚਾਂਸਲਰ ਨਹੀਂ ਕਰਨਾ ਹੁੰਦਾ ਅਤੇ ਯੂਨੀਵਰਸਿਟੀ ਦਾ ਚੰਗਾ ਜਾਂ ਮਾੜਾ ਚੱਲਣਾ ਉਹਦੇ ਸਿਰ ਪੈਂਦਾ ਹੈ। ਪਰ ਜਦ ਮੈਨੂੰ ਵਾਈਸ ਚਾਂਸਲਰ ਲਾਇਆ ਤਾਂ ਨਾਲ ਲੱਗਦਾ ਹੀ ਪ੍ਰੋ ਵਾਈਸ ਚਾਂਸਲਰ ਵੀ ਲਾ ਦਿੱਤਾ। ਮੈਂ ਇਸ ਵਿਦਵਾਨ ਨੂੰ ਨਹੀਂ ਸੀ ਜਾਣਦਾ, ਪਰ ਸਾਰਿਆਂ ਨੇ ਮੈਨੂੰ ਬਹੁਤ ਡਰਾਇਆ ਕਿ ਮੈਨੂੰ ਬਹੁਤ ਤੰਗ ਕਰੇਗਾ। ਫਸ ਗਈ ਤਾਂ ਫਟਕਣ ਕੀ, ਮੈਂ ਸੋਚਿਆ ਦੇਖੀ ਜਾਊ, ਅੱਗੋਂ ਕਿਹੜਾ ਜ਼ਿੰਦਗੀ 'ਚ ਕਿਸੇ ਨਾਲ ਵਾਹ ਨਹੀਂ ਪਿਆ। ਮੇਰੇ ਡਿਊਟੀ 'ਤੇ ਹਾਜ਼ਰ ਹੋਣ ਤੋਂ ਪਹਿਲਾਂ ਹੀ 4 ਦਿਨ ਇਹ ਵਿਦਵਾਨ ਡਾਕਟਰ SRK ਚੋਪੜਾ, ਜੋ ਪੰਜਾਬ ਯੂਨੀਵਰਸਿਟੀ 'ਚ ਉੱਘਾ ਐਂਥੋਪੋਲੋਜੀ ਦਾ ਪ੍ਰੋਫੈਸਰ ਸੀ, ਹਾਜ਼ਰ ਹੋ ਗਿਆ। ਇਹਨੇ ਮੇਰਾ ਸਵਾਗਤ ਕੀਤਾ। ਜਦ ਮੈਂ ਬਾਅਦ ਵਿੱਚ ਆਇਆ ਸਾਰਿਆਂ ਦਾ ਖਿਆਲ ਸੀ ਕਿ ਸ਼ੁਰੂ ਤੋਂ ਹੀ ਸਾਡੀ ਖਟਪਟ ਹੋ ਜਾਏਗੀ, ਪਰ ਐਸਾ ਕੁਝ ਨਹੀਂ ਹੋਇਆ। ਮੈਂ ਇਹ ਸੋਚ ਕੇ ਕਿ ਆਖਰ ਇਹ ਵੀ ਤਾਂ ਉੱਘਾ ਵਿਗਿਆਨੀ ਅਤੇ ਜਾਣਿਆ ਪਛਾਣਿਆ ਪ੍ਰੋਫੈਸਰ ਹੈ, ਅਸੀਂ ਕੋਈ ਸ਼ਰੀਕ ਤਾਂ ਨਹੀਂ ਜੋ ਜ਼ਮੀਨ ਵੰਡਣੀ ਹੈ। ਮੈਂ ਬੈਠ ਕੇ ਲੰਮੀਆਂ ਮੀਟਿੰਗਾਂ ਵਿੱਚ ਡਾਕਟਰ ਚੋਪੜਾ ਨੂੰ ਸਮਝਾਇਆ ਕਿ ਇਸ ਯੂਨੀਵਰਸਿਟੀ ਦੀ ਕਾਮਯਾਬੀ ਜਾਂ ਨਾਕਾਮਯਾਬੀ ਅਸੀਂ ਦੋਵੇਂ ਇੱਕੋ ਜਿਹੇ ਭਾਈਵਾਲ ਹਾਂ। ਮੈਂ ਤਾਂ VC ਬਣ ਚੁੱਕਾ। ਜੇ ਅਸੀਂ ਕਾਮਯਾਬੀ ਨਾਲ ਯੂਨੀਵਰਸਿਟੀ ਨੂੰ ਚਲਾਵਾਂਗੇ ਤਾਂ ਤੁਹਾਡੇ VC ਬਣਨ ਦੇ ਚਾਂਸ ਵੀ ਹਨ। ਜੇ ਨਾਕਾਮਯਾਬ ਹੋ ਗਏ ਤਾਂ ਤੁਸੀਂ ਇਸ ਤੋਂ ਅੱਗੇ ਨਹੀਂ ਵੱਧ ਸਕਦੇ। ਇਹਦਾ ਨਤੀਜਾ ਇਹ ਹੋਇਆ ਕਿ ਮਾੜੀ ਮੋਟੀ ਟੀਕਾ ਟਿੱਪਣੀ ਤੋਂ ਸਿਵਾਏ ਸਾਡੀ ਕਾਫੀ ਬਣੀ ਰਹੀ। ਮੈਂ ਉਹਨਾਂ ਦੇ ਦਫ਼ਤਰ ਅਤੇ ਘਰ ਆਦਿ ਦੀਆਂ ਸਾਰੀਆਂ ਜ਼ਰੂਰਤਾਂ ਆਪਣੀਆਂ ਲੋੜਾਂ ਨਾਲੋਂ ਵੀ ਪਹਿਲਾਂ ਪੂਰੀਆਂ ਕੀਤੀਆਂ ਅਤੇ ਕਾਫੀ ਅਧਿਕਾਰ ਅਤੇ ਜ਼ਿੰਮੇਵਾਰੀਆਂ ਵੀ ਦਿੱਤੀਆਂ ਜੋ ਉਹਨਾਂ ਆਪਣੀ ਸਮਰੱਥਾ ਦੇ ਮੁਤਾਬਕ ਠੀਕ ਨੇਪਰੇ ਚਾੜ੍ਹੀਆਂ। ਡਾਕਟਰ ਚੋਪੜਾ ਬੜੇ ਅੱਛੇ ਮਿਲਣਸਾਰ ਆਦਮੀ ਸਨ। ਉਹਨਾਂ ਦੇ ਪਿਤਾ ਮੈਨੂੰ ਵੀ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ ਅਤੇ ਹਮੇਸ਼ਾ ਇਹੋ ਕਹਿੰਦੇ ਸਨ ਕਿ ਸਕੇ ਭਰਾਵਾਂ ਵਾਂਗ ਮਿਲ ਕੇ ਯੂਨੀਵਰਸਿਟੀ ਚਲਾਓ। ਡਾਕਟਰ ਚੋਪੜਾ ਦੀ ਧਰਮ ਪਤਨੀ ਵੀ ਇੱਕ ਸੁਲਝੀ ਹੋਈ ਔਰਤ ਸੀ, ਕਦੀ ਕਿਸੇ ਦੀ ਚੁਗਲੀ, ਨਿੰਦਿਆ ਜਾਂ ਤਰਫਦਾਰੀ ਨਹੀਂ ਸੀ ਕਰਦੀ ਅਤੇ ਯੂਨੀਵਰਸਿਟੀ ਦੇ ਕੰਮ 'ਚ ਉੱਕਾ ਦਖਲ ਨਹੀਂ ਸੀ ਦਿੰਦੇ। ਅਸੀਂ ਭੈਣ ਭਰਾਵਾਂ ਵਾਂਗ ਇੱਕ ਦੂਜੇ ਦੀ ਇੱਜ਼ਤ ਕਰਦੇ ਸਾਂ ਅਤੇ ਸਰਦਾਰਨੀ ਸਾਹਿਬਾ ਦਾ ਤਾਂ ਬਹੁਤ ਤੇ ਪਿਆਰ ਸੀ ਇਹਨਾਂ ਨਾਲ। ਜਾਣ ਬੁੱਝ ਕੇ ਮੈਂ ਇੱਕ ਇੰਪ੍ਰੈਸ਼ਨ ਬਣਾ ਰੱਖਿਆ ਕਿ
ਇਹ ਮੈਂ ਮੀਟਿੰਗਾਂ ਵਿੱਚ ਵੀ ਆਮ ਕਹਿੰਦਾ ਸਾਂ ਕਿ ਅਸੀਂ ਹਰ ਰੋਜ਼ ਜਾਂ ਦੂਏ ਤੀਏ ਦਿਨ ਸ਼ਾਮ ਨੂੰ ਇਕੱਠੇ ਬੈਠ ਕੇ ਜੋ ਵੀ ਯੂਨੀਵਰਸਿਟੀ ਵਿੱਚ ਸਾਰੇ ਕਹਿੰਦੇ ਕਰਦੇ ਨੇ ਸਾਂਝਾ ਕਰ ਲੈਂਦੇ ਹਾਂ। ਭਾਵੇਂ ਸੱਚ ਵੀ ਸੀ, ਪਰ ਬਹੁਤਾ ਕਰਕੇ ਇਹ ਇਸ ਲਈ ਸੀ ਕਿ ਕੋਈ ਇੱਕ ਦੂਜੇ ਦੀਆਂ ਚੁਗਲੀਆਂ ਨਾ ਕਰੇ। ਇਹ ਤਰੀਕਾ ਕਾਫੀ ਰਾਸ ਆਇਆ, ਭਾਵੇਂ ਕਿ ਮੇਰੇ ਸਹਿਯੋਗੀ ਇਹਨੂੰ ਠੀਕ ਨਹੀਂ ਸੀ ਸਮਝਦੇ। ਪ੍ਰੋ ਵਾਈਸ ਚਾਂਸਲਰ ਨੂੰ ਮੈਂ ਇਮਤਿਹਾਨਾਂ ਦੀ ਡਿਊਟੀ ਸੰਭਾਲ ਦਿੱਤੀ, ਜੋ ਉਹਨੂੰ ਕਾਫੀ ਮਸ਼ਗੂਲ ਰੱਖਦੀ ਸੀ। ਇਸ ਨਾਲ ਮੇਰਾ ਭਾਰ ਕਾਫੀ ਹੌਲਾ ਹੋ ਗਿਆ। ਭਾਵੇਂ ਆਖਰ ਜ਼ਿੰਮੇਵਾਰੀ ਮੇਰੀ ਹੀ ਸੀ, ਪਰ ਰੋਜ਼ਾਨਾ ਦੇ ਕੰਮ ਦੇ ਝਮੇਲੇ ਸਾਰੇ ਉਹ ਆਪ ਹੀ ਨਜਿੱਠ ਲੈਂਦੇ ਸਨ। ਮੈਂ ਸਮਝਦਾ ਹਾਂ ਕਿ ਜੇ ਆਪਣੇ ਸਹਿਯੋਗੀ ਨੂੰ ਉਹਦਾ ਪੂਰਾ ਮਾਣ ਦਿੱਤਾ ਜਾਏ ਤਾਂ ਬਹੁਤ ਸਾਰੇ ਮਸਲੇ ਆਪਣੇ ਆਪ ਹੀ ਨਿਬੜ ਜਾਂਦੇ। ਜੇ ਥੋੜ੍ਹੀ ਵੱਧ ਘੱਟ ਵੀ ਹੋ ਜਾਏ ਤਾਂ ਥੋੜ੍ਹਾ ਜਿੰਨਾ ਸਬਰ ਕੀਤਾ ਮਾਮਲੇ ਨੂੰ ਵਿਗੜਨ ਨਹੀਂ ਦਿੰਦਾ। ਭਾਵੇਂ ਜਿਸ ਨੂੰ ਵੀ ਮੈਂ ਝਿੜਕਿਆ ਜਾਂ ਸਜ਼ਾ ਦਿੱਤੀ ਜਾਂ ਜਿਹਦਾ ਵੀ ਮੈਂ ਕੋਈ ਸਵਾਰਥ ਪੂਰਾ ਨਹੀਂ ਕੀਤਾ, ਉਹ ਉਹਨਾਂ ਕੋਲ ਚਲਾ ਜਾਂਦਾ ਸੀ ਅਤੇ ਉਹ ਉਹਦੀ ਸੁਣਦੇ ਅਤੇ ਹੌਸਲਾ ਅਫਜ਼ਾਈ ਕਰਦੇ ਸਨ, ਪਰ ਫਿਰ ਵੀ ਮੇਰੇ ਵਾਸਤੇ ਕੋਈ ਖਾਸ ਅੜਚਨ ਪੈਦਾ ਨਹੀਂ ਕੀਤੀ। 2-4 ਵਾਰ ਉਹਨਾਂ ਦੇ ਗਲਤ ਫੈਸਲਿਆਂ ਨਾਲ ਮੈਨੂੰ ਪਰੇਸ਼ਾਨੀ ਜ਼ਰੂਰ ਹੋਈ। ਜਦ ਮੈਂ ਕਿਊਬਾ ਗਿਆ ਸਾਂ, ਮੇਰੇ ਪਿੱਛੋਂ ਬਲੂ ਸਟਾਰ ਆਪਰੇਸ਼ਨ ਹੋ ਗਿਆ। ਮੈਂ ਤਕਰੀਬਨ 1 ਮਹੀਨੇ ਬਾਅਦ 'ਚ ਆਇਆ। ਮੇਰੇ ਆਉਂਦੇ ਨੂੰ ਹਿੰਦੂ, ਸਿੱਖ, ਅਧਿਆਪਕ ਅਤੇ ਕਰਮਚਾਰੀ ਇੱਕ ਦੂਜੇ ਨਾਲ ਬੋਲਣੋਂ ਬੰਦ ਹੋ ਗਏ ਸਨ। ਕੈਂਪਸ ਉੱਤੇ ਇਹ ਹਾਲ ਸੀ ਕਿ ਜਿਹੜੇ ਬੱਚੇ ਪ੍ਰੋਫੈਸਰਾਂ ਨੂੰ ਚਾਚਾ ਤਾਇਆ ਕਹਿ ਕੇ ਬੁਲਾਉਂਦੇ ਸਨ, ਉਹ ਵੀ ਬੋਲਣੋਂ ਬੰਦ ਹੋ ਗਏ। ਇਹਦਾ ਬਹੁਤਾ ਕਾਰਨ ਆਪਰੇਸ਼ਨ ਬਲੂ ਸਟਾਰ ਨਹੀਂ ਸੀ। ਇਸ ਦੌਰਾਨ ਜੋ ਕੈਂਪਸ ਦਾ ਪ੍ਰਬੰਧ ਕੀਤਾ ਗਿਆ ਉਹ ਸੀ। ਹਿੰਦੂ ਹੋਣ ਦੇ ਨਾਤੇ ਚੋਪੜਾ ਸਾਹਿਬ ਘਬਰਾ ਗਏ ਕਿ ਕਿਤੇ ਬਾਹਰੋਂ ਪਿੰਡਾਂ 'ਚੋਂ ਲੋਕ ਕੈਂਪਸ 'ਤੇ ਹਮਲਾ ਨਾ ਕਰ ਦੇਣ। ਇਸ ਕਰਕੇ ਉਹਨਾਂ ਆਪ ਕਹਿ ਕੇ ਯੂਨੀਵਰਸਿਟੀ ਤੇ ਕੈਂਪਸ ਵਿੱਚ ਵੀ ਕਰਫਿਊ ਲਗਵਾ ਦਿੱਤਾ। ਔਰਤਾਂ, ਬੁੱਢਿਆਂ, ਬੱਚਿਆਂ ਤੱਕ ਵੀ ਕੋਈ ਘਰੋਂ ਬਾਹਰ ਨਾ ਨਿਕਲਣ ਦਿੱਤਾ। ਕਈ ਦਿਨ ਕੈਂਪਸ 'ਤੇ ਕਰਫਿਊ ਦੀ ਕੋਈ ਤੁਕ ਬਣਦੀ ਨਹੀਂ ਸੀ। ਇਹ ਤਾਂ ਜੋ ਉਹਨਾਂ ਨੂੰ ਕਿਹਾ ਵੀ ਗਿਆ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਸੀ, ਪਰ ਘਬਰਾਏ ਹੋਏ ਚੋਪੜਾ ਸਾਹਿਬ ਨੇ ਕੁਝ ਤਸਵੀਰ ਹੀ ਐਸੀ ਪੇਸ਼ ਕੀਤੀ ਕਿ ਕਰਫਿਊ ਲਾਉਣਾ ਪਿਆ। ਅੱਗੋਂ ਕੁਝ ਸੂਝ ਚਾਹੀਦੀ ਸੀ ਕਿ ਇੰਨੀ ਸਖਤੀ ਦੀ ਕੀ ਲੋੜ ਸੀ ਕਿ ਕੋਈ ਆਪਣੇ ਵਿਹੜੇ ਵਿੱਚ ਵੀ ਨਾ ਨਿਕਲ ਸਕੇ। ਜਦ ਹਾਲਾਤ ਸੰਪਰਦਾਇਕ ਤਣਾਅ ਵਾਲੇ ਹੋਣ ਤਾਂ ਹਰ ਕਦਮ ਬਹੁਤ ਸੋਚ ਕੇ ਲੈਣਾ ਪੈਂਦਾ ਹੈ। ਪ੍ਰੋ ਵਾਈਸ ਚਾਂਸਲਰ ਕਿਉਂਕਿ ਉਸ ਵੇਲੇ ਕਰਤਾ ਧਰਤਾ ਸਨ, ਕੁਦਰਤੀ ਗੱਲ ਸੀ ਕਿ ਫੌਜੀ ਦਸਤੇ ਦਾ ਉਹਨਾਂ ਨਾਲ ਨਿਰੰਤਰ ਸੰਪਰਕ ਹੁੰਦਾ। ਇਸ ਸੰਪਰਕ ਦੀ ਵਜ੍ਹਾ ਨਾਲ ਉਹਨਾਂ ਦਾ ਲੜਕਾ ਜੀਪ 'ਤੇ ਫੌਜ ਨਾਲ ਬੈਠ ਕੈਂਪਸ ਦਾ ਚੱਕਰ ਲਗਾਉਂਦਾ ਰਿਹਾ। ਇਸ ਹੱਸਾਸ ਪੱਖ ਨੂੰ ਨਾ ਤਾਂ ਚੋਪੜਾ ਸਾਹਿਬ ਨੇ ਗੌਲਿਆ, ਲੜਕੇ ਨੇ ਤਾਂ ਕੀ ਗੌਲਣਾ ਸੀ। ਇਸ ਵਿੱਚ ਸ਼ਾਇਦ ਕੋਈ ਮੰਦੀ ਭਾਵਨਾ ਵੀ ਨਹੀਂ ਸੀ, ਪਰ ਸਿੱਖ ਅਧਿਆਪਕ ਤੇ ਕਰਮਚਾਰੀ ਪਰਿਵਾਰਾਂ ਨੂੰ ਇਹ ਮਹਿਸੂਸ ਹੋਇਆ ਕਿ ਹਿੰਦੂਆਂ ਨੂੰ ਵੱਧ ਖੁੱਲ੍ਹ ਹੈ ਅਤੇ ਸਿੱਖਾਂ ਉੱਤੇ ਸਖਤੀ ਕੀਤੀ ਜਾ ਰਹੀ ਹੈ। ਇਸ ਨਾਲ ਇੱਕ ਤਾਂ ਪ੍ਰੋ ਵਾਈਸ ਚਾਂਸਲਰ 'ਤੇ ਵਿਸ਼ਵਾਸ ਨਾ ਰਿਹਾ ਅਤੇ ਨਾ ਹੀ ਆਪਸੀ ਮੇਲ ਜੋਲ ਰਿਹਾ। ਸੋ ਜਦੋਂ ਤੱਕ ਮੈਂ ਪਰਤਿਆ, ਯੂਨੀਵਰਸਿਟੀ ਦੇ ਸਾਰੇ ਅਧਿਆਪਕ ਅਤੇ ਕਰਮਚਾਰੀ ਹਿੰਦੂ ਸਿੱਖ ਪੱਧਰ 'ਤੇ ਅੱਡੋ ਫਾਟ ਹੋਏ ਪਏ ਸਨ। ਇੱਕ ਦੂਜੇ ਕੋਲੋਂ ਮੂੰਹ ਵੱਟ ਕੇ ਲੰਘਦੇ ਸਨ। ਦਹਾਕਿਆਂ ਪੁਰਾਣੇ ਤਾਲੁਕਾਤ ਤੇ ਪਿਆਰ ਆਦਰ ਖਤਮ ਹੋ ਗਏ ਤੇ ਚੋਪੜਾ ਸਾਹਿਬ ਪ੍ਰਤੀ ਸਿੱਖਾਂ ਦਾ ਵਤੀਰਾ ਕਾਫੀ ਨਾ ਪੱਖੀ ਸੀ। ਉਹ ਇਸ ਕਰਕੇ ਕੋਈ ਸੁਲ੍ਹਾ ਸਫਾਈ ਜਾਂ ਸਮਝਾਉਣ ਬੁਝਾਉਣ ਦੇ ਅਸਮਰਥ ਸਨ। ਇਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ। ਮੈਂ ਸਭ ਤੋਂ ਪਹਿਲਾਂ ਸੀਨੀਅਰ ਤੇ ਅਸਰ ਰਸੂਖ ਵਾਲੇ ਹਿੰਦੂ ਅਧਿਆਪਕਾਂ ਨੂੰ ਬੁਲਾਇਆ। ਇਹਨਾਂ 20-25 ਅਧਿਆਪਕਾਂ ਨੇ 2 ਘੰਟੇ ਬੈਠ ਕੇ ਮੇਰੇ ਨਾਲ ਗੱਲਬਾਤ ਕੀਤੀ। ਵਿੱਚੋਂ ਆਪਸੀ ਵੈਰ ਵਿਰੋਧ ਤਾਂ ਹੈ ਹੀ ਨਹੀਂ ਸੀ। ਇਸ ਕਰਕੇ ਇਹਨਾਂ ਨੂੰ ਮੈਂ ਛੇਤੀ ਤਿਆਰ ਕਰ ਲਿਆ ਕਿ ਆਪਣੇ ਸਿੱਖ ਭਰਾਵਾਂ ਨਾਲ ਸਦਭਾਵਨਾ ਨਾਲ ਬੈਠ ਕੇ ਗੱਲਬਾਤ ਕਰਕੇ ਆਪਣੀਆਂ ਗਲਤਫਹਿਮੀਆਂ ਦੂਰ ਕਰ ਲੈਣ। ਨਾਲੇ ਵੀ ਜ਼ੋਰ ਦਿੱਤਾ ਕਿ ਤੁਹਾਨੂੰ ਖਿਆਲ ਰੱਖਣਾ ਹੋਏਗਾ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸਿੱਖਾਂ ਦੇ ਮਨਾਂ ਉੱਤੇ ਸਖਤ ਚੋਟ ਲੱਗੀ ਹੈ। ਜੇ ਉਹ ਕੁਝ ਘੱਟ ਵੱਧ ਕਹਿ ਵੀ ਦੇਣ ਤਾਂ ਜਿਗਰੇ ਨਾਲ ਸੁਣ ਕੇ ਪਿਆਰ ਨਾਲ ਹੋਊ ਪਰੇ ਕਰ ਦੇਣਾ। ਆਖਰ ਤੁਸੀਂ ਇਕੱਠੀ ਜ਼ਿੰਦਗੀ ਨਿਭਾਉਣੀ ਹੈ। ਜੇ ਇੱਕ ਭਰਾ ਨੂੰ ਇਹੋ ਜਿਹੀ ਸੱਟ ਵੱਜੀ ਹੋਵੇ ਤਾਂ ਦੂਸਰਾ ਜਿਗਰੇ ਨਾਲ ਨਿਪਟਦਾ ਹੈ। ਮੈਂ ਇਹਨਾਂ ਅਧਿਆਪਕਾਂ ਦੇ ਸਦਕੇ ਜਾਣਾ ਕਿ ਇਹਨਾਂ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਮੇਰੀ ਹਰ ਸਲਾਹ ਕਬੂਲ ਕੀਤੀ। ਇਸ ਪਿੱਛੋਂ ਮੈਂ 20-25 ਸਿੱਖ ਅਧਿਆਪਕਾਂ ਨੂੰ ਬੁਲਾਇਆ। ਇਹ ਮੀਟਿੰਗ ਬਹੁਤ ਗਰਮਾ ਗਰਮੀ ਦੀ ਹੋਈ। ਮੈਂ ਠਰਮੇ ਨਾਲ ਬੈਠ ਕੇ ਉਹਨਾਂ ਦੇ ਦੁੱਖ, ਗਿਲੇ, ਸ਼ਿਕਵੇ ਸੁਣੇ। ਇਹ ਮੀਟਿੰਗ 4 ਘੰਟੇ ਚੱਲੀ ਤਾਂ ਮੈਂ ਹੌਲੀ ਹੌਲੀ ਇਹਨਾਂ ਨੂੰ ਮਨਾਇਆ ਕਿ ਹਿੰਦੂ ਅਧਿਆਪਕਾਂ ਨਾਲ ਬੈਠ ਕੇ ਆਪਣੇ ਗਿਲੇ ਸ਼ਿਕਵੇ ਆਪਸੀ ਆਦਰ ਤੇ ਵਾਤਾਵਰਨ 'ਚ ਦੂਰ ਕਰ ਲੈਣੇ ਚਾਹੀਦੇ ਨੇ। ਕਰਫਿਊ ਦੀ ਵਜ੍ਹਾ ਦੱਸ ਕੇ ਤੇ ਜੋ ਉਹ ਪੱਖਪਾਤ ਸਮਝਦੇ ਸਨ, ਇਹ ਸ਼ੰਕਾਵਾਂ ਸਮਝਾ ਕੇ ਦੂਰ ਕੀਤੀਆਂ। ਕਿਸੇ ਵਕਤ ਤਾਂ ਇੰਝ ਲੱਗਦਾ ਸੀ ਕਿ ਇਹ ਰਾਜ਼ੀਨਾਮਾ ਤੇ ਆਪਸੀ ਵਿਸ਼ਵਾਸ ਮੁੜ ਕਾਇਮ ਨਹੀਂ ਹੋ ਸਕਦਾ, ਪਰ ਹੌਲੀ ਹੌਲੀ ਜਦ ਇਹਨਾਂ ਆਪਣਾ ਗੁੱਸਾ ਕੱਢ ਲਿਆ ਤੇ ਮੈਂ ਪਿਆਰ ਸਤਿਕਾਰ ਨਾਲ ਦਲੀਲ ਤੇ ਅੜਿਆ ਰਿਹਾ ਤਾਂ ਸਭ ਠੰਡੇ ਹੋ ਗਏ ਤੇ ਮਿਲ ਬੈਠਣ ਲਈ ਤਿਆਰ ਹੋ ਗਏ। ਮੈਂ ਸਮਝਾਇਆ ਕਿ ਜਦ ਸਾਂਝੀ ਮੀਟਿੰਗ ਹੋਵੇ ਤਾਂ ਕੋਈ ਵੈਰ ਵਿਰੋਧ ਵਾਲੀ ਗੱਲ ਨਹੀਂ ਕਰਨੀ। ਤੁਹਾਡੇ ਇਹਨਾਂ ਹਿੰਦੂ ਭਰਾਵਾਂ ਨੇ ਤਾਂ ਇਹ ਕਾਰਵਾਈ ਨਹੀਂ ਕਰਾਈ। ਕਈ ਤਾਂ ਇਸ ਉੱਤੇ ਤੁਹਾਥੋਂ ਵੀ ਵੱਧ ਦੁਖੀ ਹਨ। ਜੇ ਇੱਕ ਮੂਰਖ ਕੋਈ ਗਲਤ ਗੱਲ
ਕਰਦਾ ਵੀ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਹੀ ਉਹੋ ਜਿਹੇ ਹਨ। ਮੈਂ ਇੱਕ ਮੀਟਿੰਗ ਹੋਰ ਇਕੱਲਿਆਂ ਕੀਤੀ ਅਤੇ ਇੱਕ ਦੂਜੇ ਨਾਲ ਪੁਰਾਣੀ ਦੋਸਤੀ ਮੁੜ ਕਾਇਮ ਕਰਨ ਲਈ ਪ੍ਰੇਰਨਾ ਕੀਤੀ। ਹੌਲੀ ਹੌਲੀ ਬਹੁਤ ਸਾਰੇ ਅਧਿਆਪਕ ਸਿੱਖ ਅਤੇ ਹਿੰਦੂ ਪਰਿਵਾਰ ਮੁੜ ਆਪੋ ਵਿੱਚ ਹੀ ਬੋਲਣ ਲੱਗ ਪਏ। ਆਖਰ ਮੈਂ ਇੱਕ ਸਾਂਝੀ ਮੀਟਿੰਗ ਕੀਤੀ ਜਿਸ 'ਚ ਕੁਝ ਬੇਸੁਆਦੀ ਦੀਆਂ ਗੱਲਾਂ ਵੀ ਹੋਈਆਂ, ਪਰ ਆਖਰ ਵਿੱਚ ਸਾਰੇ ਕਾਫੀ ਸਦਭਾਵਨਾ ਅਤੇ ਆਪਸੀ ਪੁਰਾਣੀਆਂ ਸਾਂਝਾਂ ਦੇ ਵਾਤਾਵਰਨ 'ਚੋਂ ਉੱਠੇ। ਦਿਨੋਂ ਦਿਨ ਕੋਈ 2 ਮਹੀਨਿਆਂ 'ਚ ਕੈਂਪਸ 'ਤੇ ਆਮ ਵਰਗਾ ਵਾਤਾਵਰਨ ਹੋ ਗਿਆ। ਫੌਜ ਨੂੰ ਤਾਂ ਮੈਂ ਆਉਂਦਿਆਂ ਹੀ ਧੰਨਵਾਦ ਕਹਿ ਕੇ ਗੈਸਟ ਹਾਊਸ ਤੱਕ ਸੀਮਤ ਕਰ ਦਿੱਤਾ ਸੀ, ਇਸ ਕਰਕੇ ਸੁਲਹ ਸਫਾਈ ਸੌਖੀ ਹੋ ਗਈ। ਇੱਕ ਅਜੀਬ ਘਟਨਾ ਦਾ ਸਾਹਮਣਾ ਵੀ ਕਰਨਾ ਪਿਆ। ਕੋਈ 10-15 ਡੀਨਾਂ ਅਤੇ ਵਿਭਾਗ ਮੁਖੀਆਂ ਨੇ ਆਪਣੀ ਇਸ ਜ਼ਿੰਮੇਵਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਮੈਂ ਪਤਾ ਕੀਤਾ ਤਾਂ ਇਹਨਾਂ ਸਾਰਿਆਂ ਦੀ ਟਰਮ ਕੋਈ 1 ਤੋਂ 2 ਮਹੀਨੇ ਰਹਿੰਦੀ ਸੀ। ਉਂਝ ਹੀ ਉਸ ਤੋਂ ਬਾਅਦ ਉਹਨਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਸੁਬਕਦੋਸ਼ ਹੋ ਜਾਣਾ ਸੀ। ਮੈਂ ਇੱਕ ਮੀਟਿੰਗ ਸਦਕੇ ਇਹਨਾਂ ਨੂੰ ਕਿਹਾ ਕਿ ਇਹ ਕਿਉਂ ਕੀਤਾ, ਤਾਂ ਕਹਿਣ ਲੱਗੇ ਕਿ ਸਾਨੂੰ ਦਰਬਾਰ ਸਾਹਿਬ ਦੇ ਹਮਲੇ ਦਾ ਬਹੁਤ ਦੁੱਖ ਹੈ। ਅਸੀਂ ਇੱਕ ਰੋਸ ਦੇ ਤੌਰ 'ਤੇ ਅਸਤੀਫੇ ਦਿੱਤੇ ਹਨ। ਮੇਰੇ ਮਨ 'ਚ ਬਹੁਤ ਦੁੱਖ ਹੋਇਆ ਕਿ ਇਹ ਲੋਕ ਕਿਹੋ ਜਿਹੀ ਡਰਾਮੇਬਾਜ਼ੀ ਕਰਦੇ ਨੇ। ਮੈਂ ਕਿਹਾ, ਦੁੱਖ ਕਿਸ ਨੂੰ ਨਹੀਂ ਹੋਇਆ? ਕਿਹੜਾ ਸਿੱਖ ਹੈ ਜਿਹਦੇ ਦਿਲ 'ਤੇ ਸੱਟ ਨਹੀਂ ਵੱਜੀ? ਪਰ ਇਹ ਮੈਨੂੰ ਤੁਹਾਡੀ ਨਿਰੀ ਡਰਾਮੇਬਾਜ਼ੀ ਮਹਿਸੂਸ ਹੁੰਦੀ ਹੈ, ਅਖਬਾਰਾਂ ਵਿੱਚ ਪ੍ਰੋਪੇਗੰਡੇ ਦੀ। ਇਸ ਡਰਾਮੇਬਾਜ਼ੀ ਨੇ ਸਾਡੇ ਸਾਰਿਆਂ ਦਾ ਅੱਗੇ ਹੀ ਕਾਫੀ ਨੁਕਸਾਨ ਕੀਤਾ ਹੈ। ਜੇ ਤੁਸੀਂ ਵਾਕਈ ਸੁਹਿਰਦ ਹੋ ਤਾਂ ਇਹ ਅਸਤੀਫੇ ਦਾ ਕੋਈ ਅਰਥ ਨਹੀਂ ਰੱਖਦੇ। ਆਪਣੀਆਂ ਨੌਕਰੀਆਂ ਤੋਂ ਅਸਤੀਫੇ ਦਿਓ। ਜੇ ਤੁਸੀਂ 15 ਦੇ 15 ਹੀ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦਿਓ ਤਾਂ ਲਿਸਟ ਵਿੱਚ ਮੇਰਾ ਨੰਬਰ ਪਹਿਲਾਂ ਲਿਖ ਲਓ, ਮੈਂ ਵੀ ਅਸਤੀਫਾ ਦੇ ਦਿਆਂਗਾ। ਜੇ ਨਹੀਂ ਇੰਜ ਕਰ ਸਕਦੇ ਤਾਂ ਇਹ ਢਕੌਂਸਲਾ ਖਤਮ ਕਰੋ ਅਤੇ ਆਪਣੇ ਅਸਤੀਫੇ ਵਾਪਸ ਲਓ। ਇਹਨਾਂ ਪਾਸ ਕੋਈ ਜਵਾਬ ਨਹੀਂ ਸੀ, ਕਿਉਂਕਿ ਸਿਰਫ ਦਿਖਾਵਾ ਹੀ ਕਰਨਾ ਚਾਹੁੰਦੇ ਸਨ। 2-2.5 ਮਹੀਨੇ ਇਹਨਾਂ ਲੀਹਾਂ 'ਤੇ ਮੈਨੂੰ ਕਾਫੀ ਮਿਹਨਤ ਕਰਨੀ ਪਈ, ਤਾਂ ਜਾ ਕੇ ਹਾਲਾਤ ਕੁਝ ਸੁਧਰੇ। ਪਰ ਮੈਂ ਸਾਰੇ ਅਧਿਆਪਕਾਂ ਦੇ ਮੇਰੇ ਵਿੱਚ ਵਿਸ਼ਵਾਸ ਪ੍ਰਤੀ ਰਿਣੀ ਹਾਂ ਜੋ ਉਹਨਾਂ ਉਸ ਵਕਤ ਵਿਖਾਇਆ। ਮੈਂ ਗੱਲਬਾਤ ਵਿੱਚ ਇਹਨਾਂ ਨੂੰ ਇਸ ਵਿਸ਼ਵਾਸ ਅਧੀਨ ਬੁਲਾਉਂਦਾ ਸਾਂ ਕਿ ਅਧਿਆਪਕਾਂ ਨਾਲ ਗੱਲ ਕਰ ਰਿਹਾ ਹਾਂ, ਹਿੰਦੂ ਜਾਂ ਸਿੱਖਾਂ ਨਾਲ ਨਹੀਂ। ਮੈਂ ਇਹਨਾਂ ਨੂੰ ਮੋਨੇ ਜਾਂ ਵਾਲਾਂ ਵਾਲੇ ਅਧਿਆਪਕ ਕਹਿੰਦਾ ਸਾਂ। ਇਹਨਾਂ ਅਧਿਆਪਕਾਂ ਨੇ ਬਾਕੀਆਂ ਨੂੰ ਰਾਹ ਵਿਖਾਉਣਾ ਸੀ। ਜੇ ਆਪ ਹੀ ਭਟਕ ਗਏ ਤਾਂ ਦੂਜਿਆਂ ਨੂੰ ਕੀ ਰਾਹ ਵਿਖਾ ਸਕਦੇ ਹਨ? ਪਰ ਛੇਤੀ ਪਰਤ ਆਏ। ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਇੱਕ ਗਲਤੀ ਪ੍ਰੋ ਵਾਈਸ ਚਾਂਸਲਰ ਨੇ ਹੋਰ ਕੀਤੀ, ਜਿਹਦੇ ਨਤੀਜੇ ਮੈਨੂੰ ਭੁਗਤਣੇ ਪਏ। ਚੋਪੜਾ ਸਾਹਿਬ ਛੇਤੀ ਘਬਰਾ ਜਾਂਦੇ ਸਨ ਅਤੇ ਥੋੜ੍ਹੇ ਕੰਨਾਂ ਦੇ ਕੱਚੇ ਸਨ। ਇਹਨਾਂ ਨੂੰ ਸਲਾਹਾਂ ਦੇਣ ਵਾਲੇ ਵਿਅਕਤੀ ਕਾਫੀ ਸੁਆਰਥੀ ਸਨ। ਉਹਨਾਂ ਵਿੱਚ ਠੀਕ ਤੇ ਸੁਹਿਰਦ ਸਲਾਹ ਦੇਣ ਦੀ ਨਾ ਨੀਅਤ ਸੀ, ਨਾ ਸਮਰੱਥਾ। ਇੱਕ ਰਾਤ ਵਿਦਿਆਰਥੀ ਕੁਝ ਕੁ ਵੇਲੇ ਆਪਣੀਆਂ ਮੰਗਾਂ ਲੈ ਕੇ ਮੇਰੇ ਘਰ ਆਏ। ਮੈਂ ਤਾਂ ਉਹਨਾਂ ਨੂੰ ਬਿਠਾ ਉਹਨਾਂ ਦੀ ਤਸੱਲੀ ਕਰਾ ਕੇ ਤੋਰ ਦਿੱਤਾ। ਬੜੇ ਹੱਸਦੇ ਗਾਉਂਦੇ ਵਾਪਸ ਜਾ ਰਹੇ ਸਨ ਕਿ ਫੌਜੀਆਂ ਨੇ ਰਸਤੇ 'ਚ ਬੋਟੈਨਿਕ ਬਾਗ ਕੋਲ ਘੇਰ ਕੇ ਕਾਫੀ ਕੁੱਟਿਆ। ਕੂਣੀਆਂ ਭਾਰ ਹੋਸਟਲਾਂ ਤੱਕ ਲੈ ਗਏ। ਹੱਥਾਂ ਉੱਤੇ ਬੂਟ ਰੱਖ ਕੇ ਸਰੀਆਂ ਨਾਲ ਉਹਨਾਂ ਦੇ ਲੀਡਰ ਕੁੱਟੇ। ਇੰਨੇ ਜ਼ਾਲਮ ਫੌਜੀ ਜਵਾਨ ਹੋ ਸਕਦੇ ਹਨ, ਮੈਂ ਕਦੀ ਸੋਚਿਆ ਵੀ ਨਹੀਂ ਸੀ। ਮੈਨੂੰ ਤਾਂ ਅੱਧੀ ਰਾਤ ਤੱਕ ਪਤਾ ਹੀ ਨਾ ਲੱਗਾ, ਅਤੇ ਜਦ ਪਤਾ ਲੱਗਾ ਤਾਂ ਮੈਂ ਫੌਜੀ ਦਸਤੇ ਨੂੰ ਤਾੜਨਾ ਕੀਤੀ ਕਿ ਕੋਈ ਵਿਦਿਆਰਥੀ ਉਹਨਾਂ ਦੇ ਕਬਜ਼ੇ 'ਚ ਨਹੀਂ ਹੋਣਾ ਚਾਹੀਦਾ। ਦਰਅਸਲ ਹੋਇਆ ਇਹ ਕਿ ਜਦ ਵਿਦਿਆਰਥੀ ਮੇਰੀ ਕੋਠੀ ਅੱਗੋਂ ਖੜ੍ਹੇ ਸਨ ਤਾਂ ਮੈਂ ਉਹਨਾਂ ਦੇ ਲੀਡਰਾਂ ਨੂੰ ਅੰਦਰ ਬੁਲਾ ਕੇ ਗੱਲਬਾਤ ਕਰ ਰਿਹਾ ਸਾਂ। ਚੋਪੜਾ ਸਾਹਿਬ ਨੇ ਫੌਜੀ ਦਸਤੇ ਨੂੰ ਟੈਲੀਫੋਨ ਕਰ ਦਿੱਤਾ ਕਿ ਵਾਈਸ ਚਾਂਸਲਰ ਦਾ ਵਿਦਿਆਰਥੀਆਂ ਨੇ ਘਿਰਾਓ ਕੀਤਾ ਹੋਇਆ ਅਤੇ ਖਤਰਾ ਹੈ। 10 ਵਜੇ ਦਾ ਵਕਤ ਹੋਏਗਾ। ਉਸ ਵਕਤ ਫੌਜੀ ਆਪ ਸ਼ਾਮ ਦੇ ਖਾਣੇ 'ਤੇ ਸ਼ਰਾਬ ਪੀਤੀ ਬੈਠੇ ਹੁੰਦੇ ਹਨ। ਇਹਨਾਂ ਵੀ ਸ਼ਰਾਬ ਪੀਤੀ ਹੋਈ ਸੀ। ਅੰਨ੍ਹੇਵਾਹ ਘੇਰ ਕੇ ਚੰਗੇ ਭਲੇ ਹੋਸਟਲਾਂ ਨੂੰ ਵਾਪਸ ਜਾਂਦੇ ਵਿਦਿਆਰਥੀਆਂ ਦੀ ਛਿੱਲ ਲਾ ਦਿੱਤੀ। ਇਸ 'ਚ ਕੋਈ ਸ਼ਰਾਰਤ ਨਹੀਂ ਸੀ, ਸਿਰਫ ਗਲਤ ਪਹੁੰਚ ਸੀ, ਘਬਰਾਹਟ ਸੀ, ਜਿਸ ਕਰਕੇ ਫੌਜੀ ਦਸਤੇ ਨੂੰ ਟੈਲੀਫੋਨ ਕੀਤਾ। ਮੈਨੂੰ ਮਹੀਨਾ ਲੱਗਾ ਇਸ ਉਲਝੀ ਤਾਣੀ ਦੇ ਤੰਦ ਸਿੱਧੇ ਕਰਨ ਨੂੰ, ਜਿਹਦਾ ਵਿਸਥਾਰ ਨਾਲ ਵੇਰਵਾ ਮੈਂ ਦੇ ਚੁੱਕਾ। ਆਮ ਕਰਕੇ ਸਾਡੇ ਸਾਰਿਆਂ ਦੇ ਆਪਸੀ ਸਬੰਧ ਠੀਕ ਰਹਿਣ ਕਾਰਨ ਯੂਨੀਵਰਸਿਟੀ ਦਾ ਕੰਮਕਾਜ ਅੱਛਾ ਚੱਲਦਾ ਰਿਹਾ। ਕਿਤੇ ਕਿਤੇ ਕੋਈ ਇਹੋ ਜਿਹਾ ਮਸਲਾ ਖੜ੍ਹਾ ਹੋ ਜਾਂਦਾ ਸੀ ਜੋ ਮੁਸ਼ਕਿਲ ਪੈਦਾ ਕਰਦਾ ਸੀ। ਠਰਮੇ ਅਤੇ ਸਦਭਾਵਨਾ ਨਾਲ ਇਹਦਾ ਹੱਲ ਹੋ ਜਾਂਦਾ ਸੀ। ਕਿਉਂਕਿ ਪ੍ਰੋ ਵਾਈਸ ਚਾਂਸਲਰ ਇਮਤਿਹਾਨਾਂ ਦੇ ਜ਼ਿੰਮੇਵਾਰ ਸਨ, ਮੈਂ ਜ਼ਿਆਦਾ ਮਦਾਖਲਤ ਨਹੀਂ ਸੀ ਕਰਦਾ, ਪਰ ਜਦ ਕੋਈ ਪੇਚਾ ਪੈ ਜਾਏ ਤਾਂ ਫੈਸਲਾ ਮੈਨੂੰ ਹੀ ਕਰਨਾ ਪੈਂਦਾ ਸੀ। ਇਹੋ ਜਿਹਾ ਇੱਕ ਪੇਚਾ ਇਹ ਪਿਆ ਕਿ ਆਯੁਰਵੈਦਿਕ ਕਾਲਜ ਦੇ ਪ੍ਰਿੰਸੀਪਲ ਦੀ ਆਪਣੀ ਪ੍ਰੋਫੈਸਰਾਂ ਨਾਲ ਨਹੀਂ ਸੀ ਬਣਦੀ, ਪਰ ਪ੍ਰਿੰਸੀਪਲ ਅਤੇ ਚੋਪੜਾ ਸਾਹਿਬ ਆਪੋ ਵਿੱਚ ਘਿਓ ਖਿਚੜੀ ਸਨ। ਜਦ ਵੀ ਪ੍ਰੋਫੈਸਰ ਲੋਕ ਚੋਪੜਾ ਪਾਸ ਜਾਂਦੇ ਉਹ ਵਕਤ ਹੀ ਨਹੀਂ ਸੀ ਦਿੰਦੇ। ਇਮਤਿਹਾਨਾਂ ਦਾ ਇੱਕ ਫੈਸਲਾ ਉਹਨਾਂ ਪ੍ਰੋਫੈਸਰਾਂ ਦੇ ਬਰਖਲਾਫ ਕਰ ਦਿੱਤਾ। ਉਹਨਾਂ ਅਪੀਲ ਕੀਤੀ ਤਾਂ ਕੇਸ ਮੇਰੇ ਪਾਸ ਆ ਗਿਆ। ਮੈਨੂੰ ਤਾਂ ਪਤਾ ਨਹੀਂ ਸੀ। ਇਹਨਾਂ ਇਮਤਿਹਾਨਾਂ ਦੇ ਕੰਟਰੋਲਰ ਨਾਲ ਰਲ ਕੇ ਐਸੇ ਤੱਥ ਪੇਸ਼ ਕੀਤੇ ਕਿ ਮੈਂ ਉਹਨਾਂ ਦਾ ਫੈਸਲਾ ਹੀ ਠੀਕ ਕਰਾਰ ਦਿੱਤਾ। ਆਖਰ ਪ੍ਰੋਫੈਸਰਾਂ ਨੇ ਹਾਈ ਕੋਰਟ 'ਚ ਅਪੀਲ ਕਰ ਦਿੱਤੀ।
ਜਦ ਅਪੀਲ ਵੀ ਦੀ ਸੁਣਵਾਈ ਹੋਈ ਤਾਂ ਜਸਟਿਸ ਪੰਚੀ ਨੇ ਕਿਹਾ ਕਿ ਮੈਂ ਨਹੀਂ ਸਮਝਦਾ ਡਾਕਟਰ ਜੌਲ ਨੇ ਕਿਸੇ ਪੱਖਪਾਤ ਨਾਲ ਫੈਸਲਾ ਕੀਤਾ ਹੋਵੇਗਾ। ਮੈਨੂੰ ਉਹਨਾਂ ਦੀ ਨਿਰਪੱਖਤਾ 'ਤੇ ਯਕੀਨ ਹੈ। ਇਹ ਕੇਸ ਵਾਪਸ ਉਹਨਾਂ 'ਤੇ ਛੱਡ ਦਿੱਤਾ ਜਾਏ ਅਤੇ ਉਹ ਆਪਣੇ ਫੈਸਲੇ ਨੂੰ ਪੁਨਰ ਵਿਚਾਰ ਕੇ ਫੈਸਲਾ ਕਰਨ ਅਤੇ ਅਦਾਲਤ ਨੂੰ ਇਸ ਫੈਸਲੇ ਦੀ ਕਾਪੀ ਦਿੱਤੀ ਜਾਏ। ਹਾਈ ਕੋਰਟ ਵਿੱਚ ਹਾਜ਼ਰ ਲੋਕਾਂ ਲਈ ਵੀ ਬੜਾ ਆਪਣੀ ਕਿਸਮ ਦਾ ਫੈਸਲਾ ਸੀ ਅਤੇ ਮੇਰੇ ਵਾਸਤੇ ਮਾਣ ਦੀ ਗੱਲ ਵੀ ਸੀ ਕਿ ਹਾਈ ਕੋਰਟ ਦੇ ਉੱਘੇ ਜੱਜ ਨੇ ਮੇਰੀ ਨਿਰਪੱਖਤਾ ਦਾ ਸਮਝੋ ਸਰਟੀਫਿਕੇਟ ਹੀ ਦੇ ਦਿੱਤਾ ਅਤੇ ਮੇਰੇ ਉੱਤੇ ਇੰਨਾ ਵਿਸ਼ਵਾਸ ਪ੍ਰਗਟ ਕੀਤਾ। ਮੇਰੇ ਵਾਸਤੇ ਚੁਣੌਤੀ ਵੀ ਸੀ ਕਿਉਂਕਿ ਮੈਂ ਤੱਥਾਂ ਦੇ ਆਧਾਰ 'ਤੇ ਫੈਸਲਾ ਲਿਆ ਸੀ। ਆਖਰ ਮੈਂ ਸਾਰੀਆਂ ਫਾਈਲਾਂ ਮੰਗਵਾ ਲਈਆਂ ਅਤੇ ਸਾਰੇ ਕੇਸ ਨੂੰ ਮੁੱਢੋਂ ਵੇਖਿਆ। ਮੈਂ ਤੱਥਾਂ ਦੀ ਤੋੜ ਮਰੋੜ ਵੇਖ ਕੇ ਹੈਰਾਨ ਹੋ ਗਿਆ ਕਿ ਇੰਜ ਵੀ ਹੋ ਸਕਦਾ। ਮੈਂ ਆਪਣੇ ਫੈਸਲੇ 'ਚ ਕੰਟਰੋਲਰ ਦੀ ਬਦਦਿਆਨਤੀ 'ਤੇ ਪੂਰੀ ਟਿੱਪਣੀ ਕੀਤੀ ਅਤੇ ਮਨ ਦੀ ਚੀਜ਼ ਪ੍ਰਗਟ ਕੀਤੀ ਕਿ ਇੰਨੇ ਜ਼ਿੰਮੇਵਾਰ ਅਧਿਕਾਰੀ ਇੰਜ ਤੋੜ ਮਰੋੜ ਕੇ ਕੇਸ ਪੇਸ਼ ਕਰ ਸਕਦੇ ਹਨ। ਮੈਂ ਆਪਣਾ ਫੈਸਲਾ ਆਪਣੇ ਪਹਿਲੇ ਫੈਸਲੇ ਦੇ ਬਰਖਲਾਫ ਦੇ ਦਿੱਤਾ। ਜਦ ਉਹਦੀ ਕਾਪੀ ਹਾਈ ਕੋਰਟ 'ਚ ਦਿੱਤੀ ਤਾਂ ਜਸਟਿਸ ਪੰਚੀ ਨੂੰ ਬੜੀ ਤਸੱਲੀ ਹੋਈ। ਉਸ ਦਿਨ ਤੋਂ ਪ੍ਰਿੰਸੀਪਲ ਸਾਹਿਬ ਤਾਂ ਮੇਰੇ ਨਾਲ ਨਾਰਾਜ਼ ਹੀ ਰਹੇ, ਪਰ ਕਾਲਜ ਦੇ ਸਾਰੇ ਪ੍ਰੋਫੈਸਰ ਬਹੁਤ ਸਤਿਕਾਰ ਕਰਨ ਲੱਗ ਪਏ। ਇਮਤਿਹਾਨਾਂ ਦੇ ਕੰਟਰੋਲਰ ਵਾਸਤੇ ਮੈਨੂੰ ਨਾ ਪੱਖੀ ਦੀ ਹੀ ਰਿਪੋਰਟ ਦੇਣੀ ਪਈ, ਜਿਸ ਵਿੱਚ ਮੈਂ ਲਿਖਿਆ ਸੀ ਕਿ ਇਹਦੀ ਦਿਆਨਤਦਾਰੀ ਬਿਨਾਂ ਸ਼ੱਕ ਨਹੀਂ ਅਤੇ ਪਦਵੀ ਦੇ ਲਾਇਕ ਨਹੀਂ। ਪ੍ਰੋਫੈਸਰ ਵਾਈਸ ਚਾਂਸਲਰ ਦੀ ਤਾਂ ਰਿਪੋਰਟ ਮੈਂ ਲਿਖ ਨਹੀਂ ਸੀ ਸਕਦਾ। ਮੇਰੇ ਵਾਈਸ ਚਾਂਸਲਰ ਦੀ ਰਿਪੋਰਟ ਤਾਂ ਮੈਂ ਲਿਖ ਨਹੀਂ ਸੀ ਸਕਦਾ। ਮੇਰੇ ਵਿਚਾਰ ਵਿੱਚ ਮੇਰਾ ਇਹ ਫੈਸਲਾ ਅਤੇ ਕੰਟਰੋਲਰ ਦੀ ਰਿਪੋਰਟ ਹੀ ਉਹਨਾਂ ਵਾਸਤੇ ਕਾਫੀ ਸੀ। ਦਰਅਸਲ ਚੋਪੜਾ ਸਾਹਿਬ ਦੋਸਤਾਂ ਦੇ ਦੋਸਤ ਸੀ, ਇਸ ਕਰਕੇ ਸਵਾਰਥੀ ਦੋਸਤ ਕਰਕੇ ਮਾਰ ਖਾ ਜਾਂਦੇ ਸੀ। ਆਦਮੀ ਨੂੰ ਦੋਸਤ ਬਹੁਤ ਇਹਤਿਆਤ ਨਾਲ ਚੁਣਨੇ ਚਾਹੀਦੇ ਹਨ। ਕਹਿੰਦੇ ਹਨ ਇੱਕ ਵਾਰ ਕੁਵੇਲੇ ਰਾਤ ਗਈ ਸ਼ੇਖ ਸਾਦੀ ਦੇ ਇੱਕ ਦੋਸਤ ਨੇ ਦਰਵਾਜ਼ਾ ਖੜਕਾਇਆ ਅਤੇ ਆਵਾਜ਼ ਮਾਰੀ। ਸ਼ੇਖ ਸਾਦੀ ਨੇ ਸੋਚਿਆ ਇਸ ਅੱਧੀ ਰਾਤ ਤੋਂ ਵੀ ਬਾਅਦ ਜੇ ਦੋਸਤ ਨੇ ਆਵਾਜ਼ ਮਾਰੀ ਹੈ ਤਾਂ ਜ਼ਰੂਰ ਕਿਸੇ ਮੁਸ਼ਕਿਲ 'ਚ ਹੋਏਗਾ। ਉਸ ਕੋਲ ਜਿੰਨਾ ਪੈਸਾ ਸੀ ਥਾਲੀ 'ਚ ਪਾ ਅਤੇ ਆਪਣੀ ਬੀਵੀ ਨੂੰ ਜਗਾ ਉਹਦੀ ਬਾਂਹ ਫੜ ਦਰਵਾਜ਼ੇ 'ਚ ਲੈ ਗਿਆ ਤਾਂ ਕੁੰਡਾ ਖੋਲ੍ਹਿਆ। ਦੋਸਤ ਦੇਖ ਕੇ ਹੈਰਾਨ ਰਹਿ ਗਿਆ, ਇਹ ਕੀ? ਤਾਂ ਸ਼ਾਦੀ ਨੇ ਕਿਹਾ, ਮੈਂ ਸੋਚਿਆ ਦੋਸਤ ਜ਼ਰੂਰ ਕਿਸੇ ਮੁਸੀਬਤ ਵਿੱਚ ਹੈ। ਜੋ ਜ਼ਰ ਜੋਰੂ ਮੇਰੇ ਕੋਲ ਹੈ ਲੈ ਕੇ ਹੀ ਕੁੰਡਾ ਖੋਲ੍ਹਦਾ ਤਾਂ ਜੋ ਦੇਰ ਨਾ ਹੋ ਜਾਏ। ਦੋਸਤ ਦਾ ਦਰਜਾ ਬਹੁਤ ਉੱਚਾ ਹੁੰਦਾ ਹੈ। ਦੋਸਤ ਹਰ ਕੋਈ ਨਹੀਂ ਹੁੰਦਾ। ਪਦਵੀ ਅਤੇ ਸੱਤਾ 'ਤੇ ਦੋਸਤ ਹੁੰਦੇ ਹਨ ਆਮ ਲੋਕੀ। ਦੋਸਤ ਵਾਸਤੇ ਦੋਸਤੀ ਕੋਈ ਜ਼ਰੀਆ ਜਾਂ ਕੰਮ ਕੱਢਣ ਦਾ ਵਸੀਲਾ ਨਹੀਂ ਹੁੰਦੀ। ਦੋਸਤੀ ਦਾ ਰਸ ਤਾਂ ਆਪਣੇ ਆਪ ਵਿੱਚ ਇੱਕ ਵੱਡਮੁੱਲਾ ਫਲ ਹੈ ਜਿਹਦੇ ਹੱਕਦਾਰ ਬਣਨਾ ਪੈਂਦਾ ਹੈ, ਜਿਹਦੀ ਲਗਾਤਾਰ ਕੀਮਤ ਧਾਰਨੀ ਪੈਂਦੀ ਹੈ। ਜੋ ਦੋਸਤੀ 'ਚ ਸਵਾਰਥ ਲੱਗਦਾ ਹੈ ਉਹ ਦੋਸਤ ਨਹੀਂ, ਮਤਲਬੀ ਯਾਰ ਹੁੰਦਾ ਹੈ। ਇਸ ਲਈ ਵਾਕਫ ਬਣਾਉਣੇ ਅਲੱਗ ਚੀਜ਼ ਹੈ। ਦੋਸਤ ਬਹੁਤ ਸੋਚ ਕੇ ਬਣਾਉਣਾ ਚਾਹੀਦਾ ਹੈ। ਜ਼ਿੰਦਗੀ 'ਚ ਦੋਸਤ ਇੱਕ ਅੱਧਾ ਹੀ ਹੁੰਦਾ ਹੈ। ਜਦ ਸਵਾਰਥੀ ਅਤੇ ਛੋਟੇ ਵਿਚਾਰਾਂ ਵਾਲੇ ਇਰਦ ਗਿਰਦ ਦੋਸਤ ਬਣ ਕੇ ਘੇਰਾ ਪਾ ਲੈਣ ਤਾਂ ਆਦਮੀ ਤੋਂ ਛੋਟੇ ਅਤੇ ਘਟੀਆ ਕੰਮ ਕੀਤੇ ਜਾਂਦੇ ਹਨ, ਜਿਨ੍ਹਾਂ ਕਰਕੇ ਪਿੱਛੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧੰਨਵਾਦ।